ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਫੋਕਸ ਦੇ ਵਿੱਚ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ ਜੀ। हाँ जी, पंजाब मेल USA TV चैनल ਦੇ ਪਿਆਰੇ ਦਰਸ਼ਕੋ ਦੀ ਜੀਆਂ ਨੂੰ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਮੇਰੇ ਨਾਲ ਬੈਠੇ ਨੇ ਸੰਜੀਵ ਜਸ ਖੰਨਾ ਜੀ। ਅਸੀਂ ਹਰ ਰੋਜ਼ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਮਿਲਦੇ ਹਾਂ। ਪ੍ਰੋਗਰਾਮ ਦਾ ਨਾਂ ਹੈ ਪੰਜਾਬ ਫੋਕਸ ਔਰ ਇਹਦੇ ਵਿੱਚ ਅਸੀਂ ਉਹ ਮੁੱਦੇ ਲੈਂਦੇ ਹਾਂ ਜਿਹੜੇ ਪੰਜਾਬ ਦੇ ਨੇ, ਸਗੋਂ ਅੰਤਰਰਾਸ਼ਟਰੀ ਤੌਰ ਤੇ ਉਹਨਾਂ ਦੀ ਚਰਚਾ ਹੁੰਦੀ ਰਹਿੰਦੀ ਆ। ਕਿਉਂਕਿ ਪੰਜਾਬ ਜਿਹੜਾ ਮਸਲਿਆਂ ਨਾਲ ਦੋ ਚਾਰ ਹੁੰਦਾ ਰਹਿੰਦਾ। ਰੋਜ਼ ਦਿਹਾੜੀ ਨਵੇਂ ਮਸਲੇ ਆਉਂਦੇ ਆ, ਕਈ ਹੱਲ ਹੋ ਜਾਂਦੇ ਆ ਤੇ ਕਈ ਅਜੇ ਨਹੀਂ ਹੱਲ ਹੁੰਦੇ। ਅੱਜ ਅਸੀਂ ਉਹਨਾਂ ਮਸਲਿਆਂ ਤੋਂ ਜਾਣੂ ਕਰਾਵਾਂਗੇ ਜੋ ਮਸਲੇ ਤੁਹਾਡੀ ਨਜ਼ਰ ਵਿੱਚ ਨੇ। ਤੇ ਮੈਂ ਗੁਜ਼ਾਰਿਸ਼ ਕਰਾਂਗਾ ਸੰਜੀਵ ਜੀ ਨੂੰ ਕਿ ਉਹ ਮਸਲੇ ਲਓ ਜਿਹੜਾ ਮਸਲਾ ਇਸ ਵੇਲੇ ਬਹੁਤ ਪੱਖ ਰਿਹਾ ਪੰਜਾਬ ਦਾ। ਜੀ, ਪੰਜਾਬ ਦੇ ਵਿੱਚ ਜਿਹੜਾ ਮਸਲਾ ਪੱਖ ਰਿਹਾ, ਉਸ ਤੋਂ ਪਹਿਲਾਂ ਆਪਾਂ ਅਮਰੀਕਾ ਦੀ ਗੱਲ ਕਰਦੇ ਹਾਂ। ਜ਼ਰੂਰ ਜ਼ਰੂਰ। ਅਮਰੀਕਾ ਨੇ 82,000 ਭਾਰਤੀਆਂ ਨੂੰ ਸਟੱਡੀ ਵੀਜ਼ੇ ਦਿੱਤੇ ਨੇ ਜੀ। ਸੋ ਅਮਰੀਕਾ ਹਮੇਸ਼ਾ ਪਹਿਲੀ ਪਸੰਦ ਰਿਹਾ। ਹੁਣ ਤਾਂ ਆਪਾਂ ਚੀਨ ਨੂੰ ਵੀ ਪਿੱਛੇ ਛੱਡ ਦਿੱਤਾ ਕਿਉਂਕਿ ਭਾਰਤੀਆਂ ਨੇ ਮਤਲਬ ਜ਼ਬਰਦਸਤ ਤਰੀਕੇ ਨਾਲ ਐਂਟਰੀ ਕੀਤੀ ਹੈ ਅਮਰੀਕਾ ਦੇ ਅੰਦਰ। ਤੇ ਹੁਣ ਦੇਖੋ, ਇਹ ਵਧੀਆ ਖਬਰ ਹੈ, ਖੁਸ਼ਖਬਰੀ ਹੈ ਸਾਡੇ ਭਾਰਤੀਆਂ ਵਾਸਤੇ। 82,000 ਵੀਜ਼ੇ, ਸਟੱਡੀ ਵੀਜ਼ੇ ਜਾਰੀ ਹੋਣਾ ਕੋਈ ਛੋਟੀ ਗੱਲ ਨਹੀਂ ਹੈ। ਅੱਛੀ ਗੱਲ ਹੈ, ਕਿਉਂਕਿ ਪਹਿਲੋਂ ਇਹ ਕਹਿ ਰਹੇ ਸੀ ਕਿ ਕੈਨੇਡਾ 'ਚ ਜਿਹੜੇ ਮੁੰਡੇ ਜਾ ਰਹੇ ਆ, ਉਹ ਜਦੋਂ ਕਰੋਨਾ ਆਇਆ, ਕਰੋਨਾ ਨਾਲ ਅਮਰੀਕਾ 'ਚ ਵੀ ਤੇ ਕੈਨੇਡਾ ਦੀ ਐਮਬੈਸੀ 'ਚ ਥੋੜ੍ਹੀ ਜਿਹੀ ਖੜੋਤ ਆ ਗਈ ਔਰ ਥੋੜ੍ਹੇ ਜਿਹੇ ਵੀਜ਼ੇ ਘੱਟ ਲੱਗਣੇ ਸ਼ੁਰੂ ਹੋ ਗਏ ਔਰ ਮੁੰਡੇ ਬੜੇ ਚਿੰਤਾਜਨਕ ਸੀਗੇ ਜਿੰਨੇ ਪੜ੍ਹਨ ਜਾ ਰਹੇ ਆ। ਔਰ ਕੈਨੇਡਾ ਵੱਲ ਤਾਂ ਬਹੁਤ ਜਾ ਰਹੇ ਸੀਗੇ ਪਰ ਅਮਰੀਕਾ 'ਚ ਥੋੜ੍ਹਾ ਜਿਹਾ ਘੱਟ ਸੀਗਾ। ਇਹ ਐਤਕੀ ਜਿਹੜਾ ਬਹੁਤ ਵੱਡਾ ਬੱਚਿਆਂ ਨੂੰ ਫਾਇਦਾ ਹੋ ਗਿਆ ਔਰ ਬਹੁਤ ਵੱਡੀ ਲਾਟਰੀ ਸਮਝ ਲਓ ਨਿਕਲੀ ਬੱਚਿਆਂ ਦੀ। ਕਿਉਂਕਿ ਬੇਰੁਜ਼ਗਾਰੀ ਪੰਜਾਬ 'ਚ ਤੇ ਹਿੰਦੁਸਤਾਨ 'ਚ ਬਹੁਤ ਹੈਗਾ। ਬੱਚੇ ਜਾਂਦੇ ਕਿ ਪੜ੍ਹੀ ਉੱਥੇ। ਔਰ ਇਹ ਜਿਹੜੀ ਖੁਸ਼ਖਬਰੀ ਹੈ ਇਹ ਤੁਸੀਂ ਇਸ ਕਰਕੇ ਲਈ ਹੈ ਕਿਉਂਕਿ ਅਮਰੀਕਾ ਜਿਹੜਾ ਇਸ ਗੱਲ ਲਈ ਬਹੁਤ ਅੱਗੇ ਹੈ ਔਰ ਬੱਚੇ ਜਾਣਾ ਵੀ ਚਾਹੁੰਦੇ ਪੜ੍ਹਨ ਲਈ ਉੱਥੇ, ਕਿਉਂਕਿ ਉੱਥੇ ਬਹੁਤ ਅੱਛੀਆਂ ਯੂਨੀਵਰਸਿਟੀਆਂ ਨੇ ਔਰ ਬੜੇ ਅੱਛੇ ਕਾਲਜ ਹੈ, ਬਹੁਤ ਅੱਛੇ ਸਕੂਲ ਹੈ ਔਰ ਉੱਥੋਂ ਦੀ ਪੜ੍ਹਾਈ ਜਿਹੜੀ ਹੈਗੀ ਹੈ ਬੱਚਿਆਂ ਨੂੰ ਬਹੁਤ ਵੱਡੇ ਫਾਇਦੇਮੰਦ ਹੁੰਦੀ ਹੈ। ਇਸ ਕਰਕੇ ਹੁੰਦੀ ਹੈ ਕਿ ਉਹਨਾਂ ਦਾ ਬਹੁਤ ਅੱਛਾ ਕੈਰੀਅਰ ਬਣਦਾ। ਔਰ ਜਿਸ ਤਰ੍ਹਾਂ ਹੁਣ ਗੱਲ ਕੀਤੀ ਹੈ ਕਿ ਬਾਈਡਨ ਸਾਹਿਬ ਨੇ ਜਿਹੜੀ ਇਹ ਗੱਲ ਉਹਨਾਂ ਨੂੰ ਸ਼ਾਇਦ ਉਹਨਾਂ ਦੇ ਜਿਹੜੇ ਇਮੀਗ੍ਰੇਸ਼ਨ ਮਿਨਿਸਟਰ ਨੇ ਉਹਨਾਂ ਨੂੰ ਕਿਹਾ ਹੋਊਗਾ ਕਿ ਜਿਹੜਾ ਇੰਡੀਆ ਵਾ ਇੱਥੋਂ ਦੇ ਜਿਹੜੇ ਬੱਚੇ ਪੜ੍ਹਨ ਲਈ ਆ ਰਹੇ ਆ ਉਹਨਾਂ ਨੂੰ ਜ਼ਰੂਰ ਜਲਦੀ ਵੀਜ਼ੇ ਜਿਹੜੇ ਉਹਨਾਂ ਦੇ ਪੂਰੇ ਕਰ ਦਿਓ, ਉਹਨਾਂ ਨੂੰ ਇਨਵਾਈਟ ਕਰ ਲਓ। ਔਰ ਇਸ ਕਰਕੇ ਇਹ ਬੱਚਿਆਂ ਨੇ ਉੱਥੇ ਜਾਣ ਦਾ ਵੱਡਾ ਯਤਨ ਕੀਤਾ। ਪਰ ਮੇਰਾ ਖਿਆਲ ਹੈ ਕਿ ਜਿੰਨੇ ਬੱਚੇ ਉੱਥੇ ਪਹੁੰਚ ਚੁੱਕੇ ਨੇ ਉਹ ਹੁਣ ਬੜੇ ਵਧੀਆ ਤਰੀਕੇ ਨਾਲ ਪੜ੍ਹਨਗੇ। ਪਰ ਜਿਹੜੇ ਲੋਕ ਇਲੀਗਲੀ ਤੌਰ 'ਤੇ ਉੱਥੇ ਰਹਿ ਰਹੇ ਸੀ ਜਾਂ ਉੱਧਰੋਂ ਦੂਸਰੇ ਪਾਸਿਓਂ ਦੀ ਆ ਰਹੇ ਕੰਧਾਂ ਟੱਪ ਕੇ, ਔਰ ਉਹ ਬੱਚੇ ਵੀ ਇਸੇ ਤਰੀਕੇ ਨਾਲ ਉੱਥੇ ਪੜ੍ਹਨ, ਉੱਥੇ ਜਾ ਕੇ ਆਪਣਾ ਕੈਰੀਅਰ ਸਟਾਰਟ ਕਰਨ। ਇਹ ਬਹੁਤ ਵੱਡੀ ਗੱਲ ਹੈ। ਬਿਲਕੁਲ ਜੀ, ਸਟੂਡੈਂਟਸ ਦਾ, ਭਾਰਤ ਦੇ ਸਟੂਡੈਂਟਸ ਦਾ ਬੜਾ ਦਬਦਬਾ ਬਣਿਆ ਹੋਇਆ ਔਰ ਇੱਕ ਛੋਟੀ ਗੱਲ ਨਹੀਂ ਹੈ। ਉਹ ਤੁਸੀਂ ਠੀਕ ਕਹਿ ਰਹੇ ਹੋ, ਇਲੀਗਲ ਤਰੀਕੇ ਨਾਲ ਜਾਣਾ ਕਿਤੇ, ਉਹ ਵਾਕਈ ਇੱਕ ਤਾਂ ਫਸਣ ਵਾਲੀ ਗੱਲ ਹੋ ਜਾਂਦੀ, ਦੂਜੀ ਉੱਤੇ ਬੇਇੱਜ਼ਤੀ ਬਹੁਤ ਹੁੰਦੀ ਹੈ ਬਹੁਤ ਔਰ ਨਾਲ ਸਾਡਾ ਭਾਰਤ ਦਾ, ਪੰਜਾਬ ਦਾ ਨਾਮ ਵੀ ਬਦਨਾਮ ਹੁੰਦਾ ਹੈ। ਸੋ ਖੈਰ, ਜਿਨ੍ਹਾਂ ਨੂੰ ਇਹ ਵੀਜ਼ੇ ਮਿਲ ਰਹੇ ਨੇ ਉਹਨਾਂ ਵੱਲੋਂ ਏਜੰਸੀਆਂ ਨੂੰ ਵੀ ਸਾਰੇ ਜਿਹੜੇ ਵੀਜ਼ੇ ਜਾਰੀ ਕਰ ਰਹੇ ਨੇ ਉਹਨਾਂ ਨੂੰ ਬਹੁਤ ਧੰਨਵਾਦ। ਤੇ ਅਸੀਂ ਸਭ ਨੂੰ ਮੁਬਾਰਕਬਾਦ ਦਿੰਦੇ ਹਾਂ ਕਿ ਤੁਹਾਡੇ ਸੁਪਨੇ ਸੱਚ ਹੋ ਰਹੇ ਨੇ। ਤੁਸੀਂ ਸਾਰੇ ਜਾਣੇ ਅਮਰੀਕਾ ਦੇ ਵਿੱਚ ਜਾ ਕੇ ਆਪਣੀ ਸਟੱਡੀ ਕਰਦੇ ਪਏ ਹੋ। ਸੋ ਹੁਣ ਆਪਾਂ ਆਪਣੇ ਭਾਰਤ ਵਾਪਸ ਆਉਂਦੇ ਹਾਂ ਔਰ ਦੋ ਯਾਤਰਾਵਾਂ ਦੀ ਗੱਲ ਕਰਾਂਗੇ। ਪਹਿਲੀ ਯਾਤਰਾ ਤਾਂ ਕੇਜਰੀਵਾਲ ਸਾਹਿਬ ਨੇ ਕੱਢੀ ਹੈ, ਆਦਮਪੁਰ ਤਿਰੰਗਾ ਯਾਤਰਾ। ਤੇ ਦੂਜੀ ਰਾਹੁਲ ਗਾਂਧੀ ਦੀ ਯਾਤਰਾ ਬਾਰੇ ਵੀ ਗੱਲ ਕਰਾਂਗੇ ਜਿਹੜੀ ਉਹਨਾਂ ਨੇ ਸ਼ੁਰੂ ਕੀਤੀ ਹੈ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ, ਭਾਰਤ ਜੋੜੋ। ਕਿਸੇ ਵਕਤ ਅੰਗਰੇਜ਼ਾਂ ਦਾ 1942 ਦੇ ਵਿੱਚ ਅਸੀਂ ਵਿਰੋਧ ਕੀਤਾ ਸੀ, ਭਾਰਤ ਛੋੜੋ। ਇਹ ਭਾਰਤ ਜੋੜੋ ਦੀ ਗੱਲ ਕਰਦੇ ਨੇ। ਖੈਰ, ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਪਹਿਲਾਂ ਕੇਜਰੀਵਾਲ ਸਾਹਿਬ ਦੀ ਜਿਹੜੀ ਆਦਮਪੁਰ ਦੀ ਤਿਰੰਗਾ ਯਾਤਰਾ ਹੈ ਉਹਦੇ ਬਾਰੇ ਗੱਲਬਾਤ ਕਰਦੇ ਹਾਂ ਕਿ ਉਹ ਵੀ ਇੱਕ ਇੱਦਾਂ ਦੀ ਮੁਹਿੰਮ ਲੈ ਕੇ ਚੱਲਦੇ ਪਏ ਨੇ। ਏਕਾ ਹੋਣਾ ਚਾਹੀਦਾ, ਇਕੱਠੇ ਮਿਲ ਕੇ ਕੰਮ ਕਰੀਏ। ਹਾਂ, ਤੁਸੀਂ ਵਧੀਆ ਗੱਲ ਕੀਤੀ। ਤੁਸੀਂ ਇੱਕਦਮ ਹਵਾਈ ਉਡਾਨ ਤੋਂ ਜ਼ਮੀਨ 'ਤੇ ਲੈਣ ਦਾ ਯਾਤਰਾ ਜ਼ਮੀਨ 'ਤੇ ਤੁਰ ਰਹੇ ਨੇ ਉਹ। ਔਰ ਯਾਤਰਾ ਜਿਹੜੀ ਪੈਦਲ ਯਾਤਰਾ ਹੈਗੀ ਆ ਔਰ ਕੇਜਰੀਵਾਲ ਸਾਹਿਬ ਉਹਦੇ 'ਚ ਸ਼ਾਮਲ ਨੇ ਔਰ ਉਹਦੇ 'ਚ ਭਗਵੰਤ ਮਾਨ ਜੀ ਵੀ ਦੋਵੇਂ ਇਕੱਠੇ ਹੋ ਕੇ ਗਏ ਨੇ। ਔਰ ਇਹ ਜਿਹੜੀ ਝੰਡਾ ਯਾਤਰਾ ਹੈ ਇਹ ਖਾਸ ਤੌਰ 'ਤੇ ਆਦਮਪੁਰ ਦਾ ਇਲਾਕਾ ਵਾ ਜਿਹੜਾ ਹਰਿਆਣਾ ਦੇ ਵਿੱਚ ਇਹਨਾਂ ਨੇ ਬਣਾ ਕੇ ਕੀਤਾ, ਕਿਉਂਕਿ ਹਰਿਆਣਾ ਦੀ ਇਲੈਕਸ਼ਨ ਆ ਗਈ। ਉਹਦੇ ਵਿੱਚ ਇਹਨਾਂ ਨੇ ਆਪਣਾ ਪੈਗਾਮ, ਆਪਣੀ ਜੋ ਕੁਝ ਕੰਮ ਕੀਤੇ ਆ ਉਹ ਸਾਰਾ ਲੋਕਾਂ ਤੱਕ ਪਹੁੰਚਾਏ ਆ ਕਿ ਆਪ ਨੂੰ ਜਿਹੜੀ ਉੱਥੇ ਬਹੁਮਤ ਮਿਲ ਜੇ। ਇਸ ਕਰਕੇ ਇਹਨਾਂ ਨੇ ਇਸ ਯਾਤਰਾ ਦੀ ਸ਼ੁਰੂਆਤ ਕੀਤੀ ਔਰ ਇਹ ਬਿਲਕੁਲ ਪੈਦਲ ਯਾਤਰਾ ਸੀਗੀ। ਇਹਦੇ ਵਿੱਚ ਬਹੁਤ ਇਹਨਾਂ ਨੇ ਲਾਮ ਲਸ਼ਕਰ ਆਪਣੇ ਨਾਲ ਲੈ ਕੇ ਗਏ ਸਾਰੇ ਉਹਦੇ ਵਿੱਚ। ਔਰ ਉਹਦੇ ਵਿੱਚ ਇਹਨਾਂ ਨੇ ਭਾਸ਼ਣ ਵੀ ਜਿਹੜੇ ਕੀਤੇ ਆ ਲੋਕਾਂ ਲਈ ਔਰ ਲੋਕ ਵੀ ਇਹਦੇ ਵਿੱਚ ਬਹੁਤ ਸ਼ਾਮਲ ਹੋਏ।
ਪਰ ਇਹਦੇ ਵਿੱਚ ਉਹ ਇਲਾਕਾ ਸੀਗਾ ਜਿਹਦੇ ਵਿੱਚ ਇੱਕ ਇਹਨਾਂ ਦਾ ਵਿਧਾਇਕ ਸੀ ਉੱਥੇ ਜਿਹੜਾ ਭਾਜਪਾ ਨੂੰ ਛੱਡ ਕੇ ਕਾਂਗਰਸ ਚਲੇ ਗਿਆ, ਔਰ ਉਹਦੇ ਵਿੱਚ ਉਹ ਇਲਾਕੇ ਦੇ ਵਿੱਚ ਉਹ ਜਿਹੜੇ ਵਿਧਾਇਕ ਆ ਉਹ ਸ਼ਾਇਦ ਨਹੀਂ ਆਏ, ਪਰ ਫਿਰ ਵੀ ਇਹਨਾਂ ਦੇ ਆਪ ਦੇ ਜਿਹੜੇ ਲੋਕ ਸੀ ਉੱਥੇ ਪਾਰਟੀ ਦੇ, ਉਹਨਾਂ ਲੋਕਾਂ ਨੇ ਇਹਨਾਂ ਨੂੰ ਵੈਲਕਮ ਕੀਤਾ, ਸਵਾਗਤ ਕੀਤਾ, ਔਰ ਇਹਨਾਂ ਨੇ ਸਾਰਾ ਆਪਣਾ ਜਿਹੜਾ ਨਾਮ ਲਸ਼ਕਰ ਸੀ ਉਹ ਗਲੀਆਂ 'ਚ ਕਮਾਇਆ, ਔਰ ਇੱਕ ਇੱਕ ਬੰਦੇ ਨਾਲ ਕਹਿੰਦੇ ਗੱਲ ਵੀ ਕੀਤੀ ਹੈ। ਦੇਖੋ ਇਹ ਕਿੰਨੇ ਗੱਲ ਹੁੰਦੀ ਹੈ। ਦੇਖੋ ਇੱਕ ਪਾਸੇ ਹੁੰਦਾ ਇਹ ਉਦੋਂ ਹੁੰਦਾ ਜਦੋਂ ਮਤਲਬ ਦੀ ਦੁਨੀਆ ਕਹਿੰਦੇ ਨੇ ਕਿ ਮਤਲਬ ਹੈਗਾ ਹੁਣ ਇਸ ਕਰਕੇ ਇਹਨਾਂ ਦੱਸਿਆ ਵੀ ਅਸੀਂ ਬਿਜਲੀ ਵੀ ਬਹੁਤ ਦਿੱਤੀ ਆ ਪੰਜਾਬ ਦਾ ਵਿੱਚ, ਤੁਹਾਡੇ ਗੁਆਂਢੀ ਪ੍ਰਦੇਸ਼ 'ਚ ਕਿੰਨਾ ਕੁਝ ਦਿੱਤਾ। ਦੂਜਾ ਅਸੀਂ ਜਿਹੜੇ ਨਾਲ ਉੱਥੇ ਹੈਲਥ ਸਕੀਮ ਜਿਹੜੀ ਹੈਗੀਆਂ, ਸਾਡੀ ਸਿਹਤ ਨੀਤੀ ਆ, ਉਹ ਵੀ ਦੇਖੋ ਕਿੰਨੀ ਵਧੀਆ ਕੀਤੀ ਆ, ਔਰ ਬੇਸ਼ੁਮਾਰ ਲੋਕ ਉੱਥੇ ਖੁਸ਼ ਨੇ ਕਿਉਂਕਿ ਕਹਿਣਗੇ, ਔਰ ਉਹ ਕੰਮ ਕੀਤਾ ਜਿੰਨਾ ਛੋਟਾ ਮੋਟਾ ਕੰਮ ਕੀਤਾ। ਅਜੇ ਸਮਾਂ ਵੀ ਥੋੜ੍ਹਾ ਹੈਗਾ ਕਿਉਂਕਿ ਹਰਿਆਣਾ ਸਾਡਾ ਗੁਆਂਢੀ ਰਾਜ ਹੈ, ਔਰ ਉਹਦੇ ਨਾਲ ਇਹਨਾਂ ਨੇ ਜਿਹੜੀ ਉਦਾਹਰਣ ਦੇਣਗੇ ਪੰਜਾਬ ਦੀ ਦੇਣਗੇ। ਪੰਜਾਬ ਦੇ ਵਿੱਚ ਅਸੀਂ ਕੀ ਕੀਤਾ, ਚੰਡੀਗੜ੍ਹ ਵਿੱਚ ਕੀ ਕੀਤਾ, ਔਰ ਅੰਮ੍ਰਿਤਸਰ ਦੇ ਵਿੱਚ ਕੀ ਕੀਤਾ, ਜਿੱਥੇ ਜਿੱਥੇ ਅਸੀਂ ਯਾਤਰਾਵਾਂ ਕੀਤੀਆਂ ਉਹ ਸਾਡੀਆਂ ਮੂੰਹ ਬੋਲਦੀਆਂ ਤਸਵੀਰਾਂ ਨੇ। ਸ਼ਕਤੀ ਪ੍ਰਦਰਸ਼ਨ ਕੀਤਾ। ਹਾਂ, ਸ਼ਕਤੀ ਪ੍ਰਦਰਸ਼ਨ ਕੀਤਾ। ਉਹਦੇ ਵਿੱਚ ਇਹਨਾਂ ਨੇ ਇਹ ਗੱਲਾਂ ਕਹਿ ਕੇ ਤੇ ਲੋਕਾਂ ਨੂੰ ਭਰਮਾਇਆ ਵੀ ਹੈ ਤੇ ਲੋਕਾਂ ਨੂੰ ਸੁਣਾਇਆ ਵੀ ਹੈ, ਔਰ ਉਦਾਹਰਣਾਂ ਜਿਹੜੀਆਂ ਦਿੱਤੀਆਂ ਕੁਝ ਸੱਚ ਵੀ ਹੈਗਾ ਉਹਦੇ ਵਿੱਚ ਹੈਗਾ। ਜਦੋਂ ਲੀਡਰ ਬੋਲਦਾ ਹੈ ਨਾ, ਜਦੋਂ ਉਹਨੇ 100% ਗੱਲ ਕਰਨੀ ਆ, ਉਹਦੇ ਵਿੱਚੋਂ ਅੱਧੀ ਕੁ ਜਿਹੜੀ ਹੈਗੀ ਉਹ ਇੱਧਰ ਉੱਧਰ ਦੀਆਂ ਗੱਲਾਂ ਵੀ ਹੁੰਦੀਆਂ। ਲੀਡਰ ਦੇ ਮੂੰਹ 'ਚੋਂ ਬੜਾ ਕੁਝ ਨਿਕਲਦਾ, ਹੋ ਸਕਦਾ ਉਹ ਆਂਦਾ ਵੀ ਅਜੇ ਕਰਨੀ ਆ ਵਾ ਜਾਂ ਕੁਝ ਕਰ ਚੁੱਕੇ ਆ, ਪਰ ਲੋਕਾਂ ਨੂੰ ਸਮਝ ਆ ਜਾਂਦੀ ਹੈ ਖੰਨਾ ਜੀ, ਉਹ ਇਸ ਗੱਲ ਤੋਂ ਜਾਣੂ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਵੋਟ ਪਾਉਣੀ ਕਿਉਂਕਿ ਅੱਗੇ ਪਹਿਲਾਂ ਪਲਾਨਿੰਗ ਬਣੀ ਹੁੰਦੀ। ਪਰ ਇਸ ਪਾਰਟੀ ਦਾ ਹਿੰਦੁਸਤਾਨ 'ਚ ਇਸ ਵੇਲੇ ਥੋੜ੍ਹਾ ਜਿਹਾ ਨਾਂ ਬਣ ਗਿਆ, ਲੋਕ ਚਾਹ ਰਹੇ ਆ ਇਸ ਪਾਰਟੀ ਨੂੰ, ਔਰ ਮੇਰਾ ਖਿਆਲ ਹੈ ਕਿ ਲੋਕ ਜਾਣੂ ਨੇ ਹਰ ਗੱਲ ਤੋਂ। ਅੱਗੇ ਉਹਨਾਂ ਦਾ ਕੀ ਡਿਸੀਜਨ ਹੈਗਾ, ਲੋਕ ਪੜ੍ਹੇ ਲਿਖੇ ਆ, ਉਹਨਾਂ ਨੂੰ ਵੋਟ ਪਾਉਣ ਦਾ ਹੱਕ ਹੈ, ਪਤਾ ਹੈਗਾ ਲੋਕਤੰਤਰ ਹੈ, ਕਿੱਧਰ ਪਾਉਣੀ ਆ ਉਹ ਆਪ ਸੂਝਵਾਨ ਨੇ। ਉਹ ਹਮੇਸ਼ਾ ਦਿੱਲੀ ਮਾਡਲ ਦੀ ਉਹ ਗੱਲ ਕਰਨਗੇ ਜਿਵੇਂ ਮੋਦੀ ਸਾਹਿਬ ਗੁਜਰਾਤ ਮਾਡਲ ਦੀ ਗੱਲ ਕਰਦੇ ਨੇ, ਠੀਕ ਉਸੇ ਤਰ੍ਹਾਂ ਦਿੱਲੀ ਮਾਡਲ ਕਾਮਯਾਬ ਰਿਹਾ, ਦਿੱਲੀ ਕਾਮਯਾਬ ਰਹੀ। ਹਾਲਾਂਕਿ ਦਿੱਲੀ ਇੱਕ ਛੋਟਾ ਜਿਹਾ ਏਰੀਆ ਜਿਹੜਾ ਉਹਨਾਂ ਦੇ ਕੋਲ ਹੈ, ਮਿਊਨਿਸਪਲ ਕਾਰਪੋਰੇਸ਼ਨ ਜਿੰਨਾ ਹੀ ਹੈ, ਉਹ ਸਟੇਟ ਨਹੀਂ ਹੈ, ਠੀਕ ਹੈ, ਉੱਥੇ ਤੁਹਾਡਾ ਐਕਸਪੈਰੀਮੈਂਟ ਜਿੱਦਾਂ ਚੱਲ ਰਿਹਾ, ਸੇਮ ਮਾਡਲ ਤੁਸੀਂ ਪੰਜਾਬ ਵਿੱਚ ਲੈ ਕੇ ਆ ਰਹੇ ਹੋ, ਔਰ ਪੰਜਾਬ ਦੇ ਲੋਕ ਇਸ ਚੀਜ਼ ਨੂੰ ਸਵੀਕਾਰ ਨਹੀਂ ਕਰ ਰਹੇ। ਚਲੋ ਜੋ ਵੀ ਹੈ, ਜਿੱਥੋਂ ਵੀ ਚੰਗੀਆਂ ਚੀਜ਼ਾਂ ਮਿਲਣ ਉਹ ਜ਼ਰੂਰ ਲੈਣੀਆਂ ਚਾਹੀਦੀਆਂ ਨੇ, ਛੋਟਾ ਵੱਡਾ ਜੋ ਵੀ ਹੈ ਗੱਲ ਸਭ ਕੁਝ ਹੈ, ਪਰ ਇਹ ਸਟੇਟ ਹੈ, ਹੁਣ ਸਟੇਟ ਨੂੰ ਤੁਸੀਂ ਸਾਂਭਿਆ ਤਕਰੀਬਨ 5 ਮਹੀਨੇ ਬੀਤ ਚੁੱਕੇ ਨੇ, ਜੋ ਵੀ ਤੁਸੀਂ ਕਾਰਗੁਜ਼ਾਰੀ ਕਰਦੇ ਪਏ ਹੋ ਸਭ ਦੇ ਸਾਹਮਣੇ ਹੈ। ਹੁਣ ਉਸੇ ਚੀਜ਼ ਨੂੰ ਤੁਸੀਂ ਐਡ ਅਪ ਕਰਦੇ ਪਏ ਹੋ ਕਿ ਜਿੱਥੇ ਜਿੱਥੇ ਇਲੈਕਸ਼ਨਸ ਹੋਣੀਆਂ ਨੇ, ਦਿੱਲੀ ਦਾ ਰੈਫਰੈਂਸ, ਪੰਜਾਬ ਦਾ ਰੈਫਰੈਂਸ ਦੇ ਕੇ ਤੁਸੀਂ ਉੱਥੇ ਵੀ ਜਾ ਕੇ ਉੱਥੋਂ ਦਾ ਕਿਲਾ ਵੀ ਜਿੱਤਣਾ ਚਾਹੁੰਦੇ ਹੋ ਕਿ ਉੱਥੇ ਵੀ ਤੁਹਾਡੀ ਸਰਕਾਰ ਬਣ ਜਾਏ, ਠੀਕ ਹੈ, ਉਹਦੇ ਵਿੱਚ ਤੁਸੀਂ ਕੋਸ਼ਿਸ਼ਾਂ ਕਰਦੇ ਪਏ ਹੋ। ਹਾਂ, ਕਈ ਵਾਰ ਇਹ ਵੀ ਧਿਆਨ ਜਾਂਦਾ ਕਿ ਸਾਡੇ ਪੰਜਾਬ ਦੇ ਖਜ਼ਾਨੇ ਦਾ ਬਜਟ ਉੱਥੇ ਇਸਤੇਮਾਲ ਹੁੰਦਾ, ਜਿਹੜੀਆਂ ਐਡਵਰਟਾਈਜ਼ਮੈਂਟਸ ਜਾਂਦੀਆਂ ਪਈਆਂ ਨੇ, ਜਾਂਦਾ ਕਰਦਾ, ਤਾਂ ਇਹ ਵੀ ਅਸੀਂ ਸੋਚਦੇ ਹਾਂ। ਚਲੋ ਖੈਰ, ਤੁਸੀਂ ਆਪਣੀ ਪਾਰਟੀ ਨੂੰ ਰਲ ਮਿਲ ਕੇ ਨੈਸ਼ਨਲ ਲੈਵਲ ਤੇ ਲਿਆਉਣਾ ਚਾਹੁੰਦੇ ਹੋ ਕਿ ਅਸੀਂ 2024 ਦੀਆਂ ਇਲੈਕਸ਼ਨਸ ਵਾਸਤੇ ਤਿਆਰ ਹੋ ਸਕੀਏ, ਔਰ ਬੀਜੇਪੀ ਦੇ ਸਾਹਮਣੇ ਇੱਕ ਮਜ਼ਬੂਤ ਵਿਰੋਧੀ ਧਿਰ ਦੇ ਰੂਪ ਦੇ ਵਿੱਚ ਸਥਾਪਿਤ ਹੋ ਕੇ ਉਹਨਾਂ ਨੂੰ ਚੈਲੰਜ ਕਰ ਸਕੀਏ 2024 ਦੀਆਂ ਇਲੈਕਸ਼ਨਸ ਦੇ ਵਿੱਚ। ਇਹ ਸਾਰੀ ਤਿਆਰੀ ਉਹੀ ਚੱਲਦੀ ਪਈ ਹੈ, ਔਰ ਯਾਤਰਾ ਹੁਣ ਸ਼ੁਰੂ ਕਰਨੀ ਹੈ ਨਾ, ਇਲੈਕਸ਼ਨ ਆ ਰਹੀ ਹੈ। ਯਾਤਰਾ ਦਾ ਮਤਲਬ ਹੈ ਕਿ ਲੋਕਾਂ ਦੇ ਨੇੜੇ ਜਾਣਾ, ਲੋਕਾਂ ਨੂੰ ਭਰਮਾਉਣਾ, ਲੋਕਾਂ ਨੂੰ ਦੱਸਣਾ ਕਿ ਅਸੀਂ ਆਹ ਕੰਮ ਕਰ ਚੁੱਕੇ ਹਾਂ ਤਾਂ ਵੋਟਾਂ ਸਾਨੂੰ ਪਾਓ। ਬਿਲਕੁਲ, ਜਦੋਂ ਆਪਾਂ ਆਜ਼ਾਦੀ ਲੈਣੀ ਸੀ ਉਦੋਂ ਵੀ ਇਹ ਯਾਤਰਾਵਾਂ ਕਰਦੇ ਸੀ, ਉਹ ਦੇਸ਼ ਭਗਤ ਕਰਦੇ ਸੀ। ਮਹਾਤਮਾ ਗਾਂਧੀ ਦੀਆਂ ਤੇ ਯਾਤਰਾਵਾਂ ਬਹੁਤ ਮਸ਼ਹੂਰ ਨੇ, ਪੈਦਲ ਜਾਂਦੇ ਸੀ ਜਿੱਥੇ ਵੀ ਜਾਂਦੇ ਸੀ, ਹੋਰ ਵੀ ਸਾਰੇ ਦੇਸ਼ ਭਗਤ ਇੱਦਾਂ ਜਾਂਦੇ ਹੁੰਦੇ ਸੀ। ਰੱਥ ਯਾਤਰਾ ਵੀ ਕਰਦੇ ਰਹੇ, ਰੱਥ ਯਾਤਰਾ ਤੇ ਬੀਜੇਪੀ ਨੇ ਕੀਤੀ ਹੈ ਨਾ, ਉਹ ਤਾਂ ਆਜ਼ਾਦੀ ਤੋਂ ਬਾਅਦ ਕੀਤੀ ਹੈ। 2004 ਦੇ ਵਿੱਚ ਵੀ ਕੀਤੀ ਇਹਨਾਂ ਨੇ ਰੱਥ ਯਾਤਰਾ, ਬਿਹਾਰ 'ਚ ਯੂਪੀ 'ਚ ਵੀ ਕੀਤੀ ਆ, ਉਦੋਂ ਅਡਵਾਨੀ ਸਾਹਿਬ ਸੀਗੇ ਲੀਡ ਕਰਦੇ, ਉਹ ਟਾਈਮ ਦੀ ਗੱਲ ਹੈ। ਰੱਥ ਯਾਤਰਾ ਸਿਨਹਾ ਜੀ ਸੀਗੇ, ਬੜੇ ਬਿਲਕੁਲ ਜੀ। ਸੋ ਇਹ ਯਾਤਰਾਵਾਂ ਚੱਲਦੀਆਂ ਹੀ ਰਹਿੰਦੀਆਂ ਨੇ, ਪਦ ਯਾਤਰਾ, ਸ਼ਾਂਤੀ ਯਾਤਰਾ, ਵਿਸ਼ਵ ਸ਼ਾਂਤੀ ਯਾਤਰਾ, ਤਿਰੰਗਾ ਯਾਤਰਾ, ਰੱਥ ਯਾਤਰਾ। ਹੁਣ ਰਾਹੁਲ ਗਾਂਧੀ ਦੀ ਯਾਤਰਾ ਤੇ ਵੀ ਆ ਜਾਂਦੇ ਆ, ਜ਼ਰੂਰ ਭਾਰਤ ਜੋੜੋ ਯਾਤਰਾ, ਉਹ ਕਾਂਗਰਸ ਆਈ ਵੱਲੋਂ ਚੱਲ ਰਹੀ ਆ, ਔਰ ਸ਼ੁਰੂ ਹੋਈ ਹੈ ਉਹ ਕੰਨਿਆ ਕੁਮਾਰੀ ਤੋਂ ਕਸ਼ਮੀਰ ਵੱਲ ਜਾਣੀ ਹੈ। ਅੱਗੇ ਕਿ ਲੋਕ ਕਹਿੰਦੇ ਵੀ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਭਾਰਤ ਇੱਕ ਹੈ, ਭਾਰਤ ਦੀ ਏਕਤਾ ਵਾ, ਭਾਰਤ ਵਿੱਚ ਏਕਤਾ ਵਿੱਚ ਅਨੇਕਤਾ ਵਾ। ਔਰ ਇਹਦੇ ਵਿੱਚ ਇਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਹੁਣ ਸ਼ੁਰੂ ਕਰ ਦਿੱਤੀ ਯਾਤਰਾ, ਇਹ ਕਿ 2.5-3 ਦਿਨ ਦੀ ਯਾਤਰਾ ਹੈਗੀ ਹੈ, ਅੱਜ ਤੋਂ ਸ਼ੁਰੂ ਕਰ ਦਿੱਤੀ ਹੈ। ਲੀਡ ਇਹ ਕਰ ਰਹੇ ਆ ਕਿਉਂਕਿ ਇਹ ਆਗੂ ਨੇ ਕਾਂਗਰਸ ਦੇ, ਔਰ ਉਹਦੇ ਵਿੱਚ ਜਿਹੜਾ ਕਸ਼ਮੀਰ ਹੈ ਇਹਨਾਂ ਦਾ ਆਪਣਾ ਜੱਦੀ ਏਰੀਆ ਵਾ, ਉੱਥੇ ਜੱਦੀ ਪੁਸ਼ਤੀ ਰਹੇ ਵੀ ਆ, ਔਰ ਉਹਦੇ ਵਿੱਚ ਫਾਰੂਕ ਅਬਦੁੱਲਾ ਜੀ ਹੈ, ਔਰ ਉਹਨਾਂ ਦੇ ਨਾਲ ਗੁਲਾਮ ਨਬੀ ਆਜ਼ਾਦ ਜੀ ਵੀ ਹੈ ਸਾਰੇ, ਕਿਉਂਕਿ ਉਹਨਾਂ ਨੇ ਆਪਣੀ ਪਾਰਟੀ ਤੇ ਵੱਖਰੀ ਬਣਾ ਲਈ ਹੈ। ਪਰ ਬੇਸਿਕਲੀ ਜਿਹੜੇ ਕਾਂਗਰਸ ਦੇ ਨਾਲ ਇਸ ਨਾਲ ਜਥੇਬੰਦਕ ਨੇ, ਜਥੇਬੰਦੀ 'ਚ ਸ਼ਾਮਲ ਨੇ, ਉਹਨਾਂ ਨੇ ਉਸ ਯਾਤਰਾ ਦਾ ਬਿਲਕੁਲ ਭਰਵਾਂ ਸਵਾਗਤ ਕੀਤਾ। ਔਰ ਇਹ ਜਿਹੜੀ ਯਾਤਰਾ ਵਾ ਇਹ 3250 ਕਿਲੋਮੀਟਰ ਤੱਕ ਹੈਗੀ ਹੈ ਇਹਦੇ ਵਿੱਚ ਯਾਤਰਾ, ਔਰ ਬੜੇ ਫਾਸਟ ਚੱਲ ਰਹੇ ਆ, ਔਰ ਮੈਨ ਟੂ ਮੈਨ ਮਿਲ ਰਹੇ ਆ, ਡੋਰ ਟੂ ਡੋਰ ਜਾ ਰਹੇ ਆ ਲੋਕਾਂ ਤੱਕ, ਗਲੀਆਂ ਗੁਆਂਢਾਂ 'ਚ ਲੋਕ ਗੱਲਾਂ ਕਰਦੇ ਉਹਨਾਂ ਨਾਲ। ਔਰ ਉਹਦੇ ਵਿੱਚ ਪੈਸਾ ਜਿਹੜਾ ਪਾਰਟੀ ਲਾ ਰਹੀ ਹੈ ਖਾਣ ਪੀਣ ਦਾ,
ਰਹਿਣ ਸਹਿਣ ਦਾ ਜਾਂ ਉੱਥੇ ਹੋਟਲਾਂ 'ਚ ਵੀ ਬੈਠਣ ਦਾ ਉਹਨਾਂ ਕੋਲ ਹੈਗਾ, ਕਿਉਂਕਿ ਪੈਸਾ ਹੈਗਾ। ਔਰ ਯੂਥ ਕਾਂਗਰਸ ਦੇ ਲੀਡਰ ਵੀ ਉਹਦੇ ਨਾਲ ਗਏ ਆ। ਐਤਕੀ ਇਹਨਾਂ ਨੇ ਇਹ ਯਾਤਰਾ ਜਿਹੜੀ ਹੈਗੀ ਹੈ, ਭਾਰਤ ਜੋੜੋ ਦਾ ਜਿਹੜਾ ਨਾਅਰਾ ਦਿੱਤਾ, ਇਹਦੇ ਵਿੱਚ ਇਹਨਾਂ ਨੇ ਇਹ ਗੱਲ ਕੀਤੀ ਹੈ ਕਿ ਇਹਨਾਂ ਨੂੰ ਪਤਾ ਹੈ ਕਿ ਇਹ ਤਾਂ ਸਾਰਾ ਖਿੰਡ ਪੁੰਡ ਗਿਆ। ਭਾਰਤ ਤਾਂ ਇੱਕੋ ਹੀ ਹੈ, ਭਾਰਤ ਵਿੱਚ ਤਾਂ ਏਕਤਾ ਵਾ, ਉਹਦੇ ਵਿੱਚ ਪਾਰਟੀ ਖਿੰਡ ਗਈ ਸੀ। ਪਾਰਟੀ ਦੇ ਜਿੰਨੇ ਵੀ ਲੀਡਰ ਹੈ ਉੱਥੋਂ ਦਿੱਲੀ ਤੋਂ ਲੈ ਕੇ ਹੈੱਡ ਆਫਿਸ ਤੋਂ ਲੈ ਕੇ ਸਟੇਟਾਂ 'ਚ, ਤੁਸੀਂ ਜੇ ਗੱਲ ਪੰਜਾਬ ਦੀ ਕਰੋ ਤਾਂ ਪੰਜਾਬ ਵਿੱਚ ਕੀ ਹਾਲ ਹੋ ਗਿਆ ਤੁਹਾਨੂੰ ਪਤਾ ਕਿ ਇਹਦੇ ਵਿੱਚੋਂ ਜਿਹੜੀਆਂ ਵੱਡੇ ਆਪਣੇ ਤਨੰਤਰ ਕਹਿੰਦੇ ਸੀ ਇਸ ਪਾਰਟੀ ਦੇ, ਉਹ ਵੀ ਇਸ ਨੂੰ ਅਲਵਿਦਾ ਕਹਿ ਕੇ ਕੋਈ ਬੀਜੇਪੀ 'ਚ ਜਾ ਵੜਿਆ, ਕੋਈ ਦੂਜੀਆਂ ਪਾਰਟੀਆਂ ਆਪਣੀ ਆਪ ਬਣਾ ਰਹੀਆਂ। ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਆਪ ਹੀ ਬਣਾ ਲਈ, ਲੋਕ ਕਾਂਗਰਸ। ਔਰ ਇਹਦਾ ਇਸ ਵੇਲੇ ਇਹ ਹਾਲ ਹੋ ਗਿਆ ਜਿਹਨੂੰ ਕਹਿੰਦੇ ਨੇ ਕਿ ਡਾਊਨਫਾਲ ਹੈ, ਜਿਹਦੇ ਵਿੱਚ ਪਤਨ ਹੋ ਗਿਆ ਕਾਂਗਰਸ ਦਾ। ਔਰ ਉਹਨੂੰ ਦੁਬਾਰਾ ਜੋੜਨ ਲਈ ਇਹਨਾਂ ਨੇ ਆਪਣੇ ਆਪ ਨੂੰ ਭਾਰਤ ਜੋੜਨ ਦੀ ਮਤਲਬ ਨਹੀਂ, ਰਿਵਾਈਵ ਕਰਦੇ ਪਹਿਲੇ ਰਿਵਾਈਵ ਕਰ ਰਹੇ ਆ। ਇਹਨਾਂ ਆਪਣੀ ਪਾਰਟੀ ਨੂੰ ਜੋੜਿਆ ਜਿਹੜੀ ਟੁੱਟ ਚੁੱਕੀ ਪਾਰਟੀ ਸੀ। ਇਹਨਾਂ ਨੇ ਉਹ ਕਿਹਾ, ਇਹਨਾਂ ਨੂੰ ਪਤਾ ਲੱਗਾ ਕਿ ਜੇ ਹੁਣ ਨਾ ਇਹ ਚੁੱਕਿਆ ਮੁੱਦਾ, ਜੇ ਹੁਣ ਨਾ ਯਤਨ ਕੀਤਾ ਤੇ ਹੋ ਸਕਦਾ ਵੀ ਇਹ ਬਿਲਕੁਲ ਖੇਰੂ ਹੋ ਜੂਗੀ, ਇਹ 'ਚੋਂ ਲੱਭਣਾ ਹੀ ਕੁਝ ਨਹੀਂ ਗਾ। ਇਸ ਕਰਕੇ ਇਹਨਾਂ ਨੇ ਇਹ ਆਪਣਾ ਜਿਹੜਾ ਸਾਰੀ ਪਾਰਟੀਆਂ ਦੇ ਲੀਡਰਾਂ ਨੂੰ ਇਕੱਠਾ ਕਰਕੇ ਇਹਨਾਂ ਕਿਹਾ ਭਾਸ਼ਣ ਕਰੋ, ਬੋਲੋ, ਲੋਕਾਂ ਤੱਕ ਜਾਓ, ਕਰੋ ਜਾ ਕੇ, ਨਹੀਂ ਤਾਂ ਪਾਰਟੀ ਤਾਂ ਫਿਰ ਸਾਰੀ ਇਕਾਈਆਂ ਵੱਖਰੀਆਂ ਬਣ ਗਈਆਂ। ਜਿੱਦਾਂ ਪਹਿਲਾਂ ਹਿੰਦੁਸਤਾਨ ਦੀਆਂ ਨਾ ਰਿਆਸਤਾਂ ਸੀਗੀਆਂ, ਹਰ ਪਾਸੇ ਰਿਆਸਤ ਸੀ, ਹਰ ਪਾਸੇ ਆਪਣੀ ਰਿਆਸਤ ਸੀਗੀ। ਅੰਗਰੇਜ਼ਾਂ ਨੂੰ ਲੱਗਾ ਪਤਾ ਕਿ ਇੱਥੇ ਤਾਂ ਯਾਰ ਰਿਆਸਤ ਹੀ ਹੈਗੀ, ਤਾਂ ਜਦੋਂ ਮਰਜ਼ੀ ਇਹਨਾਂ ਨੂੰ ਤੋੜ ਸਕਦੇ, ਕਿਉਂਕਿ ਯੂਨਾਈਟ ਹੈ ਨਹੀਂ ਗੇ। ਮਰਾਠੇ ਕਿਸੇ ਪਾਸੇ, ਰਾਜਪੂਤ ਕਿਸੇ ਪਾਸੇ ਆ, ਜਿਹੜੇ ਸਿੱਖ ਕੌਮ ਆ, ਮਹਾਰਾਜਾ ਰਣਜੀਤ ਸਿੰਘ ਦੂਜੇ ਪਾਸੇ ਆ। ਉਹਨਾਂ ਨੇ ਇਸ ਗੱਲ ਨੂੰ ਭਾਪ ਕੇ ਸਾਰਾ ਕੁਝ ਕਰਕੇ ਰਾਜ ਆਪਣਾ ਸਥਾਪਿਤ ਕਰ ਲਿਆ। ਇਹੀ ਹਾਲ ਹੁਣ ਕਾਂਗਰਸ ਦਾ, ਕਿਉਂਕਿ ਸਾਡੇ ਜਿਹੜੀ ਇਹ ਹਿੰਦੁਸਤਾਨ ਦੀ ਹੈਗੀ ਆ ਨਾ ਸੋਚ, ਇਹ ਸਾਡੀ ਵੱਖਰੀ ਆ। ਚੌਧਰਪੁਣਾ ਕਰਨਾ ਚਾਹ ਰਹੇ ਹਾਂ ਅਸੀਂ, ਕਿਸੇ ਦੇ ਥੱਲੇ ਕੰਮ ਨਹੀਂ ਕਰਦੇ, ਪਰ ਬਾਹਰਲੇ ਦੇ ਥੱਲੇ ਹੀ ਕੰਮ ਕਰ ਲਾਂਗੇ। ਅੰਗਰੇਜ਼ਾਂ ਦੇ ਥੱਲੇ ਪੰਜਾਬ ਦੇ ਜਿੰਨੇ ਵੀ ਸਨੀਕ ਆ 200 ਸਾਲ ਤੋਂ ਉੱਤੇ ਕਰ ਲਿਆ ਕੰਮ, ਪਰ ਹੁਣ ਅਸੀਂ ਦੂਜੇ ਪਾਸੇ ਜਦੋਂ ਆਉਂਦੇ ਫਿਰ ਰੌਲਾ, ਫਿਰ ਬਗਾਵਤ, ਫਿਰ ਲਾਠੀ ਚਾਰਜ, ਫਿਰ ਬੜਾ ਕੁਛ। ਇਹ ਗੱਲ ਸਾਡੀ ਸੋਚ ਆ। ਦੇਖੋ ਸੋਚ ਤੇ ਹੈ, ਔਰ ਸੋਚ ਚੰਗੀ ਹੋਵੇ, ਪੁਖਤਾ ਹੋਵੇ ਤਾਂ ਬਹੁਤ ਵਧੀਆ, ਕਿਉਂਕਿ ਆਜ਼ਾਦੀ ਤੋਂ ਬਾਅਦ ਸਾਡੀ ਸੋਚ ਬਦਲਣੀ ਚਾਹੀਦੀ ਸੀ। ਜਦੋਂ ਤੱਕ ਸੋਚ ਨਹੀਂ ਬਦਲੇਗੀ ਉਦੋਂ ਤੱਕ ਕੁਝ ਨਹੀਂ ਹੋਏਗਾ, ਜਦੋਂ ਤੱਕ ਮਨ ਨਹੀਂ ਬਦਲੇਗਾ ਉਦੋਂ ਤੱਕ ਕੁਝ ਨਹੀਂ ਹੋਏਗਾ। ਪੁਰਾਣੀਆਂ ਰਵਾਇਤਾਂ, ਪੁਰਾਣੀ ਸੋਚ, ਪੁਰਾਣੀਆਂ ਗੱਲਾਂ, ਪੁਰਾਣੇ ਮੈਥਡਸ, ਪੁਰਾਣੀ ਸਟ੍ਰੈਟਜੀ ਦੇ ਨਾਲ ਤੁਸੀਂ ਨਵੇਂ ਰਿਜ਼ਲਟ ਨਹੀਂ ਲਿਆ ਸਕਦੇ ਨਾ। ਨਵੇਂ ਰਿਜ਼ਲਟ ਲਿਆਉਣ ਵਾਸਤੇ ਸਭ ਕੁਝ ਨਵਾਂ ਕਰਨਾ ਪੈਣਾ। ਸੋ ਠੀਕ ਹੈ, ਇੱਕ ਵਧੀਆ ਉਪਰਾਲਾ ਹੈ ਤੇ ਇਹ ਹੁਣ ਕਸ਼ਮੀਰ ਤੱਕ ਪਹੁੰਚਣਗੇ। ਜਾ ਕੇ ਉੱਥੇ ਕੋਈ ਫੰਕਸ਼ਨ ਵੀ ਇਹਨਾਂ ਨੇ ਉਲੀਕਿਆ ਹੋਣਾ, ਹਜੇ ਡਿਕਲੇਅਰ ਨਹੀਂ ਕੀਤਾ, ਕਿਉਂਕਿ ਉੱਥੇ ਰਾਵੀ ਦੇ ਕੰਢੇ ਜਵਾਹਰ ਲਾਲ ਨਹਿਰੂ ਜੀ ਨੇ ਆਜ਼ਾਦੀ ਤੋਂ ਪਹਿਲਾਂ ਬਹੁਤ ਵੱਡੀ ਇੱਕ ਕਸਮ ਸੈਰਾਮਨੀ ਵੀ ਹੋਈ ਸੀ ਕਿ ਅਸੀਂ ਆਜ਼ਾਦੀ ਲੈਣਾ ਚਾਹੁੰਦੇ ਹਾਂ। ਇਹ ਵੀ ਰਾਹੁਲ ਗਾਂਧੀ ਜੀ ਕਿੰਨੇ ਸਿਆਣੇ, ਜਦੋਂ ਅੱਤ ਦੀ ਗਰਮੀ ਹੈ ਦਿੱਲੀ 'ਚ, ਸਾਰੇ ਪਾਸੇ ਹਿੰਦੁਸਤਾਨ ਗਰਮੀ ਨਾਲ ਬੇਬਸ ਹੈ, ਔਰ ਇਹਨਾਂ ਨੇ ਕਸ਼ਮੀਰ 'ਚ ਰੱਖੀ ਹੈ। ਕਸ਼ਮੀਰ ਦਾ ਮੌਸਮ ਕਿਆ ਬਾਤ ਹੈ, ਉਹ ਤਾਂ ਸਵਿਟਜ਼ਰਲੈਂਡ ਹੈ। ਜਿੱਥੇ ਤੁਸੀਂ ਜਾਓਗੇ, ਜਿੱਥੇ ਘੁੰਮੋਗੇ, ਔਰ ਉੱਥੇ ਮੌਸਮ ਤਾਂ ਦੇਖਣ ਹੀ ਵਾਲਾ। ਜਦੋਂ ਤੁਸੀਂ ਲੱਗਦਾ ਕਿ ਤੁਸੀਂ ਕੈਨੇਡਾ ਦੇ ਵੈਨਕੂਵਰ ਏਰੀਆ ਚਲੇ ਗਏ ਜਾਂ ਦੂਜੇ ਏਰੀਆ ਚਲੇ ਗਏ ਜਿੱਥੇ 16 ਡਿਗਰੀ ਤੱਕ ਟੈਂਪਰੇਚਰ ਆ, ਤੇ ਜਿਸ ਧਰਤੀ 'ਤੇ ਅਸੀਂ ਬੈਠੇ ਹਾਂ ਇੱਥੇ ਪਸੀਨੇ ਹੋ ਰਹੇ ਹਾਂ। ਔਰ ਇਹਨਾਂ ਦੀ ਸੋਚ ਲੀਡਰਾਂ ਦੀ ਬੜੀ ਅੱਛੀ ਹੁੰਦੀ ਹੈ ਤਾਂ ਹਿੰਦੁਸਤਾਨ ਹੀ ਆ। ਫਿਰ ਦੇਖੋ ਉਹਨਾਂ ਨੇ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਦੀ ਇਹ ਨਾਅਰਾ ਦਿੱਤਾ ਕਿ ਇਹਨਾਂ ਨੂੰ ਜੋੜੋ, ਔਰ ਲੋਕਾਂ ਨੂੰ ਭਾਰਤ ਨੂੰ ਜੋੜਨ ਦਾ ਨਾਅਰਾ ਦੇ ਦਿੱਤਾ, ਤੇ ਟੁੱਟੇ ਆਪ ਪਏ ਆ। ਬਿਲਕੁਲ ਜੀ। ਔਰ ਕਈ ਜਿਹੜੇ ਤੰਜ਼ ਕਰਦੇ ਨੇ ਨਾ, ਮਜ਼ਾਕ ਕਰਦੇ ਨੇ, ਉਹ ਕਹਿੰਦੇ ਨੇ ਕਿ ਕਾਂਗਰਸ ਜੋੜੋ, ਭਾਰਤ ਜੋੜੋ ਬਾਅਦ ਚ ਕਰ ਲਈਓ, ਪਹਿਲਾਂ ਕਾਂਗਰਸ ਨੂੰ ਜੋੜ ਲਵੋ। ਮੋੜਵਾ ਨਾਰਾ ਲੋਕ ਇਹੀ ਕਹਿੰਦੇ ਆ, ਜਿੰਨੀ ਪਬਲਿਕ ਆ, ਜਿੰਨੀ ਜਨਤਾ ਬੈਠੀ ਹੈ, ਮੋੜਵਾ ਨਾਰਾ ਇਹੀ ਦਿੰਦੇ ਆ। ਉਹਨੇ ਸਲੋਗਨ ਆ ਵਾ ਤੁਹਾਡਾ। ਬਿਲਕੁਲ ਸਲੋਗਨ ਇਹ ਹੈ। ਚਲੋ ਜੋ ਵੀ ਉਹ ਮੁਹਿੰਮ ਸ਼ੁਰੂ ਕੀਤੀ ਉਹਨਾਂ ਨੇ ਸਾਬਕਾ ਪ੍ਰਧਾਨ ਨੇ ਕਾਂਗਰਸਾਈ ਦੇ, ਗੱਲ ਇਹ ਹੈ ਕਿ ਉਹਨਾਂ ਨੇ ਕਾਂਗਰਸ ਨੂੰ ਜੋੜਨ ਵਾਸਤੇ ਥਾਂ ਦੇ ਉੱਤੇ ਪਦ ਯਾਤਰਾ ਜਿਹੜੀ ਹੁੰਦੀ ਹੈ ਨਾ, ਇਸ ਪੈਰਾਂ ਦੀ ਪੈਦਲ ਯਾਤਰਾ ਹੈ, ਤਾਂ ਇਹ ਘਰ ਜਾ ਕੇ ਗੱਲ ਕਰਨ ਵਾਲੀ ਗੱਲ ਹੈ। ਇੱਕ ਵਾਸਤੇ ਵੋਟ ਬੈਂਕ ਹੀ ਤਿਆਰ ਕਰਨਾ ਹੈ ਆਪਣਾ, ਉਹੀ ਵੋਟ ਬੈਂਕ, ਸੰਪਰਕ ਕਰਨਾ ਲੋਕਾਂ ਦੇ ਨਾਲ, ਕਿਉਂਕਿ ਲੋਕਾਂ ਦੇ ਨਾਲ ਸੰਪਰਕ ਵਿੱਚ ਆਉਣਗੇ, ਗੱਲਬਾਤ ਕਰਨੀ ਹੈ, ਔਰ ਨਾਲ ਸਟੱਡੀ ਵੀ ਹੋਏਗੀ। ਇਹਨੂੰ ਰੇਕੀ ਕਹਿ ਸਕਦੇ ਹਾਂ ਆਪਾਂ। R&D ਹੋ ਰਹੀ ਹੈ, ਲੋਕਾਂ ਦੀਆਂ ਸਮੱਸਿਆਵਾਂ ਕੀ ਨੇ ਉਹਨਾਂ ਨਾਲ ਗੱਲਬਾਤ ਕਰਨ ਵਾਸਤੇ ਪੂਰੀ ਟੀਮ ਹੋਏਗੀ ਜਿਹੜੀ ਇਹ ਸਰਵੇ ਕਰੇਗੀ, ਨਾਲ ਅੰਕੜੇ ਇਕੱਠੇ ਕਰੇਗੀ, ਕਿਸ ਇਲਾਕੇ ਦੀ ਕਿਹੜੀ ਸਮੱਸਿਆ, ਕਿਸ ਇਲਾਕੇ ਦੀ ਕਿਹੜੀ ਸਮੱਸਿਆ ਹੈ, ਉਸ ਦੇ ਮੁਤਾਬਿਕ ਅਸੀਂ ਸਾਰਾ ਕੁਝ ਤਿਆਰ ਕਰੀਏ, ਆਪਣੀ ਪਲਾਨਸ ਤਿਆਰ ਕਰੀਏ ਔਰ ਸਟ੍ਰੈਟਜੀ ਤਿਆਰ ਕਰੀਏ ਕਿ ਜਨਤਾ ਨੂੰ ਕੀ ਕੁਝ ਦੇਣਾ। ਹੁਣ ਇਹ ਰੋਡ ਮੈਪ ਕੀ ਹੈ, ਕਿੱਥੋਂ ਸ਼ੁਰੂ ਹੋ ਕੇ ਕਿੱਧਰੋਂ ਜਾਣਾ ਹੈ, ਕਿਉਂਕਿ ਭਾਰਤ ਤੇ ਬਹੁਤ ਵੱਡਾ ਹੈ, ਟਰੈਕ ਕਿਹੜਾ ਲੈਣਾ ਇਹਨਾਂ ਨੇ ਇਹ ਹਜੇ ਦੱਸਣਾ ਇਹਨਾਂ ਨੇ। ਚਲੋ ਜਦੋਂ ਆਉਂਦੀ ਗੱਲ ਹੈਗੀ ਹੈ, ਲੰਬੀ ਨਹੀਂ ਕਿ ਯਾਤਰਾ 2-3 ਦਿਨਾਂ 'ਚ ਇਹਨੇ ਸਮਾਪਤ ਕਰ ਦੇਣੀ, ਪਰ ਉਹ ਸੀਰੀਏ ਵਿੱਚ ਇਹਨੇ ਰਾਤ ਦਿਨ ਤੇ ਚੱਲਣਾ, ਰਾਤ ਦਿਨ ਤੇ ਚੱਲ ਕੇ ਫੈਸਲਾ ਬਿਲਕੁਲ ਕਵਰ ਕਰ ਲੈਣਾ। ਡਾਂਡੀ ਯਾਤਰਾ 'ਚ ਮਹਾਤਮਾ ਗਾਂਧੀ ਕਿੱਥੋਂ ਤੱਕ ਚੱਲ ਗਏ ਸੀ? ਉਹ ਤਾਂ 2 ਹਫ਼ਤਿਆਂ ਤੋਂ ਵੱਧ ਸੀਗੀ। ਖੈਰ ਆਪਾਂ ਅੱਗੇ ਵਧੀਏ ਜੀ। ਆਪ ਦੇ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ, ਉਹਨਾਂ ਦੇ ਟਿਕਾਣਿਆਂ ਤੇ ਈਡੀ ਵੱਲੋਂ ਛਾਪੇ ਹੋਏ ਨੇ। ਇਹ ਤਾਂ ਹੁਣ ਰੋਜ਼ ਦੀ ਖਬਰ ਹੋ ਗਈ ਹੈ, ਈਡੀ ਦੇ ਛਾਪੇ। ਪਰ ਇਹਨਾਂ ਦੇ ਜਿਹੜੀ ਆਪ ਤੇ ਐਤਕੀ ਪਹਿਲਾਂ ਉਹਨਾਂ ਦਾ ਰੇਡ ਹੋਇਆ ਜਿਹੜਾ ਪੰਜਾਬ 'ਚ, ਕਿਉਂਕਿ ਦਿੱਲੀ 'ਚ ਤਾਂ ਉਹਨਾਂ ਨੇ ਪਾਤਾ ਹੈ ਮਨੀਸ਼ ਸਿਸੋਦੀਆ ਦੇ ਮਗਰ ਪੈ ਗਏ, ਜੀ ਉਹਨਾਂ ਨੂੰ ਤਾਂ ਕਲੀਨ ਚਿੱਟ ਮਿਲ ਗਈ।
ਹੁਣ ਇਹਨਾਂ ਦੇ ਜਦੋਂ ਇਹ ਵੱਡਾ ਰੇਡ ਹੋਇਆ, ਰੇਡ ਦੇ ਵਿੱਚ ਇਹਨਾਂ ਦੀ ਫੈਕਟਰੀ ਹੈ, ਉਹਨਾਂ ਨੂੰ ਉਹ ਵੀ ਵੇਖਿਆ, ਸਕੂਲ ਇਹਨਾਂ ਦੇ ਉਹ ਵੀ ਵੇਖੇ ਜਿੱਥੇ ਜਿੱਥੇ ਪੈਸਾ ਲੱਗਾ। ਇਹਨਾਂ ਕੋਈ 40 ਕਰੋੜ 45 ਕਰੋੜ ਤੋਂ ਉੱਪਰ ਜਿਹੜਾ ਕੋਈ ਇੱਕ ਦਿਨ ਦੀ ਇਹਨਾਂ ਦੀ ਟ੍ਰਾਂਜੈਕਸ਼ਨ ਸੀ ਬੈਂਕ ਦੀ, ਉਹਦਾ ਕਰਕੇ ਵੀ ਵੇਖਿਆ। ਔਰ ਇਹਨਾਂ ਦੇ ਸਾਰੇ ਬੈਂਕ ਦੀਆਂ ਕਾਪੀਆਂ ਔਰ ਜਿੰਨੇ ਬੈਂਕ ਦੇ ਲੋਕਰ ਨੇ ਉਹ ਸਾਰੇ ਢੂੰਡੇ, ਵੇਖੇ ਸਾਰਾ ਕੁਝ। ਔਰ ਇਹ ਈਡੀ ਦੇ ਜਿਹੜੇ ਛਾਪੇ ਹੁੰਦੇ ਆ ਇੱਕਦਮ ਰਾਤੋਂ ਰਾਤ ਆਉਂਦੇ ਆ, ਜਿਸ ਤਰ੍ਹਾਂ CBI ਦੇ ਪੈਂਦੇ। ਔਰ ਇਹ 'ਚ ਜਸਵੰਤ ਸਿੰਘ ਗਜਨ ਮਾਜਰਾ ਦੇ ਜਿਹੜੇ ਏਰੀਆ ਨੇ, ਇਹਨਾਂ ਦੀਆਂ ਫੈਕਟਰੀ ਵੀ ਹੈਗੀਆਂ, ਕਿਉਂਕਿ ਤਾਰਾ ਫੀਲਡ ਵਾਲੇ ਜਿਹੜੇ ਆ ਕੋਈ ਕੰਪਨੀ ਹੈਗੀ, ਉਹਨਾਂ ਨਾਲ ਵੀ ਕੰਮ ਕੀਤਾ। ਹਾਂਜੀ। ਔਰ ਉਹਦੇ ਵਿੱਚ ਇਹਨਾਂ ਨੇ ਇਸ ਵੇਲੇ ਇਹ ਸਿਕਿਉਰਿਟੀ ਜਿਹੜੀ ਉੱਥੇ ਇਹਨਾਂ ਦੇ ਉੱਪਰ ਸੀ, ਉਹਨਾਂ ਨੇ ਸਿਕਿਉਰਿਟੀ ਨੂੰ ਪਰੇ ਕਰਕੇ ਉਹਨਾਂ ਨੇ ਰਾਤ ਜਦੋਂ ਰੇਡ ਕੀਤਾ। ਔਰ ਇਹ ਜਿਹੜਾ ਰੇਡ ਹੁੰਦਾ ਅਚਾਨਕ, ਇਹਨਾਂ ਨੂੰ ਇਹ ਪਤਾ ਲੱਗੇ ਕਿ ਇਹ ਉਦੋਂ ਤੱਕ ਇਹ ਆਪਣਾ ਸਮਾਨ ਇੱਧਰ ਉੱਧਰ ਕਰ ਲੈਣ, ਕਿਉਂਕਿ ਉਹਨਾਂ ਨੇ ਜਿਹੜਾ ਰੰਗੇ ਹੱਥੀਂ ਫੜਨ ਵਾਲੀ ਗੱਲ ਸੀ ਉਹਨਾਂ ਨੇ। ਔਰ ਉਹਦੇ ਵਿੱਚ ਇਹਨਾਂ ਨੇ ਕੀਤਾ। ਪਰ ਗਜਨ ਮਾਜਰਾ ਜੀ ਨੇ ਕਿਹਾ ਕਿ ਮੈਨੂੰ ਇਹਦਾ ਕੋਈ ਫਿਕਰ ਨਹੀਂ ਹੈਗਾ, ਮੈਂ ਜੋ ਕੁਛ ਮੈਂ ਸੱਚੋ ਸੱਚ ਦੱਸ ਰਿਹਾ ਇਹਨਾਂ ਨੂੰ, ਜੋ ਕੁਛ ਹੈਗਾ ਜੋ ਇਹਨਾਂ 'ਤੇ ਮੇਰੇ 'ਤੇ ਕਰਨਾ ਕਰ ਸਕਦੇ ਆ। ਉਹਨਾਂ ਨੇ ਇਹ ਵੀ ਐਗਜ਼ਾਮਪਲ ਦਿੱਤੀ ਕਿ ਜਦੋਂ ਦਿੱਲੀ 'ਤੇ ਹੋਇਆ ਸੀਗਾ, ਦਿੱਲੀ 'ਤੇ ਕਲੀਨ ਚਿੱਟ ਮਿਲੀ ਉਹਨਾਂ ਨੂੰ, ਇਹਨਾਂ ਨੇ ਜੋ ਕੀਤਾ। ਪਰ ਉਹ ਕਹਿੰਦਾ ਮੈਨੂੰ ਥੋੜ੍ਹਾ ਜਿਹਾ ਮਾਨਸਿਕ ਤੌਰ 'ਤੇ ਤੰਗੀ ਤਾਂ ਹੈਗੀ, ਮੈਂਟਲੀ ਮੈਂ ਥੋੜ੍ਹਾ ਜਿਹਾ ਪ੍ਰੋਬਲਮ ਆਈ ਹੈ, ਪਰ ਮੈਨੂੰ ਇਹ ਹੈਗਾ ਕਿਉਂਕਿ ਸੱਚ ਤਾਂ ਹੈਗਾ। ਆਂਦਾ ਮੈਂ ਕੋਈ ਲੁਕਾਉਣਾ ਨਹੀਂ। ਪਰ ਹੁਣ ਦੇਖੋ, ਕਈ ਵਾਰੀ ਮੂੰਹ ਕੁਛ ਕਹਿੰਦੇ ਆ ਤਾਂ ਪ੍ਰੈਕਟੀਕਲੀ ਕੁਛ ਹੋਰ ਹੁੰਦਾ। ਕਈ ਵਾਰੀ ਈਡੀ ਦੇ ਜਿਹੜੇ ਛਾਪੇ ਆ, ਕਈ ਕੁਛ ਕੱਢ ਵੀ ਲੈਂਦੇ ਆ, ਕਈ ਕੁਛ ਲੈ ਵੀ ਆਉਂਦੇ ਆ, ਕਿਤੇ ਨਾ ਕਿਤੇ ਤਾਂ ਕੋਈ ਗਲਤੀਆਂ ਹੁੰਦੀਆਂ। ਦੇਖੋ ਤੁਸੀਂ ਇਹ ਦੇਖੋ ਕਿ ਜੇ ਈਡੀ ਦੇ ਛਾਪੇ ਪੈਂਦੇ ਰਹਿਣ ਨਾ ਤਾਂ ਕਿਤੋਂ ਨਾ ਕਿਤੋਂ ਨਹੀਂ, ਬਲਕਿ ਹਰ ਥਾਂ ਤੋਂ ਕੁਝ ਨਾ ਕੁਝ ਨਿਕਲਣਾ ਹੀ ਨਿਕਲਣਾ, ਸਭ ਨਿਕਲਣਾ। ਖੂਹ 'ਚ ਬਾਲਟੀ ਜਦੋਂ ਸੁੱਟਦੇ ਜੇ ਸੁੱਕੀ ਤਾਂ ਨਿਕਲਦੀ ਨਹੀਂ, ਕੁਛ ਨਾ ਕੁਛ ਪਾਣੀ ਨਿਕਲੂਗਾ ਹੀ, ਜੇ ਨਹੀਂ ਤਾਂ ਰੇਤਾ ਹੀ ਆ ਜਾਊਗਾ ਜਿਹੜੇ ਸੁੱਕਾ ਹੈਗਾ, ਕੁਛ ਨਾ ਕੁਛ ਸਮਥਿੰਗ। ਕਿਉਂਕਿ ਹਰ ਥਾਂ ਦੇ ਉੱਤੇ ਗੜਬੜ ਹੈ, ਅਸੀਂ ਜਾਣਦੇ ਹੀ ਹਾਂ। ਠੀਕ ਹੈ ਨਾ, ਦੁੱਧ ਦਾ ਧੋਤਾ ਕੋਈ ਵੀ ਨਹੀਂ ਹੈਗਾ, ਸਭ ਦੇ ਕੋਲੋਂ ਕੁਝ ਨਾ ਕੁਝ ਮਿਲ ਜਾਣਾ, ਕਿਤੋਂ ਘੱਟ ਤੇ ਕਿਤੋਂ ਵੱਧ। ਇਹ ਹੁਣ ਈਡੀ ਜਿਹੜੀ ਹੈ ਹੁਣ ਕਿੱਥੇ ਤੱਕ ਅੱਗੇ ਵੱਧਦੀ ਹੈ ਤੇ ਕਿੱਥੋਂ ਤੱਕ ਇਹਨਾਂ ਨੂੰ ਪਰਮਿਸ਼ਨਸ ਮਿਲਦੀਆਂ ਨੇ ਅੱਗੇ ਵਧਣ ਦੀਆਂ, ਤਾਂ ਕਿ ਪੰਜਾਬ ਦੇ ਵਿੱਚੋਂ ਭ੍ਰਸ਼ਟਾਚਾਰ ਖਤਮ ਕੀਤਾ ਜਾ ਸਕੇ। ਦੇਖੋ ਨਾ, ਇਹ ਵੱਡੇ ਵੱਡੇ ਲੋਕ, ਇਹਨਾਂ ਨੂੰ ਵੱਡੇ ਲੋਕ ਹੀ ਕਿਹਾ ਜਾਂਦਾ, ਵੱਡੇ ਲੋਕ। ਇਹ ਜਿੱਦਾਂ ਦੇ ਕੰਮ ਇਹ ਕਰਦੇ ਨੇ, ਜਨਤਾ ਕਹਿੰਦੀ ਸ਼ਾਇਦ ਇਹੀ ਕੰਮ ਵਧੀਆ। ਵੱਡੇ ਲੋਕਾਂ ਦੇ ਬਾਰੇ ਇਹੀ ਕਿਹਾ ਜਾਂਦਾ ਨਾ ਕਿ ਲੋਕੀ ਉਹਨਾਂ ਨੂੰ ਦੇਖ ਕੇ ਉਹਨਾਂ ਦੀ ਨਕਲ ਕਰਦੇ ਨੇ। ਹੁਣ ਜੇ ਇਹ ਘਪਲੇ ਕਰਦੇ ਨੇ ਜਾਂ ਇਹ ਇਦਾਂ ਦੇ ਕੰਮ ਕਰਦੇ ਨੇ, ਇਹ ਸਮਝਦੇ ਨੇ ਬਹੁਤ ਵੱਡੀ ਗੱਲ ਹੈ, ਪਬਲਿਕ ਇਹ ਸਮਝਦੀ ਹੈ, ਤੇ ਸਾਨੂੰ ਵੀ ਇਦਾਂ ਦੇ ਕੰਮ ਕਰਨੇ ਚਾਹੀਦੇ ਨੇ। ਕਿਸੇ ਵਕਤ ਨਾ ਕਿਸੇ ਨੇ ਕਿਹਾ ਸੀ, ਕਹਿੰਦਾ ਯਾਰ ਮੈਂ ਚਾਹੁੰਦਾ ਕਿ ਮੇਰੇ ਬੱਚਿਆਂ ਦਾ ਰਿਸ਼ਤਾ ਨਾ ਬਹੁਤ ਵੱਡੇ ਘਰ 'ਚ ਹੋਵੇ। ਕਹਿੰਦਾ ਫਿਰ ਇਦਾਂ ਕਰ, ਆਪਣੇ ਘਰ ਇਨਕਮ ਟੈਕਸ ਵਾਲਿਆਂ ਦੇ ਰੇਡ ਕਰਵਾ ਲੈ, ਤੇ ਜਿਹੜੀ ਪਛਾਣ ਹੁੰਦੀ ਵੱਡਾ ਘਰ ਹੈ ਤੇ ਆਪੇ ਵੱਡੇ ਘਰ ਦੇ ਰਿਸ਼ਤੇ ਤੁਹਾਨੂੰ ਆਉਣੇ ਸ਼ੁਰੂ ਹੋ ਜਾਣਗੇ। ਖੈਰ, ਹੁਣ ਇਹ ਇੱਕ ਮੌਸਮ ਹੀ ਚੱਲਦਾ ਹੋਇਆ ਕਿ ਹਰ ਜਗ੍ਹਾ ਦੇ ਉੱਤੇ ਈਡੀ ਦੇ ਰੇਟਸ ਪੈਂਦੇ ਪਏ ਨੇ। ਸੋ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਜੀ ਨੇ 3 ਫੁੱਟ ਕਿਰਪਾਨ ਪਾ ਕੇ ਦਿੱਲੀ ਮੈਟਰੋ ਵਿੱਚ ਚੜ੍ਹਨ ਦੀ ਗੱਲ ਕੀਤੀ ਕਿ ਮੈਂ ਮੈਟਰੋ ਦੇ ਵਿੱਚ ਜਾਣਾ, ਸਫ਼ਰ ਕਰਨਾ। ਉਹਨਾਂ ਨੂੰ ਰੋਕ ਦਿੱਤਾ ਗਿਆ, ਉਹਨਾਂ ਨੂੰ ਨਹੀਂ ਚੜ੍ਹਨ ਦਿੱਤਾ ਗਿਆ। ਉਹ ਸੇਮ ਗੱਲ ਜਿਹੜੀ ਮਾਨ ਸਾਹਿਬ ਦੀ ਕਿ ਮੈਂ ਵੀ ਕਿਰਪਾਨ ਲੈ ਕੇ ਪਾਰਲੀਮੈਂਟ ਦੇ ਵਿੱਚ ਜਾਣਾ, ਇੱਕ ਵੱਖਰੀ ਗੱਲ ਹੋ ਗਈ। ਹੁਣ ਇਹਦੇ ਵਿੱਚ ਇਹਨਾਂ ਨੇ ਰੋਕ ਦਿੱਤਾ ਤੇ ਉਹਨਾਂ ਨੂੰ ਨਹੀਂ ਟ੍ਰੇਨ ਦੇ ਵਿੱਚ ਜਾਣ ਦਿੱਤਾ। ਹਾਂ, ਇਹ ਦਿੱਲੀ ਦਾ ਮੈਟਰੋ ਦਾ ਜਿਹੜੇ ਸਟੇਸ਼ਨ ਤੋਂ ਚੜ੍ਹਨ ਲੱਗੇ ਸੀਗੇ ਉਹ ਇੱਧਰੋਂ ਦਿੱਲੀ ਤੋਂ ਜਾਣਾ ਤਿਲਕ ਨਗਰ ਵਾਲੇ ਪਾਸੇ ਨੂੰ, ਉਹ ਅਗਲੇ ਪਾਸੇ ਗੰਗਾ ਦਾ ਹੈਗਾ, ਨਦੀ ਨੂੰ ਪਾਰ ਕਰਕੇ ਅਗਲੇ ਪਾਸੇ ਜਾਣਾ ਕਿ ਉੱਥੇ ਸਿਕਿਉਰਿਟੀ ਵਾਲਿਆਂ ਨੇ ਉਹਨਾਂ ਨੂੰ ਇੱਕਦਮ ਰੋਕਿਆ। ਉਹਨਾਂ ਨੂੰ ਪੁੱਛਿਆ ਗਿਆ ਵੀ ਇਹ ਕੀ ਪਾਇਆ। ਸਿਕਿਉਰਿਟੀ ਵਾਲੇ ਤਾਂ ਦੂਜੇ ਉਹਨਾਂ ਨੂੰ ਪਤਾ ਲੱਗਾ, ਕਹਿੰਦੇ ਜੀ ਮੇਰੀ ਕਿਰਪਾਨ ਹੈਗੀ ਹੈ, ਮੇਰੇ ਗੁਰੂ ਦੀ ਨਿਸ਼ਾਨੀ ਹੈਗੀ ਹੈ, ਮੈਂ ਸਿੰਘ ਹਾਂ। ਔਰ ਉਹ ਰਹੇ ਵੀ ਹੈ ਜਥੇਦਾਰ, ਔਰ ਉਸੇ ਤਰ੍ਹਾਂ ਤਲਵੰਡੀ ਸਾਬੋ ਦੇ ਜਥੇਦਾਰ ਰਹੇ ਆ। ਹਾਂਜੀ, ਹਾਂ, ਹੈਡ ਰਹੇ ਉੱਥੇ। ਔਰ ਉਹਨਾਂ ਨੇ ਕਿਹਾ ਕਿ ਨਹੀਂ, ਇਹ ਤੁਸੀਂ ਅਲਾਉਡ ਨਹੀਂ ਗਾ, ਤੁਸੀਂ ਨਹੀਂ ਜਾਓ। ਕਹਿੰਦੇ ਅਲਾਉਡ ਨਹੀਂ, ਮੈਂ ਤਾਂ ਬਹੁਤ ਵਾਰੀ ਚੜ੍ਹਿਆ, ਤੁਸੀਂ ਇਹ ਤਾਂ ਅਲਾਉਡ ਹੈਗਾ। ਪਰ ਉਹਨਾਂ ਇੱਕ ਨਹੀਂ ਮੰਨੀ, ਉਹਨਾਂ ਨੂੰ ਸਫ਼ਰ ਨਹੀਂ ਕਰਨ ਦਿੱਤਾ। ਫਿਰ ਉਹਨਾਂ ਨੇ ਇਹ ਗੱਲ ਜਿਹੜੀ ਆ ਅਕਾਲ ਤਖਤ ਦੇ ਜਥੇਦਾਰ ਸਰਦਾਰ ਹਰਭਜਨ ਸਿੰਘ ਜੀ ਉਹਨਾਂ ਤੱਕ ਪਹੁੰਚਾਈ, ਔਰ ਸ਼੍ਰੋਮਣੀ ਕਮੇਟੀ ਤੱਕ ਵੀ ਗੱਲ ਗਈ ਹੈ। ਔਰ ਪੰਜਾਬ ਵਿੱਚ ਇਹਦੀ ਬਹੁਤ ਖਲਬਲੀ ਹੋਈ ਹੈ, ਕਿਉਂਕਿ ਇਹਦੇ 'ਤੇ ਰੋਕ ਨਹੀਂ ਸਕਦੇ, ਕਿਉਂਕਿ ਜਿਹੜੀ ਉਹ ਇਹ ਨਹੀਂ ਅਲਾਉਡ ਹੁੰਦੀ ਆ। ਹੁਣ ਇਹ ਸਿਕਿਉਰਿਟੀ ਦੇ ਮਨ 'ਚ ਕੀ ਹੈ, ਉਹਨਾਂ ਨੂੰ ਕੀ ਸ਼ੱਕ ਹੋਇਆ, ਕਿਉਂਕਿ ਜਥੇਦਾਰ ਜਿਹੜੇ ਆ ਲੰਬੇ ਦਾੜੇ ਹੁੰਦੇ ਆ, 5 ਕਕਾਰ ਪਾਏ ਹੁੰਦੇ ਆ, ਇਹਨਾਂ ਦੀ ਦਿੱਖ ਵੱਖਰੀ ਹੁੰਦੀ ਸ਼ਹਿਰਾਂ ਨਾਲ। ਜੀ। ਔਰ ਜਦੋਂ ਚੱਲਦੇ ਆ ਪਤਾ ਵੀ ਲੱਗਦਾ, ਤੇ ਉਦੋਂ ਉਹਨਾਂ ਨੂੰ ਇਹ ਲੱਗਿਆ ਕਿ ਸਰਦਾਰ ਆ ਰਹੇ ਨੇ, ਕਿੱਧਰ ਆ ਰਹੇ ਆ, ਕੌਣ ਹੈਗਾ। ਸਿਕਿਉਰਿਟੀ ਨੂੰ ਇਹ ਜਿਹੜਾ ਸਸਪੀਸ਼ੀਅਸ ਤੌਰ 'ਤੇ ਜੋ ਸ਼ੱਕ ਹੋ ਗਿਆ, ਉਹਦੇ ਦੌਰਾਨ ਉਹਨਾਂ ਨੇ ਉਹਨੂੰ ਰੋਕ ਲਿਆ। ਪਰ ਇਹ ਬਹੁਤ ਵੱਡਾ ਇੱਕ ਮਸਲਾ ਬਣ ਗਿਆ। ਇਸ ਮਸਲੇ ਨੂੰ ਹੁਣ ਨਾ ਕਿ ਸਿੱਖ ਕਮਿਊਨਿਟੀ ਨੇ ਇਕੱਲਿਆਂ ਕੀਤਾ ਹੈਗਾ, ਬਾਕੀ ਸਾਰੀਆਂ ਜਿੰਨੇ ਕਮਿਊਨਿਟੀ ਨੇ, ਜਿੰਨੇ ਸਮੁਦਾਇ ਨੇ, ਉਹਨਾਂ ਨੇ ਇਹਦੇ ਵਿੱਚ ਰੋਸ ਪ੍ਰਗਟਾਇਆ। ਇਹ ਬਾਹਰਲੇ ਦੇਸ਼ਾਂ 'ਚ ਵੀ ਗੱਲ ਗਈ ਹੈ, ਕਿਉਂਕਿ ਬੜੀ ਸਤਿਕਾਰਯੋਗ ਪਦਵੀ ਤੋਂ ਜਿਹੜੇ ਆਏ ਨੇ ਸਾਬਕਾ ਜਥੇਦਾਰ ਨੇ। ਔਰ ਉਹਨਾਂ 5 ਤਖਤਾਂ ਦੇ ਵਿੱਚੋਂ ਜਿਹੜਾ ਵੀ ਜਥੇਦਾਰ ਹੁੰਦਾ, ਉਹਨਾਂ ਨਾਲ ਵੈਸੇ ਸਿਕਿਉਰਿਟੀ ਵੀ ਹੁੰਦੀ ਆ, ਉਹਨਾਂ ਦਾ ਬੜਾ ਸਤਿਕਾਰ ਆਦਰ ਮਾਣ ਕੀਤਾ ਜਾਂਦਾ। ਪਰ ਇਹ ਗੱਲ ਇੱਕਦਮ ਛਾਇਆ ਹੋ ਗਈ ਪੂਰੇ ਵਰਲਡ 'ਚ, ਔਰ ਇਹ ਅੰਤਰਰਾਸ਼ਟਰੀ ਤੌਰ 'ਤੇ ਗੱਲ ਚਲੀ ਗਈ ਹੈ। ਜਦੋਂ ਰੋਕਣਾ ਕਿਸੇ ਨੂੰ
ਜਾਂ ਤਾਂ ਉਹ ਗਲਤ ਕੰਮ ਕਰਦੇ ਫਿਰ ਤਾਂ ਮੰਨ ਲੈਂਦੇ, ਜਦੋਂ ਅਲਾਉਡ ਹੈਗੀ ਆ ਗੌਰਮੈਂਟ ਵੱਲੋਂ ਸਾਰਾ ਕੁਝ ਹੈਗਾ, ਸਿਕਿਉਰਿਟੀ ਲਈ ਰੱਖੀ ਉਹਨਾਂ ਨੇ। ਉਹਨਾਂ ਕਿਹਾ ਕਿ ਕਹਿੰਦੇ ਲਾ ਕੇ ਚੜੋ, ਕਹਿੰਦੇ ਲਾ ਕੇ ਨਹੀਂ ਮੈਂ ਚੜੂੰਗਾ, ਇੱਦਾਂ ਜਾਣਾ, ਜੇ ਮੈਂ ਗਿਆ ਤਾਂ ਇੱਦਾਂ ਜਾਊਂਗਾ। ਫਿਰ ਉਹਨੂੰ ਪਤਾ ਨਹੀਂ ਕਿੱਦਾਂ ਪਰਸਨਲ ਆਪਣੇ ਵਹੀਕਲ 'ਤੇ ਗਏ ਆ ਜਾਂ ਬੱਸ 'ਤੇ ਗਏ, ਕਿਸ ਤਰ੍ਹਾਂ ਦੇ ਗਏ ਆ। ਪਰ ਇਹ ਜਿਹੜੀ ਸਿਕਿਉਰਿਟੀ ਦੇਖੋ ਕਰਦੀ ਆ ਕਿ ਦੇਸ਼ ਤਾਂ ਆਪਣਾ ਹੀ ਹੈ, ਤੁਸੀਂ ਕੋਈ ਬਾਹਰ ਕੈਨੇਡਾ 'ਚ, ਅਮਰੀਕਾ 'ਚ ਜਾਂ ਇੰਗਲੈਂਡ 'ਚ ਨਹੀਂ ਰੋਕਣਗੇ, ਉਹਨਾਂ ਨੂੰ ਪਤਾ ਹੈਗਾ। ਔਰ ਇਹ ਲੋਕ ਜਿਹੜੇ ਆਪਣੇ ਹਿੰਦੁਸਤਾਨ 'ਚ ਹੈ, ਇਹ ਵੀ ਇੱਕ ਵਾਰੀ ਸ਼ੱਕ ਦੀ ਨਿਗਾਹ ਨਾਲ ਦੇਖਦੇ ਆ, ਬੜੀ ਮਾੜੀ ਗੱਲ ਹੈ। ਦੇਖੋ ਨਾ ਹੁਣ ਹਿਜਾਬ ਦੀ ਵੀ ਗੱਲ ਚੱਲਦੀ ਪਈ ਹੈ, ਹਾਂ ਠੀਕ ਹੈ ਨਾ, ਕਿ ਕਾਲਜਾਂ ਦੇ ਵਿੱਚ ਹਿਜਾਬ ਪਾ ਸਕਦੇ ਹੋ ਕਿ ਨਹੀਂ ਪਾ ਸਕਦੇ ਹੋ, ਉਹਦਾ ਬੜਾ ਰੌਲਾ ਪਿਆ, ਬੜਾ ਰੌਲਾ ਪਿਆ ਹੋਇਆ ਤੇ ਕੋਰਟ ਦੇ ਵਿੱਚ ਕੇਸ ਆ। ਤੇ ਜਿਹੜੇ ਮੁਸਲਿਮ ਸਮਾਜ ਤੋਂ ਵਕੀਲ ਸਾਹਿਬ ਨੇ, ਉਹਨਾਂ ਨੇ ਇਹ ਦਲੀਲ ਦਿੱਤੀ ਹੈ ਕਿ ਇਹ ਸਾਡੀ ਧਾਰਮਿਕ ਨਿਸ਼ਾਨੀ ਹੈ, ਇਸ ਕਰਕੇ ਹਿਜਾਬ ਪਾਇਆ ਜਾਂਦਾ। ਤੇ ਉਹਨਾਂ ਨੇ ਨਾਲ ਰੈਫਰੈਂਸ ਦਿੱਤੀ ਹੈ ਕਿ ਜੋ ਸਿੱਖ ਧਰਮ ਦੇ ਵਿੱਚ ਵੀ ਤਾਂ ਦਸਤਾਰ ਬੰਨ੍ਹੀ ਜਾਂਦੀ ਹੈ, ਤਾਂ ਇਸ ਕਰਕੇ ਜਦੋਂ ਉਹ ਦਸਤਾਰ ਪਾ ਸਕਦੇ ਨੇ ਤਾਂ ਸਾਨੂੰ ਵੀ ਦਸਤਾਰ ਦੇ ਵਾਕਣ ਸਾਨੂੰ ਹਿਜਾਬ ਪਾਉਣ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ। ਤਾਂ ਅੱਗੋਂ ਜਸਟਿਸ ਸਾਹਿਬ ਇਹ ਕਹਿ ਰਹੇ ਨੇ ਕਿ ਕਾਨੂੰਨ ਦੇ ਵਿੱਚ, ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਜੋ ਸਿੱਖ ਧਰਮ ਦੇ ਜੋ 5 ਕਕਾਰ ਨੇ ਉਹਨਾਂ ਦਾ ਉਹਦੇ 'ਚ ਜ਼ਿਕਰ ਮਿਲਦਾ ਹੈ, ਜਦ ਕਿ ਸੰਵਿਧਾਨ ਦੇ ਵਿੱਚ ਜੋ ਮੁਸਲਿਮ ਸਮਾਜ ਹੈ ਉਹਦੇ ਜੋ ਚਿੰਨ੍ਹ ਨੇ ਉਹਦਾ ਜ਼ਿਕਰ ਨਹੀਂ ਮਿਲਦਾ। ਤਾਂ ਇਸ ਤਰ੍ਹਾਂ ਦੀ ਗੱਲ, ਡਿਸਕਸ਼ਨ, ਡਿਬੇਟ ਹੁੰਦੀਆਂ ਪਈਆਂ ਨੇ। ਦੇਖੋ ਹੁਣ ਕੀ ਬਣਦਾ, ਕਿਉਂਕਿ ਉਹ ਤੁਲਨਾ ਕਰਦੇ ਪਏ ਨੇ ਜਿਸ ਤਰ੍ਹਾਂ ਸਿੱਖ ਸਮਾਜ ਦੇ ਅੰਦਰ 5 ਕਕਾਰ ਨੇ, ਦਸਤਾਰ ਹੈ, ਉਸੇ ਤਰ੍ਹਾਂ ਸਾਡੇ ਸਮਾਜ ਦੇ ਵਿੱਚ, ਸਾਡੇ ਧਰਮ ਦੇ ਵਿੱਚ ਹਿਜਾਬ ਹੈ। ਮੁਸਲਿਮ ਸਮਾਜ ਇਹ ਕਹਿ ਰਿਹਾ, ਕੋਰਟ ਦੇ ਵਿੱਚ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ, ਪਰ ਹਜੇ ਤੱਕ ਇਹਦੇ ਉੱਤੇ ਕੋਈ ਕਾਰਵਾਈ ਨਹੀਂ ਬਣੀ, ਕਿਉਂਕਿ ਹਿਜਾਬ ਪਾ ਸਕਦੇ ਹੋ ਕਿ ਨਹੀਂ ਪਾ ਸਕਦੇ ਤੁਸੀਂ ਸਕੂਲ ਦੇ ਵਿੱਚ, ਕਾਲਜ ਦੇ ਵਿੱਚ, ਯੂਨੀਵਰਸਿਟੀ ਦੇ ਵਿੱਚ, ਉਹਨਾਂ ਨੇ ਡਿਸਾਈਡ ਕਰਨਾ ਹੈ। ਜਿੰਨੇ ਵਿਧਾ ਵਿਧਾਨ ਜਿਹੜੇ ਪ੍ਰਿੰਸੀਪਲ ਸਿਧਾਂਤ ਨੇ ਉਹ ਬਕਾਇਦਾ ਤੌਰ ਤੇ ਬਣੇ ਆ, ਅੱਜ ਤੋਂ ਨਹੀਂ, ਉਹ ਬੜੀ ਪ੍ਰਚਲਿਤ ਪੁਰਾਣੇ ਨੇ। 5 ਕਕਾਰ, 5 ਕੱਕਿਆਂ ਦੀ ਜਿਹੜੀ ਵਿਧੀ ਚੱਲ ਰਹੀ ਆ, ਜਿਹੜੀ ਸਿੱਖ ਧਰਮ 'ਚ ਹੈਗੀ ਆ ਔਰ ਮੁਸਲਮਾਨਾਂ ਦਾ ਆਪਣਾ ਹੈਗਾ, ਉਹਦੇ ਵਿੱਚ ਅੱਜ ਤੋਂ ਨਹੀਂ ਬਹੁਤ ਵਾਰੀ ਚੱਲ ਰਿਹਾ। ਉਹ ਕਿੱਥੋਂ ਅੰਗਰੇਜ਼ਾਂ ਦੇ ਟਾਈਮ ਤੋਂ ਸ਼ੁਰੂ ਹੋ ਗਿਆ, ਉਹ ਤਾਂ ਉਹਨਾਂ ਰੋਕਿਆ ਨਹੀਂ। ਸਾਡੀਆਂ ਸਰਕਾਰਾਂ ਆਪਣੀਆਂ ਜਿਹੜੀਆਂ ਉਹਦੇ ਵਿੱਚ ਦਖਲਅੰਦਾਜ਼ੀ ਕਰ ਰਹੀਆਂ, ਜਦੋਂ ਕਿ ਪ੍ਰਚਲਿਤ ਹੈਗਾ, ਸਾਰਾ ਕੁਝ ਹੈਗਾ। ਪਾਕਿਸਤਾਨ ਦੇ ਵਿੱਚ ਜਿਹੜੇ ਸਿੱਖ ਨੇ ਆਪਣੇ ਦਸਤਾਰ ਪਹਿਨਦੇ ਆ, ਕਕਾਰ ਪੰਜੇ ਪਾਉਂਦੇ ਆ, ਔਰ ਉੱਥੇ ਕਦੀ ਨਹੀਂ ਰੋਕਦੇ। ਪ੍ਰੋਬਲਮ ਕਿੱਥੇ ਆਉਂਦੀ ਹੈ? ਮਾਈਨੋਰਿਟੀ ਦੀ ਪ੍ਰੋਬਲਮ ਕਿੱਥੇ ਹੁੰਦੀ ਹੈ? ਘੱਟ ਗਿਣਤੀ ਦੀ। ਇਹ ਇਸ ਕਰਕੇ ਆਉਂਦੀ ਹੈ ਵੀ ਇਹ ਇਕੱਲਾ ਬੰਦਾ ਹੈ, ਘੱਟ ਗਿਣਤੀ ਤੋਂ, ਇਹਨੂੰ ਫੜੋ ਪਹਿਲਾਂ। ਇਹ ਗੱਲ ਧਰਮ ਦੇ ਨਾਲ ਜੁੜ ਜਾਂਦੀ ਹੈ। ਹਜ਼ਾਰ ਦੀ ਗੱਲ ਕਦੀ ਕੋਈ ਰੋਕੀ ਨਹੀਂ ਗਈ ਕਿਤੇ ਵੀ, ਔਰ ਪ੍ਰਚਲਿਤ ਹੈ, ਚੱਲ ਰਿਹਾ ਹਿੰਦੁਸਤਾਨ 'ਚ, ਬਿਲਕੁਲ ਚੱਲ ਰਿਹਾ, ਕਿਉਂਕਿ ਉੱਥੇ ਸ਼ਰੀਅਤ ਹੈ, ਇੱਥੇ ਸਾਡਾ ਆਪਣਾ ਪੰਥ ਹੈ, ਉਹਦੇ ਮੁਤਾਬਿਕ ਹੈ। ਸੋ ਗੱਲ ਕੀ ਹੁੰਦੀ ਹੈ ਕਿ ਜਿਹੜੇ ਸਿਕਿਉਰਿਟੀ ਤੇ ਉਸ ਵਕਤ ਬੰਦੇ ਨੇ, ਕੋਈ ਆਫੀਸਰਸ ਔਨ ਡਿਊਟੀ ਨੇ, ਉਹਨਾਂ ਦੀ ਸੋਚ ਕੀ ਹੈ, ਉਹਨਾਂ ਨੂੰ ਇਸ ਬਾਰੇ ਪੂਰੀ ਜਾਣਕਾਰੀ ਹੈ ਕਿ ਨਹੀਂ ਹੈ? ਕਿਉਂਕਿ ਅਸੀਂ ਦੇਖਦੇ ਹਾਂ ਕਿਤੇ ਨਾ ਕਿਤੇ ਲਾਅ ਨੂੰ ਅਪਲਾਈ ਕਰਨ ਦੇ ਵਿੱਚ ਕਿਸੇ ਵੀ ਬੰਦੇ ਦਾ ਮੈਂ ਜ਼ਰੂਰ ਆ ਜਾਂਦਾ, ਉਹਦੀ ਸੈਲਫ ਜ਼ਰੂਰ ਹੁੰਦੀ ਹੈ, ਉਹਦੀ ਆਪਣੀ ਨੌਲੇਜ ਕੀ ਹੈ ਜਾਂ ਆਪਣੀ ਸਥਿਤੀ ਕੀ ਹੈ ਜਾਂ ਆਪਣੀ ਸੋਚ ਕੀ ਹੈ, ਉਹਦੇ ਮੁਤਾਬਿਕ ਉਹ ਲਾਅ ਨੂੰ, ਜੋ ਉਹਦਾ ਡਿਊਟੀ ਹੈ, ਉਹਦੇ ਮੁਤਾਬਿਕ ਉਹਨੂੰ ਇਸਤੇਮਾਲ ਕਰਦਾ ਹੈ। ਇਹ ਚੀਜ਼ਾਂ ਵੀ ਆ ਜਾਂਦੀ ਹੈ। ਇਹ ਪਰਸਨਲ ਤੇ ਜਾਤੀ ਤੌਰ ਤੇ ਗੱਲ ਕਰਦੇ ਆ, ਜਿਹੜਾ ਉਹਨਾਂ ਦਾ ਸਰਵ ਵਿਆਪਕ ਤੌਰ ਤੇ ਜਿਹੜਾ ਬਣਾਇਆ ਗਿਆ ਲਾਅ, ਉਹਦੀ ਗੱਲ ਨਹੀਂ ਕਰਦੇ। ਜਿਹੜੇ ਸਿਧਾਂਤ ਬਣ ਗਏ ਨੇ, ਜਿਹਨੂੰ ਉਹਨਾਂ ਨੇ ਰੋਕਣਾ ਵਾ, ਉਹਨੂੰ ਤਾਂ ਰੋਕਦੇ ਨੇ। ਜਿਹੜੇ ਇਸ ਤਰ੍ਹਾਂ ਦੇ ਸਿਧਾਂਤ ਨੇ ਜਾਂ ਜੋ ਵਿਧੀ ਵਿਧਾਨ ਹੈਗੇ ਆ ਧਰਮਾਂ ਦੀ, ਉਹਦੇ ਵਿੱਚ ਇਹਨਾਂ ਨੂੰ ਦਖਲਅੰਦਾਜ਼ੀ ਕਰਨ ਦਾ ਕੋਈ ਅਖਤਿਆਰ ਨਹੀਂ ਗਾ, ਪਰ ਕਰ ਰਹੇ ਆ। ਉਹਦੇ ਤੋਂ ਬਾਅਦ ਫਿਰ ਰੌਲਾ ਪੈਂਦਾ, ਬਗਾਵਤ ਹੁੰਦੀ ਹੈ, ਬੜਾ ਕੁਝ ਹੁੰਦਾ। ਔਰ ਇਹ ਜਾਣ ਬੁੱਝ ਕੇ ਇੱਦਾਂ ਦੀਆਂ ਗੱਲਾਂ ਹੁੰਦੀਆਂ ਜਿਹੜੀਆਂ ਪ੍ਰਚਲਿਤ ਨੇ, ਜਾਂ ਤਾਂ ਪਹਿਲਾਂ ਨਹੀਂ ਰੋਕਿਆ ਗਿਆ। ਇਹਦੇ ਵਿੱਚ ਹੈਗਾ ਹਵਾਈ ਜਹਾਜ਼ 'ਚ ਵੀ ਜਿਹੜੀ ਹੈਗੀ ਆ, ਉਹ ਉਨੀ ਜਿਹੜੀ ਲਿਮਿਟ 'ਚ ਹੈ, ਉਹ ਲੰਬੀ ਕਿਰਪਾਨ ਨਾਲ ਚੜ੍ਹੇਗਾ ਤਾਂ ਨਹੀਂ ਚੜ੍ਹਨ ਦੇਣਗੇ, ਉਹ ਤਾਂ ਰੁਕ ਜਾਂਦੇ ਹੈਗੇ। ਬਿਲਕੁਲ ਜੀ, ਬਹੁਤ ਚੀਜ਼ਾਂ ਇੱਦਾਂ ਦੀਆਂ ਹੈਗੀਆਂ। ਪਰ ਜਿਹੜੀ ਪਰੰਪਰਾ ਧਰਮ ਨਾਲ ਜੁੜੀ ਹੈ, ਜੇ ਉਹਦੇ ਵਿੱਚ ਤੋੜ ਭੰਨ ਕਰਨਗੇ ਜਾਂ ਆਪਣੀ ਮੈਂ ਨਾਲ ਚੱਲਣਗੇ ਜਾਂ ਉਹਦੇ ਵਿੱਚ ਜਾਤੀ ਤੌਰ ਤੇ ਫੈਸਲਾ ਲੈਣਗੇ ਤੇ ਗਲਤ ਹੁੰਦਾ। ਔਰ ਤੁਹਾਨੂੰ ਪਤਾ ਕਿ ਜਦੋਂ ਧਰਮ ਦੇ ਮਾਮਲੇ ਤੇ ਕੋਈ ਇੱਦਾਂ ਦੀ ਹੁੰਦੀ ਹੈ, ਉਦੋਂ ਅਗਲਾ ਜਜ਼ਬਾਤੀ ਹੋ ਜਾਂਦਾ, ਬੜਾ ਕੁਛ ਹੋ ਜਾਂਦਾ। ਔਰ ਜਿਹੜੀ ਗੁਰੂ ਕੀ ਲਾਡਲੀ ਫੌਜ ਆ, ਉਹਨਾਂ ਕੋਲ ਨੇਜੇ ਬਰਸ਼ੇ, ਉਹਨਾਂ ਕੋਲ ਵੈਪਨ, ਸਾਰਾ ਕੁਝ ਪੰਜਾਬ 'ਚ ਘੁੰਮਦੇ ਆ, ਘੋੜਿਆਂ 'ਤੇ ਘੁੰਮਦੇ ਹੈਗੇ। ਕੋਈ ਡੀਸੀ ਨੇ ਕਦੀ ਰੋਕਿਆ ਉਹਨਾਂ ਨੂੰ, ਕਿਉਂਕਿ ਉਹਨਾਂ ਨੂੰ ਅਲਾਉਡ ਆ, ਉਹਨਾਂ ਕੋਲ ਸਰਟੀਫਿਕੇਟ ਆ, ਉਹਨਾਂ ਕੋਲ ਉਹਨਾਂ ਦਾ ਜਥੇਦਾਰ ਦਿੰਦਾ। ਵੈਪਨ ਜਦੋਂ ਖਰੀਦਦਾ ਨਾ, ਤੁਹਾਡੀ ਜਾਣਕਾਰੀ 'ਚ ਵਾਧਾ ਕਰਦੀ ਹੈ ਦਰਸ਼ਕਾਂ ਦੀ, ਜਦੋਂ ਵੈਪਨ ਲੈਂਦੇ ਨੇ, ਉਹਨਾਂ ਦਾ ਜਿਹੜਾ ਜਥੇ ਦਾ ਹੈੱਡ ਆ, ਉਹ ਉਹਨਾਂ ਨੂੰ ਸਾਈਨ ਕਰਕੇ ਦਿੰਦਾ। ਡੀਸੀ ਵੱਲੋਂ ਨਹੀਂ ਕੁਝ ਵੀ ਹੁੰਦਾ, ਉਹ ਦਿੰਦੇ ਆ। ਉਹਨਾਂ ਦਾ ਆਪਣਾ ਜਥਾ, ਜਿੱਦਾਂ 96 ਕਰੋੜੀਏ ਹੈਗੇ ਆ, ਤਰਨਾ ਦਲ ਹੈਗਾ, ਹੈ ਨਾ, ਚੱਲਦਾ ਵਹੀਰ ਹੈਗਾ, ਇਸ ਤਰ੍ਹਾਂ ਦੇ ਬੜੇ ਹੈਗੇ ਆ ਜਥੇ। ਔਰ ਉਹਨਾਂ ਦੇ ਵਿੱਚ ਵੈਪਨ ਅਲਾਉਡ ਹੈ। ਇਹ ਗੁਰੂ ਕੀ ਲਾਡਲੀ ਫੌਜ ਹੈ। ਉਹਨਾਂ 'ਚੋਂ ਘੋੜੇ ਉਹਨਾਂ ਕੋਲ, ਬਸ਼ੇਰੇ ਉਹਨਾਂ ਕੋਲ, ਟੈਂਟ ਪੈਕਿੰਗ ਕਰਦੇ ਆ ਔਰ ਚੱਲਦੇ ਫਿਰਦੇ ਹੈਗੇ ਆ। ਲੜਾਕੂ ਫੌਜ ਵੀ ਹੈਗੀ ਆ। ਉੱਥੇ ਦਖਲਅੰਦਾਜ਼ੀ ਨਹੀਂ ਮੰਨਣਗੇ, ਕਿਉਂਕਿ ਉਹ ਵਾਰੀਅਰ ਵੀ ਹੈਗੇ, ਉਹ ਫਿਰ ਸਿੱਧੇ ਵੀ ਹੋ ਜਾਂਦੇ। ਤੁਹਾਨੂੰ ਪਤਾ ਕਈ ਜਗ੍ਹਾ 'ਤੇ ਆਪਾਂ ਦੇਖਿਆ ਨਿਹੰਗਾਂ ਨੇ ਆਹ ਕਰਤਾ ਜੀ, ਉਹ ਕਰਤਾ, ਕਿਉਂਕਿ ਉਹਨਾਂ ਨੂੰ ਰੋਕਦੇ, ਜਦੋਂ ਰੋਕਦੇ ਫਿਰ ਉਹ ਤੋੜ ਭੰਨ ਕਰ ਦਿੰਦੇ, ਫਿਰ ਉਹਨੇ ਵੇਲੇ ਵੀ ਹੁੰਦੇ। ਜਦੋਂ ਉਹਨਾਂ ਨੂੰ ਨਹੀਂ ਰੋਕਿਆ ਜਾਂਦਾ, ਜਦੋਂ ਉਹਨਾਂ ਦੇ ਧਰਮ ਦੇ ਅਕੀਦੇ ਨਾਲ ਚੱਲਣ ਦਾ ਉਹਨਾਂ ਨੂੰ ਹੁਕਮ ਦਿੱਤਾ ਜਾਂਦਾ, ਤਾਂ ਫਿਰ ਬੜੇ ਸ਼ਾਂਤੀ ਨਾਲ ਚੱਲਦੇ ਆ, ਲੋਕਾਂ ਦਾ ਭਲਾ ਵੀ ਕਰਦੇ ਆ, ਬੜਾ ਕੁਛ ਹੁੰਦਾ। ਪਰ ਉੱਥੇ ਉਹਨਾਂ 'ਚ ਇਹ ਆ ਜਾਂਦੀ ਹੈ ਲੜਾਈ ਦੀ ਭਾਵਨਾ, ਉੱਥੇ ਆ ਜਾਂਦੀ ਜਿੱਥੇ ਉਹਨਾਂ ਨੂੰ ਰੋਕਿਆ ਜਾਂਦਾ। ਕਿਸੇ ਨੂੰ ਵੀ ਰੋਕੋਗੇ ਤੁਸੀਂ
ਤੁਹਾਨੂੰ ਰਾਹ ਚੱਲਦੇ ਨੂੰ ਕੋਈ ਰੋਕ ਕੇ ਤੁਹਾਡਾ ਮੋਟਰਸਾਈਕਲ ਰੋਕ ਕੇ ਕਹੇਗਾ ਤੁਹਾਨੂੰ, ਤਾਂ ਤੁਸੀਂ ਫਿਰ ਉਹਨੂੰ ਆਪਣੇ ਸੈਲਫ ਪ੍ਰੋਟੈਕਸ਼ਨ ਦੇ ਲਿਹਾਜ਼ ਨਾਲ ਵਰਤੋਗੇ। ਬਿਲਕੁਲ ਸਹੀ ਗੱਲ ਹੈ। ਸੋ ਆਪਾਂ ਅੱਗੇ ਚੱਲਦੇ ਹਾਂ ਜੀ। ਜਾਲੀ ਨੰਬਰ ਵਾਲੀਆਂ ਗੱਡੀਆਂ ਨੂੰ ਢਿੱਲ ਤੇ ਹਾਦਸਿਆਂ ਤੇ ਹਾਈ ਕੋਰਟ ਖਫਾ ਹੈ। ਇਹਦੇ ਵਿੱਚ ਇਸ ਤਰ੍ਹਾਂ ਦਾ ਹੈਗਾ ਕਿ ਜਿਹੜਾ ਗਵਰਨਮੈਂਟ ਵੱਲੋਂ ਹਾਈ ਕੋਰਟ ਵੱਲੋਂ ਕਿਹਾ ਗਿਆ ਕਿ ਜਿਹੜੇ ਹਾਦਸੇ ਵੀ ਹੋ ਰਹੇ ਆ ਔਰ ਜਿਹਦੇ ਵਿੱਚ ਜਾਲੀ ਨੰਬਰ ਲੱਗਦੇ ਆ, ਔਰ ਜਾਲੀ ਨੰਬਰਾਂ ਦੇ ਵਿੱਚ ਉਹ ਕਈ ਚੋਰੀ ਵੀ ਕਰਦੇ ਆ, ਕਈ ਕੰਮ ਵੀ ਕਰਦੇ ਆ, ਉਹਨਾਂ ਵਿੱਚ ਬੜਾ ਸਮਾਨ ਫੜਿਆ ਵੀ ਜਾਂਦਾ। ਜਦੋਂ ਸਟੇਟ ਤੋਂ ਦੂਜੇ ਸਟੇਟ 'ਚ ਗੱਡੀ ਆਉਂਦੀ ਆ, ਪੁਲਿਸ ਉਦੋਂ ਬੜੀ ਚੁਕੰਨੀ ਹੋ ਜਾਂਦੀ। ਜਿਹੜੀ ਟ੍ਰੈਫਿਕ ਪੁਲਿਸ ਹੈਗੀ ਉਹ ਵੇਖਦੀ ਹੈ ਜਿਹਦੇ 'ਚ ਦੂਜੀ ਸਟੇਟ ਦਾ ਨੰਬਰ ਹੁੰਦਾ, ਕਿਉਂਕਿ ਇਹਦੇ ਵਿੱਚ ਬੜਾ ਐਕਸਚੇਂਜ ਹੁੰਦਾ, ਬੜਾ ਸਮਾਨ ਆਉਂਦਾ, ਡਰੱਗਸ ਆ ਰਹੀ ਹੈ, ਬੜਾ ਕੁਝ ਹੁੰਦਾ। ਔਰ ਜਾਲੀ ਨੰਬਰ ਜਿਹੜੇ ਉਹ ਕੰਮ ਗਲਤ ਕਰਦੇ ਆ, ਉਹਨਾਂ 'ਤੇ ਨੰਬਰ ਹੋਰ ਹੁੰਦੇ ਆ ਅਤੇ ਰਹਿਣ ਵਾਲੇ ਕਿੱਥੋਂ ਦੇ ਹੁੰਦੇ ਆ। ਉਹ ਜਦੋਂ RC ਉਹਨਾਂ ਦੀ ਵੇਖਦੇ ਬੜਾ ਕੁਝ ਫੜਿਆ ਜਾਂਦਾ। ਔਰ ਉਹ ਜਾਲੀ ਨੰਬਰਾਂ ਦੇ ਵਿੱਚ ਇੱਕ ਤਾਂ ਹਾਦਸਾ ਹੋਣੀ ਹੋਇਆ ਜਿਹਦੇ ਵਿੱਚ ਜਾਲੀ ਨੰਬਰ ਦਿੱਤੇ ਸੀ, ਜਿਹਦੇ ਵਿੱਚ ਫੂਡ ਐਂਡ ਸਪਲਾਈ ਦਾ ਵਿੱਚ ਹੋਇਆ ਪੰਜਾਬ 'ਚ। ਉਹਦੇ 'ਚ ਇਹ ਹੋਇਆ ਕਿ ਉਹਦੇ ਵਿੱਚ ਕਾਰਾਂ ਦੇ, ਸਕੂਟਰਾਂ ਦੇ, ਮੋਟਰਸਾਈਕਲਾਂ ਦੇ ਨੰਬਰ ਦਿੱਤੇ ਸੀਗੇ ਸਪਲਾਈ, ਜਿਹਦੇ ਵਿੱਚ ਅਨਾਜ ਨੂੰ ਇੱਧਰ ਉੱਧਰ ਢੋਣ ਦਾ ਕੰਮ ਸੀਗਾ, ਜਦੋਂ ਕਿ ਉਹ 'ਤੇ ਟਰੱਕਾਂ ਦੇ ਨੰਬਰ ਹੋਣੇ ਚਾਹੀਦੇ ਆ। ਉਹ ਵੀ ਇੱਕ ਜਾਲੀ ਨੰਬਰਾਂ 'ਤੇ ਚੱਲਿਆ ਕੰਮ। ਔਰ ਇੱਕ ਨੰਬਰ ਹੋਰ ਸੀਗਾ, ਸਕੂਟਰ ਦਾ ਨੰਬਰ ਲੱਗਾ ਸੀਗਾ 15 ਅਗਸਤ ਤੇ 15 ਅਗਸਤ ਤੇ ਜਿਹੜੀ ਗੱਡੀ ਆਈ ਸੀ ਓਪਨ ਜੀਪ, ਦਿਨ ਦਿਹਾੜੇ ਕਿੰਨੀ ਕਿਸ ਤਰ੍ਹਾਂ ਦੀਆਂ ਠੱਗੀ ਹੋ ਰਹੀ ਹੈ। ਇਹ ਤਾਂ ਸੀ ਨਾ ਉਹ ਤੁਸੀਂ ਜਿਹਨਾਂ ਦੀ ਗੱਲ ਕਰ ਰਹੇ ਹੋ ਕਿ ਜਿਹੜੇ ਢੋਆ ਢੁਆਈ ਤੇ ਲੱਗੇ ਹੋਏ ਸੀਗੇ। ਆਸ਼ੂ ਜੀ ਦੀ ਹੈ ਜਿਹੜੀ ਆਪਣੇ ਮੰਤਰੀ ਸਾਹਿਬ ਭਾਰਤ ਭੂਸ਼ਣ ਆਸ਼ੂ ਜੀ, ਜਿਹੜੇ ਕਾਂਗਰਸ ਦੇ ਵਿਧਾਇਕ ਰਹੇ ਨੇ, ਉਹਨਾਂ ਵੇਲੇ ਦੀਆਂ ਗੱਲਾਂ ਨੇ। ਇਹ ਜਿਹੜਾ ਢੋਆ ਢੁਆਈ ਵਾਸਤੇ ਵਾਹੀਕਲ ਇਸਤੇਮਾਲ ਹੋਏ, ਜਾਲੀ ਨੰਬਰਾਂ ਵਾਲੇ ਇਸਤੇਮਾਲ ਹੋਏ। ਸੋ ਇਹ ਜਾਲੀ ਨੰਬਰਾਂ ਦਾ ਜਿਹੜਾ ਸਿਲਸਿਲਾ ਇਹ ਬੜਾ ਖਤਰਨਾਕ ਹੈ। ਕੋਈ ਵੀ ਜਾਲੀ ਨੰਬਰ ਵਾਲੀ ਗੱਡੀ ਦੇ ਵਿੱਚ ਸਵਾਰ ਕੋਈ ਵਾਰਦਾਤ ਕਰ ਸਕਦਾ ਜੀ। ਹਾਦਸੇ ਤਾਂ ਠੀਕ ਨੇ, ਕੋਈ ਵਾਰਦਾਤ ਕਰ ਸਕਦਾ, ਕੋਈ ਐਂਟੀ ਸੋਸ਼ਲ ਐਲੀਮੈਂਟ ਹੋ ਸਕਦਾ ਹੈ ਜੋ ਉਸ ਗੱਡੀ ਨੂੰ ਇਸਤੇਮਾਲ ਕਰ ਸਕਦਾ ਆਪਣੇ ਉਹਨਾਂ ਕਾਰਨਾਮਿਆਂ ਵਾਸਤੇ, ਉਸ ਜੋ ਇੱਕ ਗਲਤ ਸੋਚ ਨਾਲ ਉਹ ਅੰਜਾਮ ਦਿੰਦਾ ਹੈ। ਸੋ ਇਹ ਜਾਲੀ ਨੰਬਰ, ਜਾਲੀ ਕੰਮ ਤੇ ਕਿਤੇ ਵੀ ਜਾਲੀ ਨੋਟ ਹੋਣ, ਜਾਲੀ ਕੰਮ ਕਰਨ ਵਾਲੇ ਕਈ ਵਾਰ ਤਾਂ ਕਹਿੰਦੇ ਨੇ ਕਿ ਬੰਦਾ ਵੀ ਜਾਲੀ ਹੈ, ਪਤਾ ਨਹੀਂ ਲੱਗਦਾ ਪਿਆ ਕਿ ਇਹ ਸਹੀ ਹੈ ਕਿ ਗਲਤ ਹੈ। ਸੋ ਇਹ ਜਾਲੀ ਨੰਬਰਾਂ ਦਾ ਖੈਰ ਇਹਦੇ ਵਿੱਚ ਕੀ ਹੈ ਕਿ ਪੰਜਾਬ ਗੌਰਮੈਂਟ ਨੂੰ ਬਹੁਤ ਜ਼ਿਆਦਾ ਸਖਤ ਹੋਣਾ ਪੈਣਾ, ਕਿਉਂਕਿ ਅਸੀਂ ਦੇਖਦੇ ਹਾਂ ਜਿਹੜਾ ਸ਼ਾਸਨ ਹੈ ਨਾ, ਸਾਡਾ ਪ੍ਰਸ਼ਾਸਨ ਹੈ ਸਰਕਾਰੀ, ਪੁਰਾਣੇ ਸਮੇਂ ਤੋਂ ਦੇਖਦੇ ਪਏ ਹਾਂ, ਇਹ ਸਰਕਾਰੀ ਪ੍ਰਸ਼ਾਸਨ ਕਿਤੇ ਸੜ ਰਿਹਾ ਹੈ, ਗਲ ਰਿਹਾ ਹੈ। ਮਤਲਬ ਇਹਦੇ ਵਿੱਚੋਂ ਤੁਸੀਂ ਕਹੋ ਨਾ ਕਿ ਬਹੁਤ ਅਜੀਬ ਜਿਹੇ ਸਾਨੂੰ ਐਕਸਪੀਰੀਅੰਸ ਹੁੰਦੇ ਨੇ। ਅਸੀਂ ਕਈ ਵਾਰ ਸੋਚਦੇ ਹਾਂ ਕਿਤੇ ਦੇਖੋ ਫਾਈਲਾਂ ਦੇ ਢੇਰ ਲੱਗੇ ਪਏ ਨੇ, ਪਤਾ ਨਹੀਂ ਕਿਹੜੇ ਜ਼ਮਾਨੇ ਦੀਆਂ ਨੇ, ਧੂੜਾਂ ਚੜ੍ਹੀਆਂ ਹੋਈਆਂ ਨੇ, ਠੀਕ ਹੈ ਨਾ। ਇਹ ਵੀ ਅਸੀਂ ਦੇਖਦੇ ਹਾਂ। ਕਈ ਵਾਰ ਇੰਪੋਰਟੈਂਟ ਡਾਕੂਮੈਂਟਸ ਫਟੇ ਹੋਏ ਨੇ। ਹੁਣ ਸਿੱਧੂ ਸਾਹਿਬ ਦੇ ਵੇਲੇ ਦਾ ਉਹ ਸ਼ਹਿਰੀ ਜਿਹੜਾ ਉਹ ਨਹਿਰੀ ਮਾਮਲਿਆਂ ਦੇ ਵਿੱਚ ਕੋਈ ਮਸਲੇ ਹੈਗੇ ਨੇ, ਉਹ ਇੱਕ ਫਾਈਲ ਹੀ ਨਹੀਂ ਮਿਲਦੀ ਪਈ। ਫਾਈਲ ਉਹ ਤਾਂ ਚੁੱਕੀ ਗਈ, ਫਾਈਲ ਉੱਥੇ ਚੰਡੀਗੜ੍ਹ ਪਹੁੰਚੀ ਨਹੀਂ, ਉਹਦੇ 'ਚ ਚੰਡੀਗੜ੍ਹ 'ਚ ਨਹੀਂ ਪਹੁੰਚੀ। ਸਿੱਧੂ ਸਾਹਿਬ ਦਾ ਮਸਲਾ ਦੇਖ, ਉਹਨਾਂ ਨੇ ਦੇਖਿਆ ਵੀ ਉਹਨਾਂ ਨੇ ਬਾਅਦ 'ਚ ਉਹਨਾਂ ਨੂੰ ਪੁੱਛਿਆ ਗਿਆ, ਉਹਨਾਂ ਨੂੰ ਜਦੋਂ ਬਾਅਦ ਜੇਲ੍ਹ 'ਚ ਨੇ, ਉਹਨਾਂ ਨੂੰ ਪੁੱਛਿਆ ਗਿਆ ਤੁਸੀਂ ਬਾਹਰ ਹੋ ਤਾਂ ਦੱਸੋ ਕਿ ਕਿੱਥੇ ਫਾਈਲਾਂ ਨੇ ਔਰ ਤੁਸੀਂ ਤੁਹਾਡੇ ਕੋਲ ਕਦੋਂ ਸਬਮਿਟ ਹੋਈਆਂ, ਤੇ ਫਿਰ ਚੰਡੀਗੜ੍ਹ ਕਿੱਦਾਂ ਦੀਆਂ ਗਈਆਂ। ਪਰ ਆ ਜਿਹੜੇ ਜਾਲੀ ਨੰਬਰ ਆ ਨਾ, ਆਪਾਂ ਇੱਥੇ ਆਈਏ, ਜਾਲੀ ਨੰਬਰ ਆਪ ਵੀ ਬਣਾਏ ਲੋਕਾਂ ਨੇ। ਗੱਲ ਇਹੀ ਜਾਲੀ ਨੰਬਰ ਆ, ਮਤਲਬ ਰੈਫਰੈਂਸ ਮੈਂ ਹੀ ਦਿੰਦਾ ਪਿਆ, ਆਪ ਹੀ ਨੇਮ ਪਲੇਟ ਬਣਾ ਕੇ ਆਪ ਹੀ ਉੱਤੇ ਰੱਖ ਕੇ ਗੱਡੀ ਨਾਲ ਜੋੜ ਕੇ ਉਹਦੇ 'ਤੇ ਨੰਬਰ ਲੱਗਤਾ, PB08 ਲੈ ਕੇ ਅੱਗੇ ਨੰਬਰ ਬਣਾਉਂਦੇ ਆ। ਔਰ ਉਹਦੇ ਵਿੱਚ ਨਾਲ RC ਵੀ ਜਿਹੜੀਆਂ ਗਲਤ ਆਪੋ ਆਪਣੀਆਂ ਬਣਾਈਆਂ ਹੁੰਦੀਆਂ। ਪਰ ਉਹਦੇ ਨਾਲ ਦੇਖੋ ਹਾਦਸੇ ਵਾਲੀ ਚਲੋ ਗੱਲ ਹੈਗੀ, ਹਾਦਸੇ ਤਾਂ ਚਲੋ ਹੁੰਦੇ ਹੀ ਆ, ਜਿੰਨਾ ਬਹੁਤ ਹੁੰਦੇ ਸੜਕਾਂ 'ਤੇ। ਸੜਕਾਂ ਵੀ ਅੱਗੇ ਆਪਣੀ ਇੱਦਾਂ ਦੀਆਂ ਖੱਡਿਆਂ ਵਾਲੀਆਂ ਪੂਰੀਆਂ, ਜਦੋਂ ਬ੍ਰੇਕਾਂ ਮਾਰਦੇ ਆ ਤਾਂ ਨਾਲ ਦੂਜੀ ਨਾਲ ਜਾ ਕੇ ਗੱਡੀ ਲੱਗਦੇ ਆ। ਬਾਹਰਲੇ ਦੇਸ਼ਾਂ 'ਚ ਦੇਖੋ ਉਹਨਾਂ ਨਾਲ ਡਿਸਟੈਂਸ ਰੱਖਣ ਲਈ ਇੱਕ ਸਪੀਡ 'ਤੇ ਚੱਲਦੀ ਆ। ਜੇ 95 ਤੇ ਚੱਲਣੀ ਜਾਂ 90 ਤੇ ਚੱਲਣੀ ਤਾਂ ਸਾਰੀਆਂ ਗੱਡੀਆਂ ਉਨੀਆਂ ਚੱਲਣਗੀਆਂ। ਜਦੋਂ ਇੱਕ ਸਪੀਡ 'ਤੇ ਚੱਲਣਗੀਆਂ ਤਾਂ ਕੋਈ ਹਾਦਸਾ ਨਹੀਂ ਹੁੰਦਾ। ਸਾਡੇ ਇੱਕ 100 ਤੇ ਚੱਲ ਰਹੀ ਆ, ਇੱਕ 40 ਤੇ ਚੱਲ ਰਹੀ ਆ, ਦੂਜੀ 45 ਤੇ ਚੱਲ ਰਹੀ ਆ, ਆਪੋ 'ਚ ਭਿੜਦੀਆਂ ਗੱਡੀਆਂ, ਉਹਦੇ ਵਿੱਚ ਉਹੀ ਆ। ਔਰ ਗੱਡੀਆਂ ਵੱਡੀਆਂ ਆ ਗਈਆਂ ਅਤੇ ਸੜਕਾਂ ਉਨੀਆਂ ਦੀਆਂ ਆਉਂਦੀਆਂ। ਔਰ ਜਾਲੀ ਨੰਬਰ ਹੈਗੇ ਆ, ਜਾਲੀ ਇਸ ਕਰਕੇ ਛੇਤੀ ਚਲਾਉਂਦੇ, ਉਹਨਾਂ ਨੂੰ ਪਤਾ ਵੀ ਕੋਈ ਪੁਲਿਸ ਨਾ ਮਗਰ ਲੱਗੀ ਹੋਈ। ਕਈ ਵਾਰੀ ਪੁਲਿਸ ਵਾਲਿਆਂ ਨੇ ਵੀ ਮਾਰਤਾ, ਤੁਹਾਨੂੰ ਦੇਖਿਆ ਹੋਊਗਾ ਇੱਦਾਂ ਦਾ। ਕਈ ਵਾਰੀ ਪੁਲਿਸ ਵਾਲੇ ਜਦੋਂ ਰੋਕਦੇ, ਉਹਨੂੰ ਟ੍ਰੈਫਿਕ ਵਾਲੇ ਰੋਕਦੇ ਆ, ਉਹ ਉੱਤੋਂ ਦੀ ਚੜ੍ਹਾ ਦਿੰਦੇ ਆ। ਬਹੁਤ ਜਗ੍ਹਾ 'ਤੇ ਇੰਸਪੈਕਟਰ ਮਾਰਦੇ ਆ, ਪੁਲਿਸ ਦੇ ਸਿਪਾਹੀ ਮਾਰ ਦਿੱਤੇ ਆ। ਇਹ ਗੱਲ ਹੁੰਦੀ ਹੈ। ਇਹਨੂੰ ਕੀ ਕਹਿੰਦੇ ਆ? ਜੰਗਲੀ ਰਾਜ। ਇਹਦੇ ਵਿੱਚ ਹੁਣ ਆਪਾਂ ਨੂੰ ਪ੍ਰਸ਼ਾਸਨ ਕੀ ਕਰੂਗਾ ਜਦੋਂ ਜਨਤਾ ਹੀ ਗਲਤ ਕੰਮ ਕਰਦੀ ਹੈ, ਜਦੋਂ ਲੋਕ ਕੰਮ ਕਰਦੇ ਗਲਤ, ਜਦੋਂ ਸਾਡਾ ਹੀ ਕੋਆਪਰੇਸ਼ਨ ਉਹਦੇ ਨਾਲ ਨਹੀਂ ਹੈਗਾ, ਅਤੇ ਉਹ ਜਿਹੜੀ ਸਰਕਾਰ ਹੈ ਜਾਂ ਜਿਹੜੇ ਉਹਦੇ 'ਚ ਕਰਮਚਾਰੀ ਲੱਗੇ ਆ ਜਾਂ ਪੁਲਿਸ ਲੱਗੀ ਆ, ਉਹ ਵਿਚਾਰੇ ਕੀ ਕਰਨਗੇ? ਉਹ ਤਾਂ ਵਿਚਾਰੇ ਦਵਾਈ ਪਾਉਂਦੇ ਆ, ਔਰ ਉਹਨਾਂ ਦਾ ਵੀ ਕੋਈ ਕਸੂਰ ਨਹੀਂ ਗਾ। ਪਰ ਕਿਤੇ ਨਾ ਕਿਤੇ ਉਹਨਾਂ ਦੀ ਵੀ ਗਲਤੀ ਹੈ, ਲੋਕਾਂ ਦੀ ਵੀ ਗਲਤੀ ਹੈ। ਸਾਰੀਆਂ ਗਲਤੀਆਂ ਮਿਲ ਕੇ ਕੀ ਬਣ ਜਾਂਦਾ? ਮਨਸੂਬਾ ਲੋਕਾਂ 'ਚ ਨੁਕਸਾਨ ਅਤੇ ਜਾਨ ਦਾ ਅਤੇ ਮਾਲ ਦਾ, ਦੋਵਾਂ ਦਾ ਨੁਕਸਾਨ ਹੁੰਦਾ। ਬਿਲਕੁਲ ਹੁੰਦਾ ਹੈ, ਕਿਉਂਕਿ ਸਰਕਾਰ ਦਾ ਅਤੇ ਜਨਤਾ ਦਾ ਤਾਲਮੇਲ ਚਾਹੀਦਾ। ਜਿੱਥੇ ਤਾਲਮੇਲ ਮਿਸ ਹੋ ਗਿਆ ਉੱਥੇ ਕਰਪਸ਼ਨ ਸ਼ੁਰੂ ਹੋ ਗਈ। ਸੋ ਇਹ ਬਹੁਤ ਸੰਜੀਦਾ ਮਾਮਲਾ ਹੈ ਜਾਲੀ ਨੰਬਰਾਂ ਦਾ। ਇਹਦੇ ਉੱਤੇ ਜ਼ਰੂਰ ਨਕੇਲ ਕੱਸਣੀ ਚਾਹੀਦੀ ਹੈ ਪੰਜਾਬ ਗੌਰਮੈਂਟ ਨੂੰ। ਸੋ ਹੁਣ ਫਿਰ ਚੱਲਦੇ ਹਾਂ ਆਪਾਂ ਵਿਦੇਸ਼ੀ ਧਰਤੀ 'ਤੇ।
ਬਰਤਾਨੀਆ ਹੋ ਕੇ ਆਉਂਦੇ ਆ। ਚਲੋ ਜੀ ਘੁੰਮੋ ਫਿਰ, ਚੜੋ ਜਹਾਜ਼ ਤੇ ਤਾਂ ਬਾਰੀ ਬੰਦ ਕਰਕੇ ਰੱਖੇ ਜਰਾ। ਐਲਿਜ਼ਾਬੈਥ ਸੈਕਿੰਡ ਹਾਂ, ਉਹਨਾਂ ਦਾ ਦੇਹਾਂਤ ਹੋ ਗਿਆ। ਹਾਂ, ਤਾਂ ਵੱਖੋ-ਵੱਖ ਦੇਸ਼ਾਂ ਤੋਂ ਨੈਚੁਰਲੀ ਅਫਸੋਸ ਦੇ ਸੁਨੇਹੇ ਆਉਂਦੇ ਪਏ ਨੇ। ਪ੍ਰਧਾਨ ਮੰਤਰੀ ਜੀ ਨੇ ਵੀ, ਸਾਡੇ ਇੱਥੇ ਨਰਿੰਦਰ ਮੋਦੀ ਸਾਹਿਬ ਨੇ ਵੀ ਭੇਜਿਆ ਹੈ। ਔਰ ਉਹਨਾਂ ਨੇ ਇੱਕ ਗੱਲ ਦਾ ਜ਼ਿਕਰ ਕੀਤਾ ਕਿ ਜਦੋਂ ਮੈਂ ਸਨ 2015 ਵਿੱਚ ਤੇ ਸਨ 2018 ਦੇ ਵਿੱਚ ਗਿਆ ਸੀ ਇੰਗਲੈਂਡ ਦੇ ਦੌਰੇ ਤੇ, ਉਦੋਂ ਮੈਂ ਮਹਾਰਾਣੀ ਨੂੰ ਵੀ ਮਿਲਿਆ ਸੀ ਤੇ ਉਹਨਾਂ ਨੇ ਮੈਨੂੰ ਇੱਕ ਰੁਮਾਲ ਦਿਖਾਇਆ ਸੀ ਕਿ ਇਹ ਮੇਰੇ ਵਿਆਹ ਦੇ ਉੱਤੇ ਮਹਾਤਮਾ ਗਾਂਧੀ ਨੇ ਮੈਨੂੰ ਗਿਫਟ ਕੀਤਾ ਸੀ। ਕਿਆ ਬਾਤ ਹੈ। ਤੋ ਕਹਿੰਦੇ ਬੜੇ ਅੱਛੇ ਸੰਬੰਧ ਰਹੇ ਨੇ। ਖੈਰ ਸਾਡੇ ਉੱਤੇ ਦੇ ਰਾਜ ਕਰਦੇ ਰਹੇ ਨੇ ਅੰਗਰੇਜ਼, 190 ਸਾਲ ਦੀ ਅਸੀਂ ਗੁਲਾਮੀ ਭੁਗਤੀ ਹੈ। ਫਿਰ ਵੀ ਬਹੁਤ ਹੀ ਪਾਵਰਫੁਲ ਲੇਡੀ, ਔਰ ਇਹਨਾਂ ਨੂੰ ਕਿਸੇ ਦੇਸ਼ ਵਿੱਚ ਜਾਣ ਵਾਸਤੇ ਵੀਜ਼ਾ ਔਰ ਪਾਸਪੋਰਟ ਦੀ ਲੋੜ ਨਹੀਂ ਪੈਂਦੀ ਸੀ, ਕਿਉਂਕਿ ਦੁਨੀਆ ਦੇ ਜਿਹੜੇ ਮੋਸਟ ਪਾਵਰਫੁਲ ਲੋਕ ਨੇ ਉਹਨਾਂ ਵਿੱਚੋਂ ਇੱਕ ਨੇ, ਔਰ ਅਰਬਾਂ ਦੀ ਜਾਇਦਾਦ ਛੱਡ ਕੇ ਗਏ ਨੇ। ਔਰ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦਾ ਜਿਹੜਾ ਵੱਡਾ ਬੇਟਾ ਹੈ ਉਹ ਹੁਣ ਕਿੰਗ ਬਣੇਗਾ। ਹਾਂ, ਉਹਨਾਂ ਦਾ ਗੱਦੀ ਤੇ ਉਹਨਾਂ ਨੇ ਬਹਿਣਾ ਹੁਣ। ਜੀ ਜੀ ਜੀ। ਇਸ ਤਰ੍ਹਾਂ ਦਾ ਹੈਗਾ ਕਿ ਜਿਹੜੀ ਉਹਨਾਂ ਦੀ ਮੌਤ ਦਾ ਜਿਹੜੀ ਖਬਰ ਹੈ, ਸਾਰੇ ਅੰਤਰਰਾਸ਼ਟਰੀ ਤੌਰ ਤੇ ਲੋਕਾਂ ਨੇ ਬਹੁਤ ਸੋਗ ਮਨਾਇਆ, ਕਿਉਂਕਿ ਬਹੁਤ ਵੱਡਾ ਕੰਟਰੀ ਹੈ ਔਰ ਸਾਰੇ ਦੇਸ਼ਾਂ 'ਚ ਇਹਨਾਂ ਦੇ ਨੁਮਾਇੰਦੇ ਬੈਠੇ ਆ। ਔਰ ਇਹਨਾਂ ਦੀ ਜਿਹੜੀ ਰਾਜਗੱਦੀ ਹੈ ਬੜੀ ਪੁਰਾਣੀ ਹੈਗੀ ਹੈ। ਮਹਾਰਾਣੀ ਐਲਿਜ਼ਾਬੈਥ ਜਿਹੜੇ ਸੀਗੇ ਸੈਕੰਡ, ਜਿਹੜੇ ਇਹ 1955 ਤੋਂ ਦੇਖੋ ਬੈਠੇ ਸੀ ਗੱਦੀ ਤੇ, 70 ਸਾਲ ਹੋ ਗਏ। 70 ਸਾਲ ਤੱਕ ਇਹਨਾਂ ਨੇ ਸਮਾਂ ਗੁਜ਼ਾਰਿਆ। 1946-45 ਤੋਂ ਤੇ ਆਏ ਆ ਨਾ ਉੱਧਰੋਂ, ਔਰ ਦੇਖੋ ਉਹ ਸਮੇਂ ਤੱਕ, ਔਰ ਇਹਨਾਂ ਦੀ ਸਿਹਤ ਵੀ ਅੱਛੀ ਸੀ, ਪਰ ਥੋੜ੍ਹੇ ਦਿਨਾਂ ਤੋਂ ਇਹ ਰਹੇ ਬਿਮਾਰ ਰਹੇ ਆ, ਹਸਪੀਟਲ ਐਡਮਿਟ ਰਹੇ ਆ। ਇਲਾਜ ਤਾਂ ਇਹਨਾਂ ਦਾ ਬੜਾ ਵੱਡੇ ਸਕੇਲ 'ਤੇ ਸੀਗਾ, ਔਰ ਇਹਨਾਂ ਦੇ ਇਲਾਜ ਦੇ ਵਿੱਚ ਕੋਈ ਇੱਦਾਂ ਦੀ ਨਹੀਂ ਮਾੜੀ ਮੋਟੀ ਖੁਨਾਮੀ ਨਹੀਂ ਸੀਗੀ। ਪਰ ਉਦੋਂ ਬਾਅਦ ਇਹ ਸੋਗ ਸਾਰੇ ਦੇਸ਼ਾਂ 'ਚ ਮਨਾਇਆ ਗਿਆ। ਪਰ ਜਿੱਥੇ ਤੁਸੀਂ ਦੱਸਿਆ ਵੀ ਇੰਨੀ ਜਾਇਦਾਦ ਛੱਡ ਕੇ ਗਿਆ, ਜਿੰਨਾ ਕੁਛ ਹੈਗਾ, ਬਹੁਤ ਕੁਛ ਸੰਜੀਵ ਖੰਨਾ ਜੀ ਪੰਜਾਬ 'ਚੋਂ ਵੀ ਗਿਆ, ਹਿੰਦੁਸਤਾਨ 'ਚੋਂ ਵੀ ਗਿਆ। ਇਹਨਾਂ ਨੂੰ ਪਤਾ ਕਿ ਹਿੰਦੁਸਤਾਨ ਸੋਨੇ ਦੀ ਚਿੜੀ ਹੈ, ਸਾਰਾ ਕੁਛ ਉੱਥੇ ਹੈ। ਜਦੋਂ ਇੱਕ ਐਗਜ਼ਾਮਪਲ ਹੈਗੀ ਹੈ ਮਹਾਰਾਣੀ ਜਿੰਦਾਂ, ਮਹਾਰਾਜਾ ਦਲੀਪ ਸਿੰਘ ਆਖਰੀ ਬੇਟੇ ਸੀ ਜਿਹੜੇ ਉਹਨਾਂ ਦੇ ਮਹਾਰਾਜਾ ਰਣਜੀਤ ਸਿੰਘ ਦੇ, ਉਹਨਾਂ ਨੂੰ ਉਹ ਉਦੋਂ ਅੰਗਰੇਜ਼ ਲੈ ਗਏ ਸੀ ਨਾਲ ਹੀ। ਉਹਨਾਂ ਨੂੰ ਉਹਨਾਂ ਦੇ ਵਾਲ ਵੂਲ ਕੱਟ ਕੇ ਉਹਨਾਂ ਨੂੰ ਕੈਪ ਪਵਾਤੀ, ਬੜਾ ਕੁਝ ਕਰਕੇ ਉਹਨਾਂ ਦਾ ਮੈਰਿਜ ਉੱਥੇ ਕਰਤੀ। ਮਹਾਰਾਣੀ ਜਿੰਦਾਂ ਦਾ ਬੇਟਾ ਸੀ। ਜਦੋਂ ਇਹ ਮਹਾਰਾਣੀ ਜਿੰਦਾਂ ਖੁਦ ਗਏ ਉੱਥੇ, ਮਹਾਰਾਣੀ ਐਲਿਜ਼ਾਬੈਥ ਦੇ ਕੋਲ ਬੈਠੇ ਆ, ਕਿਉਂਕਿ ਮਹਾਰਾਣੀ ਐਲਿਜ਼ਾਬੈਥ ਹੀ ਆਉਂਦੀਆਂ 1 ਬਾਈ 1 ਜਦੋਂ ਆਉਂਦੇ, ਇਹਨਾਂ ਦਾ ਇਹੀ ਸੀਗਾ ਰਾਜ ਘਰਾਣਾ। ਜਦੋਂ ਬੈਠੇ ਉਹਨਾਂ ਨੂੰ ਜਦੋਂ ਉੱਤੇ ਚਾਹ ਦਿੱਤੀ, ਉਹਨਾਂ ਨੇ ਕੌਫੀ ਦਿੱਤੀ ਆ, ਉਹਨਾਂ ਕੱਪ 'ਚ ਉਹਨਾਂ ਨੇ ਵੇਖਿਆ, ਕੱਪ ਪਛਾਣਿਆ। ਕਹਿੰਦੇ ਕੱਪ ਕਿੱਥੋਂ ਆਇਆ? ਉਹ ਕਹਿੰਦੇ ਤੁਸੀਂ ਪਛਾਣੋ। ਕਹਿੰਦੇ ਕੱਪ ਸਾਡਾ। ਤੁਹਾਡਾ ਕੀ ਹੈ? ਤੁਹਾਡਾ ਹੀ ਹੈ ਸਾਰਾ ਕਰੋਕਰੀ ਸਾਡੀ ਹੈ। ਉਹ ਕਹਿੰਦੇ ਹਿੰਦੁਸਤਾਨ 'ਚੋਂ ਆਇਆ, ਪੰਜਾਬ 'ਚੋਂ ਆਇਆ, ਮਹਾਰਾਜਾ ਰਣਜੀਤ ਸਿੰਘ ਦੇ ਮਿਊਜ਼ੀਅਮ 'ਚੋਂ ਲਿਆ। ਉਹ ਮੰਨ ਗਏ। ਫਿਰ ਉਹਨਾਂ ਨੇ ਵੈਪਨ ਦੇਖੇ, ਉਹਨਾਂ ਦਿਖਾਲੇ, ਆ ਨਹੀਂ ਕੁਛ ਹੈਗਾ, ਕੋਹਿਨੂਰ ਹੀਰਾ ਦੇਖ ਲਓ, ਜਿਹੜਾ ਹਿੰਦੁਸਤਾਨ 'ਚੋਂ ਗਿਆ ਵਾ, ਜਿਹੜਾ ਦੁਨੀਆ 'ਚ ਇੱਕੋ ਹੀ ਹੈਗਾ, ਉਹ ਵੀ ਅੰਗਰੇਜ਼ ਲੈ ਗਏ। ਅੰਗਰੇਜ਼ਾਂ ਨੇ ਕੋਈ ਚੀਜ਼ ਛੱਡੀ ਨਹੀਂ ਇੱਥੇ, ਉਹ ਇੱਕ ਨਿੱਕੀ ਨਿੱਕੀ ਚੀਜ਼ਾਂ ਵੀ ਲੈ ਗਏ ਤਾਂ ਵੱਡੀ ਤੋਂ ਵੱਡੀ ਚੀਜ਼ ਵੀ ਲੈ ਗਏ ਆ। ਹੁਣ ਫਿਰ ਹਿੰਦੁਸਤਾਨ ਹੁਣ ਜਾ ਕੇ ਕਿਤੇ ਮਾੜਾ ਜਿਹਾ ਆਪਣਾ ਪੈਰਾਂ ਸਿਰ ਹੋਇਆ, ਔਰ ਅੰਗਰੇਜ਼ ਸਿਰਫ ਹਿੰਦੁਸਤਾਨ 'ਚੋਂ ਨਹੀਂ, ਪੂਰੇ ਵਿਸ਼ਵ 'ਚੋਂ, ਹਰ ਦੇਸ਼ 'ਚੋਂ ਲੈ ਗਿਆ। ਆਸਟ੍ਰੇਲੀਆ, ਕੈਨੇਡਾ, ਕਿਧਰ ਕਿਧਰ ਘੁੰਮਦੇ ਰਹੇ ਆ, ਔਰ ਸਾਰਿਆਂ ਦੇਸ਼ਾਂ 'ਚ ਅਜੇ ਵੀ ਬੈਠੇ ਆ। ਤੁਸੀਂ ਨਿਊਜ਼ੀਲੈਂਡ ਜਾ ਕੇ ਦੇਖੋ, ਸਾਰੇ ਕੁਛ ਇਹਨਾਂ ਦੀ ਅਜੇ ਉੱਥੇ ਆਪਣੀਆਂ ਕਲੋਨੀਆਂ ਵਾਂ ਅੰਗਰੇਜ਼ਾਂ ਦੀ, ਅਜੇ ਉੱਥੇ ਬੈਠੇ ਆ। ਉੱਥੋਂ ਦੇ ਜਿਹੜੇ ਮੂਲ ਨਿਵਾਸੀ ਆ ਮੋਹਰੀ, ਉਹ ਉਹਨਾਂ ਨੂੰ ਟੈਕਸ ਦਿੰਦੇ ਆ। ਬਿਲਕੁਲ ਸਹੀ। ਦਿਮਾਗੀ ਤੌਰ 'ਤੇ ਬੜੇ ਵਧੀਆ ਨੇ, ਔਰ ਦਿਮਾਗ ਇਹਨਾਂ ਦਾ ਬਹੁਤ ਅੱਛਾ ਚੱਲਦਾ ਹੈ। ਜਿੰਨੀਆਂ ਖੋਜਾਂ ਕੀਤੀਆਂ ਇਹਨਾਂ ਨੇ ਕੀਤੀਆਂ, ਜਿੰਨੀਆਂ ਚੰਗੀਆਂ ਲੜਾਈਆਂ ਕੀਤੀਆਂ ਇਹਨਾਂ ਕੀਤੀਆਂ, ਅਤੇ ਕਿਹਨਾਂ ਕੋ ਕਰਵਾਈਆਂ? ਲੋਕਾਂ ਕੋਲੋਂ। ਦਿਮਾਗ ਆਪਣਾ ਇਹਨਾਂ ਦਾ, ਔਰ ਸਾਰੀਆਂ ਖੋਜਾਂ ਇਹਨਾਂ ਦੀਆਂ ਹੋਈਆਂ। ਔਰ ਇਹ ਸੱਚੀ ਸੁੱਚੀ ਸ਼ਰਧਾਂਜਲੀ ਜਿਹੜੀ ਆ ਹੁਣੇ ਦਿੱਤੀ ਇਹਨਾਂ ਨੇ, ਮੋਦੀ ਸਾਹਿਬ ਨੇ, ਔਰ ਆਪਣੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਜੀ ਨੇ, ਔਰ ਸਾਡੇ ਸਾਰੇ ਪੰਜਾਬ ਦੇ ਔਰ ਹਿੰਦੁਸਤਾਨ ਦੇ ਵਸਨੀਕਾਂ ਨੇ। ਔਰ ਆਪਣਾ ਇਹਨਾਂ ਨਾਲ ਬਹੁਤ ਪਿਆਰ ਰਿਹਾ ਅੰਗਰੇਜ਼ਾਂ ਨਾਲ, ਔਰ ਉਹਨਾਂ ਦਾ ਵੀ ਅਜੇ ਹੈਗਾ। ਇਸ ਕਰਕੇ ਰਿਹਾ ਕਿ ਉਹ ਸਾਡੇ ਨੇੜੇ ਰਹੇ ਆ, ਬਹੁਤ ਜ਼ਿਆਦਾ ਰਹੇ ਆ। ਔਰ ਜੋ ਕੁਝ ਬਣਾਂਗੇ ਅਜੇ ਤੱਕ ਉਹਨਾਂ ਦਾ ਬਣਾਇਆ ਆਪਾਂ ਵਰਤ ਰਹੇ ਹਾਂ। ਬੜਾ ਕੁਝ ਹੈਗਾ, ਲੋਕ ਯਾਦ ਕਰਦੇ ਆ, ਚਾਹੇ ਆਪਾਂ ਗੁਲਾਮ ਰਹੇ, ਪਰ ਵਿਕਾਸ ਕੀਤਾ ਉਹਨਾਂ ਨੇ ਹਰ ਤਰੀਕੇ ਨਾਲ। ਪੁਲ ਬਣਾਉਣ 'ਤੇ, ਰੇਲਾਂ ਚਲਾਤੀਆਂ, ਰੇਲਵੇ ਦੇ ਵਿੱਚ, ਡਾਕਘਰ ਦੇ ਵਿੱਚ ਦੇਖੋ ਕੀ ਕੁਝ ਚਲਾਇਆ, ਕੀ ਕੁਝ ਚੀਜ਼ਾਂ ਜਿਹੜੀਆਂ ਫੈਸਿਲਿਟੀ ਉਹਨਾਂ ਨੇ ਦਿੱਤੀਆਂ। ਨਹੀਂ ਤਾਂ ਅਜੇ ਤੱਕ ਹਿੰਦੁਸਤਾਨ ਨੇ ਹੁਣ ਵੀ ਨਹੀਂ ਹਜੇ ਚਲਾਉਣਾ, ਨਹੀਂ ਤਾਂ ਅਜੇ ਤੱਕ ਆਪਣੇ ਕੋਲ ਪੁਰਾਣੀਆਂ ਚੀਜ਼ਾਂ ਨਹੀਂ ਚੱਲ ਰਹੀਆਂ, ਤਾਂ ਨਵੀਆਂ ਕੀ ਚਲਾਉਣੀਆਂ ਸੀ ਆਪਾਂ। ਚਲੋ, ਉਹਨਾਂ ਦੇ ਜਾਣ ਤੋਂ ਬਾਅਦ ਪ੍ਰਿੰਸ ਚਾਰਲਸ ਜੋ ਉਹਨਾਂ ਦੇ ਵੱਡੇ ਬੇਟੇ ਨੇ, ਹੁਣ ਕਿੰਗ ਬਣਨਗੇ, ਕਿਉਂਕਿ ਇਸ ਵਕਤ ਉਹ ਆਫੀਸ਼ੀਅਲ ਸੋਗ 'ਤੇ ਨੇ। ਤੇ ਯੂਨੀਅਨ ਜੈਕ ਜਿਹੜਾ ਉਹਨਾਂ ਦਾ ਝੰਡਾ ਹੈ, ਉਹ ਸਾਰੀਆਂ ਸਰਕਾਰੀ ਇਮਾਰਤਾਂ ਦੇ ਉੱਤੇ ਅੱਧਾ ਚੁੱਕਿਆ ਹੋਇਆ, ਉਹਨਾਂ ਦੇ ਆਪਣੇ ਪੈਲੇਸ ਦੇ ਉੱਤੇ ਵੀ ਅੱਧਾ ਚੁੱਕਿਆ ਹੋਇਆ। ਖੈਰ, ਹੁਣ ਅਗਲੇ ਡਿਵੈਲਪਮੈਂਟਸ ਕਦੋਂ ਉਹਨਾਂ ਦਾ ਜੋ ਲਾਸਟ ਸੈਰੇਮਨੀਜ਼ ਹੁੰਦੀਆਂ ਨੇ, ਉਹ ਸਾਰੀ ਗੱਲ ਆਉਣੀ ਆ। ਔਰ ਬਾਕੀ ਕਿਉਂਕਿ ਕਿੰਗ ਨੇ, ਕੁਈਨ ਨੇ, ਔਰ ਰਾਇਲ ਫੈਮਿਲੀ ਆ ਉੱਥੋਂ ਦੀ। ਪਰ ਆਪਣੇ ਦੇਖ ਲਓ ਹਿੰਦੁਸਤਾਨ ਦੇ ਜਿਹੜੇ ਰਜਵਾੜਾ ਸ਼ਾਹੀ ਮੈਂ ਗੱਲ ਕਰ ਰਿਹਾ, ਰੀਸ਼ਾਂ ਦੇ ਨਾਲ ਜੁੜਦੀ ਹੈ, ਉੱਥੇ ਅਜੇ ਵੀ ਉਹੀ ਹੈਗਾ, ਅਨਰਿਟਨ ਕਨਸਟੀਟਿਊਸ਼ਨ ਹੈਗਾ ਉੱਥੇ ਸਾਰਾ ਕੁਝ। ਸਾਡੇ ਰਜਵਾੜਾ ਸ਼ਾਹੀ, ਪਟਿਆਲਾ ਦੇ ਮਹਾਰਾਜ, ਕਪੂਰਥਲੇ ਦੇ ਮਹਾਰਾਜ, ਹੈ ਨਾ, ਸਾਰੇ ਵੱਡੇ ਮਹਾਰਾਜ ਜਿਹੜੇ ਸੀ ਇੱਥੇ,
ਉਹ ਹੁਣ ਇੰਦਰਾ ਗਾਂਧੀ ਜੀ ਦਾ ਜਦੋਂ ਰਾਜ ਸੀਗਾ ਉਦੋਂ ਸਾਰਾ ਕੁਝ ਖਾਤਮਾ ਕਰ ਦਿੱਤਾ ਉਹਨਾਂ ਨੇ, ਪ੍ਰੀਵੀ ਪਰਸ ਸ਼ੁਰੂ ਕਰ ਦਿੱਤੇ, ਬੈਂਕਾਂ ਦੀਆਂ ਜਿਹੜੀਆਂ ਮਰਜ ਕਰ ਦਿੱਤੀਆਂ ਇੱਕ ਦੂਜੇ 'ਚ, ਉਹ ਜਦੋਂ ਐਮਰਜੈਂਸੀ ਲਾਈ ਸੀ ਉਦੋਂ ਤੱਕ। ਨਹੀਂ ਤਾਂ ਰਜਵਾੜਾ ਸ਼ਾਹੀ ਆਪਣੇ ਵੀ ਸੀਗਾ, ਇਹਨਾਂ ਦਾ ਰਾਜ ਚੱਲਦਾ ਸੀਗਾ। ਕੁਝ ਜ਼ਮਾਨਾ ਸੀ ਜਦੋਂ ਆਪਣੇ ਲੋਕਤੰਤਰ ਹੈ ਹੀ ਨਹੀਂ ਸੀਗਾ, ਰਾਜੇ ਕਾ ਰਾਜ ਕਰਦੇ ਸੀ, ਲੋਕ ਉਹਨਾਂ ਦੀ ਪਰਜਾ ਹੁੰਦੀ ਸੀ, ਉਹ ਜ਼ਮਾਨਾ ਸੀਗਾ। ਪਰ ਫਿਰ ਲੋਕਤੰਤਰ ਆਇਆ ਤਾਂ ਲੋਕ ਅਜੇ ਵੀ ਆਂਦੇ ਵੀ ਉਹ ਰਜਵਾੜਾ ਸ਼ਾਹੀ ਨੂੰ ਬੈਟਰ ਸੀ ਹੈ ਨਾ। ਇਹ ਗੱਲ ਸੀ, ਮੈਂ ਇਹ ਗੱਲ ਕਰਨੀ ਚਾਹੁੰਦਾ। ਉਹ ਕਹਿੰਦੇ ਵਧੀਆ ਸੀ, ਲੋਕਾਂ ਨੂੰ ਸਾਰਾ ਕੁਝ ਮਿਲਦਾ ਸੀਗਾ, ਲੋਕ ਸੁਖੀ ਸੀਗੇ, ਸੁੱਖ ਦੀ ਨੀਂਦੇ ਸੌਂਦੇ ਸੀਗੇ। ਇਸ ਤਰ੍ਹਾਂ ਦੀ ਰੋਜ਼ ਮਾਰ ਧਾੜ ਨਹੀਂ ਸੀ, ਗੋਲੀ ਨਹੀਂ ਸੀ ਰੋਜ਼ ਚੱਲਦੀ, ਰੋਜ਼ ਲੱਤਾਂ ਬਾਹਾਂ ਨਹੀਂ ਸੀ ਟੁੱਟਦੀਆਂ, ਗੱਡੀਆਂ ਚੋਰੀ ਨਹੀਂ ਸੀ ਹੁੰਦੀਆਂ। ਹੁਣ ਉਹ ਹਾਲਤ ਮਾੜੀ ਹੈ ਉਹਨਾਂ ਨਾਲ। ਹਾਂਜੀ ਬਲਕਾਰ ਜੀ। ਜੀ ਹਾਂਜੀ। ਮਮਤਾ ਬੈਨਰਜੀ ਨੇ ਕੇਂਦਰ ਨੂੰ ਘੇਰਿਆ, ਵਾਹ। ਭਾਜਪਾ ਨੂੰ ਹਰਾਉਣ ਲਈ ਵਿਰੋਧੀ ਪਾਰਟੀਆਂ ਤਿਆਰ। ਇਹ ਤਾਂ ਹੁਣ ਕਾਫੀ ਦੇਰ ਤੋਂ ਗੱਲ ਚੱਲਦੀ ਪਈ ਕਿ ਵਿਰੋਧੀ ਧਿਰਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਹੈ ਸਨ 2024 ਦੀਆਂ ਇਲੈਕਸ਼ਨਸ ਨੂੰ ਲੈ ਕੇ। ਔਰ ਨਿਤਿਸ਼ ਕੁਮਾਰ ਜੀ ਜਿਹੜੇ ਬਿਹਾਰ ਦੇ ਸੀਐਮ ਨੇ, ਉਹਨਾਂ ਨੇ ਵੀ ਹੁਣ ਭਾਜਪਾ ਦਾ ਪੱਲਾ ਛੱਡ ਕੇ, ਉਹਨਾਂ ਦੇ ਵੀ ਪਿੱਛੇ ਜਿਹੇ ਸਟੇਟਮੈਂਟਸ ਆਈ ਸੀ ਕਿ ਮੈਂ ਚਾਹੁੰਦਾ ਕਿ ਸਾਰੇ ਵਿਰੋਧੀ ਧਿਰ ਇਕੱਠੇ ਹੋ ਜਾਣ, ਭਾਜਪਾ ਨੂੰ ਇੱਕ ਸਟਰੋਂਗ ਓਪੋਜੀਸ਼ਨ ਆਪਾਂ ਦਈਏ। ਸੋ ਮਮਤਾ ਬੈਨਰਜੀ ਤੋਂ ਕਾਫੀ ਦੇਰ ਤੋਂ ਇਸ ਚੀਜ਼ ਦੇ ਉੱਤੇ ਜ਼ੋਰ ਦੇ ਰਹੇ ਨੇ ਕਿ ਇੱਕ ਸਟਰੋਂਗ ਓਪੋਜੀਸ਼ਨ ਆਪਾਂ ਨੂੰ ਦੇਣੀ ਚਾਹੀਦੀ ਹੈ ਬੀਜੇਪੀ ਨੂੰ, ਕਿਉਂਕਿ ਬੀਜੇਪੀ ਆਪਣੀ ਮਨਮਰਜ਼ੀ ਕਰਦੀ ਪਈ ਹੈ ਤਾਂ ਉਸ ਨੂੰ ਰੋਕਣਾ ਜ਼ਰੂਰੀ ਹੈ। ਹਾਂ ਦੇਖੋ, ਪੱਛਮੀ ਬੰਗਾਲ ਜਿਹੜਾ ਉਹਦੇ ਇਹ ਮੁੱਖ ਮੰਤਰੀ ਨੇ ਔਰ ਤ੍ਰਿਣਮੂਲ ਕਾਂਗਰਸ ਦੇ ਮੁਖੀ ਨੇ, ਔਰ ਖਾਸ ਤੌਰ 'ਤੇ ਇਹ ਇਲਾਕਾ ਜਿਹੜਾ ਬਿਲਕੁਲ ਅੱਗੇ ਖੱਬੇ ਪੱਖੀ ਜਿਹੜੇ ਉੱਥੇ ਉਹਨਾਂ ਦਾ ਰਾਜ ਰਿਹਾ। ਔਰ ਲੋਕ ਬੜੇ ਵਿਜੀਲੈਂਟ ਆ, ਬੜੇ ਪੜ੍ਹੇ ਲਿਖੇ ਲੋਕ ਹੈਗੇ ਆ। ਔਰ ਜਦੋਂ ਵੀ ਕੋਈ ਗੱਲ ਕਰਦੇ ਆ, ਹਿੰਦੁਸਤਾਨ ਦੀ ਏਕਤਾ ਦੀ ਗੱਲ ਕਰਦੇ ਆ ਜਾਂ ਹਿੰਦੁਸਤਾਨ ਦੇ ਵਿਕਾਸ ਦੀ ਗੱਲ ਕਰਦੇ ਆ, ਸੂਝਵਾਨ ਲੋਕ ਨੇ, ਵੋਟਰ ਬਹੁਤ ਅੱਛੇ ਉੱਥੇ, ਕਿਉਂਕਿ ਉੱਥੇ ਜ਼ਿਆਦਾ ਦੇਰ ਤਾਂ ਅੰਗਰੇਜ਼ ਰਹੇ ਆ ਉਹਨਾਂ ਏਰੀਆ 'ਚ। ਜਿਹੜੇ ਏਰੀਏ ਸਾਡੇ ਏਰੀਆ ਆ, ਇਹਨਾਂ 'ਚ ਅੰਗਰੇਜ਼ ਬਾਅਦ 'ਚ ਆਏ ਆ ਔਰ ਉਹਨਾਂ ਉੱਥੇ ਡਿਵੈਲਪਮੈਂਟ ਬਹੁਤ ਹੋਈ ਆ। ਉੱਥੇ ਤੁਹਾਨੂੰ ਦੇਖੋਗੇ ਸਮਾਰਕ ਬੜੇ ਅੱਛੇ ਬਣੇ, ਬੜਾ ਕੁਝ ਬਣਿਆ। ਹਾਂਜੀ। ਪਰ ਹੁਣ ਜਿਹੜੀ ਇਹਨਾਂ ਨੇ ਇਸ ਵੇਲੇ ਪੈਂਤੜਾ ਬਣਾਇਆ ਆਪਣਾ, ਉਹ ਹੈਗਾ ਕਿ ਜਿਹੜੀ ਸਰਕਾਰ ਆ, ਰੂਲਿੰਗ ਪਾਰਟੀ ਆ, ਮੌਜੂਦਾ ਸਰਕਾਰ ਆ, ਜੇ ਅਸੀਂ ਇਕਜੁੱਟ ਨਾ ਹੋਏ, ਜੇ ਮਹਾਂ ਗੱਠਜੋੜ ਨਾ ਹੋਇਆ ਤਾਂ ਇਹ ਫਿਰ ਦੁਬਾਰਾ ਆਪਣੀ ਚੌਂਕੜੀ ਲਾ ਜਾਣਗੇ, ਫਿਰ ਦੁਬਾਰਾ ਸਰਕਾਰ ਬਣਾ ਜਾਣਗੇ। ਔਰ ਮਮਤਾ ਬੈਨਰਜੀ ਬੜੇ ਪੜ੍ਹੇ ਲਿਖੇ ਆ ਔਰ ਬੜੇ ਸਿੰਪਲ ਲੇਡੀ ਨੇ ਔਰ ਥੋੜ੍ਹੇ ਜਿਹੇ ਸੁਭਾਅ ਦੇ ਬੜੇ ਤਿੱਖੇ ਆ। ਔਰ ਉਹਨਾਂ ਨਾਲ ਮੋਦੀ ਜੀ ਨਾਲ ਜਦੋਂ ਕਿਤੇ ਵਾਰਤਾਲਾਪ ਇਹਨਾਂ ਦਾ ਹੁੰਦਾ, ਉਦੋਂ ਤੱਕ ਇਹ ਬੜਾ ਜ਼ੋਰ ਨਾਲ ਔਰ ਬੜੇ ਜ਼ੋਰਾਂ ਨਾਲ ਗੱਲਾਂ ਹੁੰਦੀਆਂ। ਔਰ ਉਹ ਇਹ ਮੋਦੀ ਸਾਹਿਬ ਨੂੰ ਬੜੀਆਂ ਖਰੀਆਂ ਸੁਣਾਉਂਦੇ ਨੇ, ਖਰੀਆਂ ਸੁਣਾ ਦਿੰਦੇ ਆ ਔਰ ਦੋ ਟੁੱਕ ਫੈਸਲੇ ਹੁੰਦੇ ਇਹਨਾਂ ਦੇ। ਔਰ ਇਹਦੇ ਵਿੱਚ ਇਹਨਾਂ ਨੇ, ਤੁਸੀਂ ਦੱਸਿਆ ਹੋਣਾ ਕਿ ਨਿਤਿਸ਼ ਕੁਮਾਰ ਜੀ ਨਾਲ ਇਹਨਾਂ ਦਾ ਮੇਲ ਮਿਲਾਪ ਹੋਇਆ ਔਰ ਇਹਨਾਂ ਨੇ ਕਿਹਾ ਕਿ ਹੁਣ ਦਿੱਲੀ ਵਿੱਚ ਅੱਗੇ ਅਸੀਂ ਬਹੁਤ ਵੱਡੀ ਮੀਟਿੰਗ ਰੱਖਾਂਗੇ। ਉਸ ਮੀਟਿੰਗ ਦੇ ਵਿੱਚ तमाम ਪਾਰਟੀਆਂ ਦੇ ਜਿਹੜੇ ਵਿਰੋਧੀ ਪਾਰਟੀਆਂ ਦੇ ਆਗੂ ਉੱਥੇ ਪਹੁੰਚਣਗੇ ਔਰ ਮਸਲਾ ਇਹੀ ਹੋਊਗਾ ਕਿ ਆਉਣ ਵਾਲੀਆਂ ਜਿਹੜੀਆਂ ਇਲੈਕਸ਼ਨ ਨੇ, ਉਹਨਾਂ ਇਲੈਕਸ਼ਨ ਦੇ ਵਿੱਚ ਅਸੀਂ ਕੀ ਕੁਝ ਕਰਨਾ, ਲੋਕਾਂ ਨਾਲ ਕਿਸ ਤਰ੍ਹਾਂ ਮੇਲ ਮਿਲਾਪ ਕਰਨਾ ਵਾ ਜੀ। ਕਿਉਂਕਿ ਇੱਕ ਇੱਦਾਂ ਦੀਆਂ ਦੇ ਰੱਦੋ ਬਦਲ ਕਰੀਏ ਕਿ ਪੰਜਾਬ ਵਿੱਚ ਨਹੀਂ, ਪੂਰੇ ਹਿੰਦੁਸਤਾਨ ਵਿੱਚ ਇੱਕ ਐਸੀ ਜਗ੍ਹਾ ਬਣਾ ਦਈਏ ਕਿ ਉਹ ਪਾਰਟੀ ਨਾ ਰਵੇ ਤੇ ਸਾਡੀ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ ਉਹ ਆਪਣੀ ਸਰਕਾਰ ਬਣਾਉਣ, ਆਪਣੀ ਵਜ਼ਾਰਤ ਬਣਾਉਣ। ਪਰ ਅਜੇ ਉਹਨਾਂ ਨੂੰ ਲੱਗਦਾ ਕਿ ਖਤਰੇ ਦੀ ਘੰਟੀ ਸਾਡੇ ਸਿਰ 'ਤੇ ਆ, ਤਲਵਾਰ ਲਟਕ ਰਹੀ ਹੈ, ਅਸੀਂ ਕੁਝ ਨਾ ਕੁਝ ਕਰਨਾ ਪੈਣਾ ਸਾਨੂੰ। ਦੇਖੋ ਨਾ, ਜਦੋਂ ਇਲੈਕਸ਼ਨਸ ਹੋਈਆਂ ਸੀ ਬੰਗਾਲ ਦੇ ਵਿੱਚ ਜੀ, ਉਦੋਂ ਮੋਦੀ ਸਾਹਿਬ ਖੁਦ ਵੀ ਗਏ ਸੀ, ਕਿਉਂਕਿ ਉਹ ਆਪ ਵੀ ਜਾਂਦੇ ਨੇ, ਸਟਾਰ ਪ੍ਰਚਾਰਕ ਨੇ ਆਪਣੀ ਪਾਰਟੀ ਦੇ, ਆਪ ਬੋਲਦੇ। ਸੋ ਉਹਨਾਂ ਨੂੰ ਪੂਰੀ ਉਮੀਦ ਸੀ ਕਿ ਬੀਜੇਪੀ ਇੱਥੇ ਜਿੱਤ ਜਾਏਗੀ, ਗੜ ਕਿਲਾ 'ਚ ਫਤਿਹ ਹੋ ਜਾਏਗਾ ਬੰਗਾਲ ਦਾ, ਪਰ ਨਹੀਂ ਹੋਇਆ ਤੇ ਮਮਤਾ ਬੈਨਰਜੀ ਫਿਰ ਤੋਂ ਸੀਐਮ ਬਣੇ। ਸੋ ਇਹ ਚੀਜ਼ਾਂ ਨੇ ਔਰ ਸੇਮ ਸਟ੍ਰੈਟਜੀ ਹੁਣ ਜਿਹੜੀ ਉੱਥੋਂ ਦੇ ਐਕਸਪੀਰੀਅੰਸ ਨੂੰ ਆਪਾਂ ਦੇਖੀਏ, ਉਸ ਐਕਸਪੀਰੀਅੰਸ ਨੂੰ ਲੈ ਕੇ ਪੰਜਾਬ ਦੇ ਵਿੱਚ ਵੀ ਬੀਜੇਪੀ ਹੁਣ ਨਵੇਂ ਸਿਰੇ ਤੋਂ ਕਰ ਰਹੀ ਹੈ, ਉਹੀ ਸਟ੍ਰੈਟਜੀ ਅਪਣਾਉਂਦੀ ਪਈ ਆ ਔਰ 2024 ਦੀਆਂ ਇਲੈਕਸ਼ਨਸ ਨੂੰ ਸਾਹਮਣੇ ਰੱਖਦੀ ਪਈ ਹੈ। ਔਰ ਕਿਉਂਕਿ 13 ਸੀਟਾਂ ਨੇ ਪੰਜਾਬ ਤੋਂ, ਉਹਦੇ ਉੱਤੇ ਵੀ ਕੰਮ ਹੁੰਦਾ ਪਿਆ। ਸੋ ਇਹ ਸਭ ਗੱਲਾਂ ਨੇ, ਮਤਲਬ ਬੀਜੇਪੀ ਆਪਣੇ ਆਪ ਨੂੰ ਸਟਰੋਂਗ ਕਰਦੀ ਪਈ, ਪੱਕੀ ਪੈਰੀ ਕਰਦੀ ਪਈ, ਕਿਉਂਕਿ ਉਹਨਾਂ ਨੂੰ ਵੀ ਇਹ ਲੱਗਦਾ ਪਿਆ ਕਿ ਹੁਣ ਵੋਟਰ ਥੋੜਾ ਸੋਚ ਬਦਲਦਾ ਪਿਆ, ਕਿਸੇ ਹੋਰ ਪਾਸੇ ਤੁਰਦਾ ਪਿਆ। ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਓਪੋਜੀਸ਼ਨ ਸਟਰੋਂਗ ਹੋ ਜਾਵੇ। ਬੀਜੇਪੀ ਨੇ ਵੀ ਆਪਣਾ ਰੋਡ ਮੈਪ ਇਸੇ ਤਰ੍ਹਾਂ ਦਾ ਬਣਾਇਆ ਕਿ ਹਰ ਸਟੇਟ 'ਚ ਕਿੰਨੀਆਂ ਸੀਟਾਂ ਨੇ ਸੈਂਟਰ ਦੀਆਂ ਔਰ ਲੋਕ ਸਭਾ 'ਚ ਕਿੰਨੀਆਂ ਸੀਟਾਂ ਨੇ, ਉਸ ਹਿਸਾਬ ਨਾਲ ਉਹਨਾਂ ਦਾ ਇੱਕ ਬਣ ਜਾਂਦੀ ਤਜਵੀਜ਼। ਇਹਨਾਂ ਦਾ ਜਿਹੜਾ ਹੈੱਡ ਆਫਿਸ ਦਿੱਲੀ 'ਚ, ਉੱਥੇ ਖਾਸ ਤੌਰ 'ਤੇ ਜਿਹੜੇ ਬਿਠਾਏ ਨੇ ਇਹਨਾਂ ਦੇ ਨੁਮਾਇੰਦੇ ਆ, ਜਿਹੜੇ ਮੁਖੀ ਬੈਠੇ ਆ, ਉਹ ਇਹੀ ਕੈਲਕੂਲੇਟ ਕਰਦੇ ਆ ਰੋਜ਼ ਵੀ ਕਿੱਥੇ ਕਿਸ ਤਰ੍ਹਾਂ ਦਾ ਪੈਂਤੜਾ ਬਣਾਉਣਾ ਔਰ ਲੋਕਾਂ ਨੂੰ ਇਸ ਤਰ੍ਹਾਂ ਕਿਸ ਤਰ੍ਹਾਂ ਨੇੜੇ ਲਿਆਉਣਾ। ਜਿਸ ਤਰ੍ਹਾਂ ਹੁਣ ਰਾਹੁਲ ਗਾਂਧੀ ਆਪਣਾ ਉੱਧਰ ਦੌੜ ਕੇ ਕੰਮ ਕਰ ਰਹੇ ਆ, ਉਹਨਾਂ ਨੇ ਭਾਰਤ ਜੋੜੋ ਦਾ ਲਾਇਆ ਨਾਰਾ ਔਰ ਇੱਧਰ ਦਿੱਲੀ 'ਚ ਵੀ ਇਹਨਾਂ ਦਾ ਇਹੀ ਹੁੰਦਾ, ਕਿਉਂਕਿ ਪਾਰਟੀਆਂ ਆਪਣਾ ਮਨਸੂਬਾ ਕੁਝ ਨਾ ਕੁਝ ਬਣਾਉਂਦੀਆਂ ਰਹਿੰਦੀਆਂ। ਬਿਲਕੁਲ ਸਹੀ। ਕਦੇ ਪਾਰਟੀ ਜਿਉਂਦੀ ਰਹਿੰਦੀ ਹੈ, ਜੇ ਨਹੀਂ ਰਹਿੰਦੀ, ਕਿਉਂਕਿ ਇਹ ਵੀ ਨੈਸ਼ਨਲ ਕਾਂਗਰਸ ਜਿਹੜੀ ਆ ਹਿੰਦੁਸਤਾਨ ਦੀ ਬੜੀ ਪੁਰਾਣੀ ਪਾਰਟੀ ਆ ਔਰ ਬੀਜੇਪੀ ਇਸ ਵੇਲੇ ਬਹੁਤ ਮੱਚ ਹੈਗੀ ਆ, ਬਹੁਤ ਕੁਛ ਇਹਨਾਂ ਨੇ ਕਰਨਾ ਵੀ ਆ, ਕਰ ਵੀ ਰਹੇ ਆ ਔਰ ਕੀਤਾ ਵੀ ਆ। ਔਰ ਉਹਦੇ ਵਿੱਚ ਬਾਕੀ ਜਿਹੜੀਆਂ ਆਪੋਜੀਸ਼ਨ ਨੇ, ਵਿਰੋਧੀ ਪਾਰਟੀਆਂ,
ਹੁਣ ਇਕੱਠੀਆਂ ਹੋ ਕੇ ਦੇਖੋ ਉਹ ਕੀ ਕਰਦੀਆਂ, ਕੀ ਸਿੱਟਾ ਕੱਢਦੀਆਂ, ਕਿਉਂਕਿ ਉਹਦੇ ਵਿੱਚ ਵੀ ਸੂਝਵਾਨ ਲੋਕ ਬੈਠੇ ਨੇ। ਇਹ ਇਸ ਵੇਲੇ ਮਸਲਾ ਇਹਨਾਂ ਦਾ ਇਹ ਹੈ। ਬਿਲਕੁਲ ਇਸ ਵੇਲੇ ਇਹ ਮਸਲਾ ਹੈ, ਔਰ ਇਸ ਵਕਤ ਪੂਰੇ ਦੇਸ਼ ਦਾ ਮਸਲਾ, ਕਿਉਂਕਿ ਸਾਊਥ ਵੱਲੋਂ ਵੀ ਇਹ ਗੱਲਾਂ ਉੱਠੀਆਂ ਨੇ ਕਿ ਵਿਰੋਧੀ ਧਿਰਾਂ ਨੂੰ, ਆਪੋਜੀਸ਼ਨ ਨੂੰ ਸਟਰੋਂਗ ਹੋਣਾ ਚਾਹੀਦਾ, ਕਿਉਂਕਿ ਇਸ ਵਕਤ ਬੀਜੇਪੀ ਦੇ ਸਾਹਮਣੇ ਕੋਈ ਤਕੜੀ ਆਪੋਜੀਸ਼ਨ ਨਹੀਂ ਹੈ। ਇਸ ਕਰਕੇ ਉਹ ਆਪਣੀ ਮਨਮਰਜ਼ੀ ਕਰਦੀ ਪਈ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਸਭ ਇਸ ਗੱਲ ਨੂੰ ਸਮਝਦੇ ਨੇ। ਸੋ ਆਪੋਜੀਸ਼ਨ ਟਕਰਾ ਇਸ ਤਰ੍ਹਾਂ ਕਿ ਵਿਚਾਰਾਂ ਦਾ ਟਕਰਾ, ਨੀਤੀਆਂ ਦੇ ਵਿੱਚ ਕਿੱਦਾਂ ਦੇ ਸੁਧਾਰ ਹੋਣੇ ਚਾਹੀਦੇ ਨੇ, ਉਸ ਚੀਜ਼ ਨੂੰ ਲੈ ਕੇ ਪੁਆਇੰਟ ਆਫ ਵਿਊ ਦਾ ਟਕਰਾ। ਮਤਲਬ ਇਹ ਹੈ ਕਿ ਦੇਸ਼ ਦੇ ਹੱਕ ਦੇ ਵਿੱਚ ਕੀ ਹੈ, ਦੇਸ਼ ਦੇ ਲੋਕਾਂ ਦੇ ਹੱਕ ਦੇ ਵਿੱਚ ਕੀ ਹੈ, ਇਹ ਚੀਜ਼ਾਂ ਜ਼ਰੂਰੀ ਨੇ। ਔਰ ਜੋ ਵਿਰੋਧੀ ਧਿਰ ਹਮੇਸ਼ਾ ਸ਼ੈਡੋ ਗਵਰਨਮੈਂਟ ਦੇ ਰੂਪ ਦੇ ਵਿੱਚ ਕੰਮ ਕਰਦੀ ਹੈ, ਪਰ ਅਸੀਂ ਇਹ ਦੇਖਦੇ ਹਾਂ ਉਹ ਫੈਕਟਰ ਮਿਸਿੰਗ ਹੈ, ਉਹ ਪੁਆਇੰਟ ਮਿਸਿੰਗ ਹੈ। ਇਸ ਕਰਕੇ ਨਿਤ ਨਵੀਆਂ ਕਹਾਣੀਆਂ, ਨਿਤ ਨਵੀਆਂ ਗੱਲਾਂ ਦੇਖਣ ਨੂੰ ਮਿਲਦੀਆਂ ਨੇ, ਜਿਹੜੀਆਂ ਅੱਜ ਤੋਂ ਪਹਿਲਾਂ ਭਾਰਤ ਮੁਲਕ ਦੇ ਵਿੱਚ ਕਦੀ ਦੇਖਣ ਨੂੰ ਨਹੀਂ ਮਿਲੀਆਂ ਸੀ, ਸੁਣਨ ਨੂੰ ਵੀ ਨਹੀਂ ਮਿਲੀਆਂ ਸੀ, ਉਹ ਗੱਲਾਂ ਹੋ ਰਹੀਆਂ ਨੇ। ਮਤਲਬ ਜੱਗੋਂ 13ਵੀਂ ਗੱਲ ਜਿਹਨੂੰ ਆਪਾਂ ਕਹਿੰਦੇ ਆ, ਉਹ ਭਾਰਤ ਦੇ ਵਿੱਚ ਹੁੰਦੀ ਪਈ ਹੈ। ਇਸ ਕਰਕੇ ਵਿਰੋਧੀ ਧਿਰ ਦਾ ਸਟਰੋਂਗ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਆਪਾਂ ਅੱਗੇ ਵਧਦੇ ਹਾਂ। ਸਾਡੇ ਵਿਰੋਧੀ ਦੇਸ਼, ਅਸੀਂ ਤਾਂ ਖੈਰ ਵਿਰੋਧੀ ਨਹੀਂ ਮੰਨਦੇ, ਸਾਡੀ ਸੰਸਕ੍ਰਿਤੀ ਇੱਦਾਂ ਦੀ ਹੈ, ਗੁਆਂਢੀ ਦੇਸ਼ ਅਸੀਂ ਤਾਂ ਕਹਿੰਦੇ ਆ, ਪਰ ਉਹ ਜਿੱਦਾਂ ਦੇ ਕਾਰਨਾਮੇ ਕਰਦੇ ਨੇ ਅਸੀਂ ਕਹਿੰਦੇ ਆ ਕਿ ਸਾਡੇ ਨਾਲ ਵਿਰੋਧ ਹੋ ਰਿਹਾ। ਸੋ ਪਾਕਿਸਤਾਨ ਨੂੰ ਅਮਰੀਕਾ ਵੱਲੋਂ F-16 ਜਹਾਜ਼ਾਂ ਦੀ ਰਖਵਾਲੀ ਲਈ 45,000 ਕਰੋੜ ਡਾਲਰ ਦੀ ਸਹਾਇਤਾ ਮਿਲਣ ਲੱਗੀ ਹੈ। ਵਾਹ। ਉਧਰੋਂ ਹੜ੍ਹ ਆਏ ਹੋਏ ਨੇ, ਇਹ ਜਹਾਜ਼ਾਂ ਵਾਸਤੇ, F-16 ਵਾਸਤੇ ਇੰਨੇ ਮਿਲਦੇ ਪਏ ਨੇ। ਜੇ ਪੈਸਾ ਕਿਤੇ ਉਹ ਹੜ੍ਹਾਂ ਵਾਸਤੇ ਖਰਚ ਹੋ ਜਾਵੇ ਤਾਂ ਵਧੀਆ ਨਹੀਂ ਰਹੇਗਾ। ਇਹ ਦੇਖੋ, ਇਹ ਹੁਣ ਜਿਹੜਾ ਮਸਲਾ ਪੂਰਾ ਕੀਤਾ ਹੈ ਬਾਈਡਨ ਜੀ ਨੇ, ਔਰ ਇਹ ਤੋਂ ਪਹਿਲਾਂ ਟਰੰਪ ਨੇ ਜਿਹੜਾ ਸੀ ਰੋਕਿਆ ਸੀ ਇਹਨਾਂ ਨੂੰ, ਟਰੰਪ ਸਾਹਿਬ ਨੇ ਰੋਕਿਆ ਸੀਗਾ ਕਿ ਨਹੀਂ ਸੀ ਦੇ ਰਹੇ ਇਹਨਾਂ ਨੂੰ, ਕਿਉਂਕਿ ਇਹਨਾਂ ਦੀ ਅਣਬਣ ਹੋ ਗਈ ਸੀ ਉਸ ਟਾਈਮ 'ਤੇ। ਪਰ ਬੜੀ ਪੁਰਾਣੀ ਗੱਲ ਹੈ, ਜਿੰਨਾ ਡਿਫੈਂਸ ਦਾ ਖਰਚਾ ਸੀਗਾ ਅਮਰੀਕਾ ਦਿੰਦਾ ਰਿਹਾ ਇਹਨਾਂ ਨੂੰ ਵੱਖਰਾ ਹੀ, ਕਿਉਂਕਿ ਜਿਹੜਾ ਪਾਕਿਸਤਾਨ ਇਹਦੇ ਕੋਲ ਇੰਨਾ ਪੈਸਾ ਨਹੀਂ ਹੈਗਾ ਕਿ ਜਿਹਦੇ ਵਿੱਚ ਇੰਨਾ ਪੈਸਾ ਲਾ ਕੇ ਤੇ ਡਿਫੈਂਸ ਨੂੰ ਮਜ਼ਬੂਤ ਬਣਾ ਦੇ। ਔਰ ਇਹਦੇ ਕੋਲ ਆਈਟਮ ਜਿਹੜੇ ਬੰਬ ਨੇ ਜਾਂ ਕਰਨ ਲਈ ਉਹ ਵੀ ਅਮਰੀਕਾ ਦਿੰਦਾ ਰਿਹਾ, ਬਹੁਤ ਕੁਝ ਕਰਦਾ ਰਿਹਾ। ਔਰ ਉਹਦੇ ਨਾਲ ਚਾਈਨਾ ਵੀ ਇਹਦੇ ਨਾਲ, ਇਹਦੀ ਪਿੱਠ ਤੇ ਚਾਈਨਾ ਵੀ ਨਾਲ ਵੀ ਬੈਠਾ ਸੀ। ਇਹ ਦੋ ਤਾਕਤਾਂ ਜਿਹੜੀਆਂ ਸੁਪਰ ਹੈਗੀਆਂ ਇਹਦੇ ਨਾਲ ਹੈ, ਤਦੇ ਤਾਂ ਇਹ ਬਾਕੀ ਦੇਸ਼ਾਂ ਨਾਲ ਇਹਦਾ ਜਿਹੜਾ ਗੱਠਜੋੜ ਨਹੀਂ ਬਣਦਾ। ਔਰ ਖਾਸ ਤੌਰ 'ਤੇ ਇਹਦੀ ਵਿਰੋਧਤਾ ਜਿਹੜੀ ਹਿੰਦੁਸਤਾਨ ਨਾਲ ਹੁੰਦੀ ਹੈ। ਇੰਡੀਆ ਨਾਲ ਤਾਂ ਇਹਦੇ ਕੋਈ ਚੰਗੇ ਤਾਲੁਕਾਤ ਨਹੀਂ ਰਹੇ, ਚਾਹੇ ਜਨਤਾ ਇਹਨਾਂ ਦੀ ਸਾਡੇ ਨਾਲ ਮਿਲ ਕੇ ਰਹਿੰਦੀ ਆ, ਸਾਰਾ ਕੁਛ ਆ, ਪਰ ਸਿਆਸਤ ਦੇ ਵਿੱਚ ਜਿਹੜਾ ਪਾੜਾ ਵਾ, ਜਿਹੜੀ ਤਰੇੜ ਆ, ਉਹ ਅਜੇ ਤੱਕ ਉਸੇ ਤਰ੍ਹਾਂ ਦੀ ਹੈਗੀ, ਉਹ ਜੁੜੀ ਨਹੀਂ। ਕਿਉਂਕਿ 1947 ਤੋਂ ਲੈ ਕੇ ਹੁਣ ਤੱਕ ਜੋ ਕੁਝ ਹੁੰਦਾ ਰਿਹਾ, ਮਾਰ ਤਾੜ ਹੈ, ਬਲੱਡ ਸ਼ੈਡ ਹੈ, ਮਾਰਨਾ ਹੀ ਹੈ ਲੋਕਾਂ ਨੂੰ। ਪਰ ਆ ਜਿਹੜਾ ਹੁਣ ਮਸਲਾ ਇਹਨਾਂ ਨੇ ਕਰ ਦਿੱਤਾ, ਇਹ ਬਹੁਤ ਵੱਡਾ 16 F ਜਹਾਜ਼ ਜਿਹੜੇ ਇਹਨਾਂ ਨੂੰ ਉਹਦੀ ਸੰਭਾਲ ਲਈ ਉਹਨਾਂ ਨੂੰ ਦੇ ਦਿੱਤੇ ਆ। ਇਹਦਾ ਮਤਲਬ ਉਹਨਾਂ ਨੂੰ ਦੇ ਦਿੱਤੇ ਆ ਕਿ ਤੁਸੀਂ ਅੱਗੇ ਕਰੋ। ਉਹਨਾਂ ਨੇ ਕਿਹਾ ਵੀ ਕਾਰਗਿਲ ਤੋਂ ਬਾਅਦ ਤੁਸੀਂ ਨਹੀਂ ਲੜੇ, ਆਰਾਮ ਨਾਲ ਬੈਠੇ ਰਹੇ ਸੀ, ਹੁਣ ਫਿਰ ਇਹ ਗੱਫਾ ਦਿਓ ਹਿੰਦੁਸਤਾਨ ਨੂੰ, ਦੁਬਾਰਾ ਫਿਰ ਆਪਣੀਆਂ ਤੋਪਾਂ ਚਲਾਓ ਉੱਥੇ ਤੇ ਜਹਾਜ਼ ਉੱਡਣ ਉੱਥੇ। ਪਰ ਇੱਕ ਗੱਲ ਹੈਗੀ ਆ, ਹਿੰਦੁਸਤਾਨ ਜਦੋਂ ਇੰਦਰਾ ਗਾਂਧੀ ਜੀ ਸੀਗੇ ਇੱਥੇ ਪ੍ਰਧਾਨ ਮੰਤਰੀ, ਇਹਨਾਂ ਵੀ 1971 'ਚ ਬੜੀ ਵੱਡੀ ਸਿਆਸਤ ਖੇਡੀ। ਉਹਨਾਂ ਦਾ ਦੇਸ਼ ਜਿਹੜਾ ਵੰਡ ਵੇਲੇ ਜਿਹੜਾ ਬੰਗਲਾਦੇਸ਼ ਉਹਨਾਂ ਨਾਲ ਸੀਗਾ, 70s ਦੇ ਵਿੱਚ ਹੋਇਆ ਸੀ। ਇਹਨਾਂ ਦੇ ਜਹਾਜ਼ ਪਾਕਿਸਤਾਨ ਦੇ ਇੱਧਰੋਂ ਜਾ ਕੇ ਪੱਛਮੀ ਪਾਕਿਸਤਾਨ ਤੋਂ ਉੱਧਰ ਉੱਡਦੇ ਸੀ ਵਾਇਆ ਇੰਡੀਆ, ਔਰ ਇਹਨਾਂ ਨੇ ਜਹਾਜ਼ ਰੋਕਤੇ, ਉਹਨਾਂ ਨੂੰ ਨਹੀਂ ਜਾਣ ਦਿੱਤਾ। ਔਰ ਉੱਥੋਂ ਦੀ ਮੁਕਤੀ ਬਾਹਨੀ ਫੌਜ ਇੰਦਰਾ ਗਾਂਧੀ ਜੀ ਨੇ ਆਰਡਰ ਦਿੱਤਾ, ਇੰਡੀਆ 'ਚ ਆ ਗਈ। ਉੱਥੇ ਪੂਰੀ ਜੰਮ ਕੇ ਲੜਾਈ ਹੋਈ। ਉਹਦੇ ਵਿੱਚ ਜੋ ਉਹਨਾਂ ਦੇ ਜਨਰਲ ਨਿਆਜੀ ਸੀਗੇ, ਉਹ ਸੀਗੇ ਜਗਜੀਤ ਸਿੰਘ ਜੀ ਸੀਗੇ। ਉਹਨਾਂ ਨੂੰ ਦੋਵਾਂ ਨੇ ਆਪੋ ਵਿੱਚ ਸੰਧੀ ਕੀਤੀ, ਉਹਨਾਂ ਨੇ ਸਰੈਂਡਰ ਕੀਤਾ ਔਰ ਇੰਡੀਆ ਜੇਤੂ ਰਿਹਾ ਔਰ ਬਾਕਾਇਦਾ ਤੌਰ 'ਤੇ ਡਿਕਲੇਅਰ ਕੀਤਾ ਗਿਆ ਕਿ ਵੱਖਰਾ ਦੇਸ਼ ਹੈਗਾ। ਇਹ ਹੁਣ ਜੇ ਆਪਾਂ ਸੋਚੇ ਵੀ ਇੰਡੀਆ ਚੰਗੀਆਂ ਗੱਲਾਂ ਕਰ ਰਿਹਾ, ਇਹਨਾਂ ਨੇ ਉਹਨਾਂ ਨੂੰ ਵੱਖਰਾ ਕਰ ਦਿੱਤਾ। ਦੇਸ਼, ਇੱਕ ਦੇਸ਼ ਦੇ ਦੋ ਦੇਸ਼ ਸੀ ਨਾ ਬਣੇ, ਅਤੇ ਇੱਕੋ ਉਹਨਾਂ ਨੂੰ ਦੋ ਡਿਵਾਈਡ ਕਰਤੇ, ਦੋ ਦੇਸ਼ ਬਣਾਉਂਦੇ। ਹੁਣ ਇਹ ਪਾਕਿਸਤਾਨ ਵੀ ਉਹਦੀਆਂ ਵੀੜੀਆਂ ਹੈਗੀਆਂ, ਉਹ ਆਪਣੇ ਤਰੀਕੇ ਨਾਲ ਲੈਂਦਾ। ਹੁਣ ਇਕੱਲੇ ਉਹਦੇ ਕੋਲ ਕੁਛ ਹੁੰਦਾ ਨਹੀਂ, ਕਿਉਂਕਿ ਹਿੰਦੁਸਤਾਨ ਬੜਾ ਮਜ਼ਬੂਤ ਹੈ, ਇਹਦੇ ਕੋਲ ਡਿਫੈਂਸ ਵੀ ਬੜੀ ਮਜ਼ਬੂਤ ਆ। ਹੁਣ ਉਹਨੇ ਕਿਹਦਾ ਸਹਾਰਾ ਲਿਆ ਵਾ? ਅਮਰੀਕਾ ਦਾ। ਅਮਰੀਕਾ ਨੇ ਕਿੰਨਾ, ਤੁਸੀਂ ਹੁਣ ਦੀ 45,000 ਕਰੋੜ ਰੁਪਏ ਮੈਂ ਡਾਲਰ ਇਹਨੇ ਦਿੱਤੇ ਪੈਸੇ, 45,000 ਕਰੋੜ ਡਾਲਰ ਦੀ ਸਹਾਇਤਾ ਦੇ ਰਿਹਾ ਹੈ ਜੀ। ਦੇਖੋ ਮਤਲਬ ਜੰਗ ਕਿੰਨੀ ਮਹਿੰਗੀ ਆ ਔਰ ਇਨਸਾਨੀ ਜ਼ਿੰਦਗੀ ਕਿੰਨੀ ਸਸਤੀ ਆ। ਸਸਤੀ ਬੰਦਾ ਮਾਰਨਾ। ਕਿਤੇ ਹੜ੍ਹ ਆਏ ਹੋਏ ਨੇ, ਮਤਲਬ ਹਜ਼ਾਰਾਂ ਲੋਕ ਹੜ੍ਹ 'ਚ ਮਰਦੇ ਪਏ ਨੇ, ਹਜ਼ਾਰਾਂ ਘਰ ਰੁੜ ਗਏ, ਲੱਖਾਂ ਘਰ ਰੁੜ ਗਏ, ਬੇਘਰੇ ਹੋ ਗਏ ਇਨਸਾਨ। ਇਨਸਾਨੀ ਜ਼ਿੰਦਗੀ ਦਾ ਹਾਲ ਦੇਖੋ। ਤੇ 45,000 ਕਰੋੜ ਰੁਪਈਆ ਲੜਾਈ ਵਾਸਤੇ ਫੂਕਿਆ ਜਾ ਰਿਹਾ ਹੈ ਕਿ F-16 ਜਹਾਜ਼ ਅਸੀਂ ਵੀ ਫੂਕਦੇ ਹਾਂ, ਅਸੀਂ ਵੀ ਲਗਾਉਂਦੇ ਹਾਂ। ਮਤਲਬ ਪੂਰੀ ਦੁਨੀਆ ਦੇ ਵਿੱਚ ਹੀ ਜਿਹੜਾ ਅਮਰੀਕਾ ਵਾ ਨਾ, ਇਹ ਮੰਡੀਆਂ ਚਾਹੁੰਦਾ ਆਪਣੀਆਂ। ਇਹ ਤਾਂ ਜਿੱਦਾਂ ਅਨਾਜ ਮੰਡੀ 'ਤੇ ਲੈ ਕੇ ਨਹੀਂ ਜਾਂਦੇ ਕਿਸਾਨ ਆਪਣਾ ਸਮਾਨ, ਉਹ 'ਚ ਛੋਲੇ ਲੈ ਕੇ ਜਾਣੇ ਉਹਨਾਂ ਨੇ ਚੌਲ ਲੈ ਕੇ ਜਾਣੇ, ਉਹ 'ਚ ਝੋਨਾ ਲੈ ਕੇ ਜਾਣਾ, ਸਾਰਾ ਕੁਝ ਵੇਚਣਾ। ਇਹਨਾਂ ਦਾ ਸਮਾਨ ਇਹੀ ਆ ਇਹਨਾਂ ਦਾ ਜੋ ਉੱਥੇ ਬਣਦਾ। ਇਹਨਾਂ ਨੇ ਹੁਣ F-16 ਜਹਾਜ਼ ਦਿੱਤੇ ਆ, ਟੈਂਕ, ਪੈਟਨ ਟੈਂਕ ਜਿਹੜੇ 1965 'ਚ ਦਿੱਤੇ ਸੀ ਪਾਕਿਸਤਾਨ ਜਦੋਂ ਆਪਣੀ ਲੜਾਈ ਹੋਈ ਹੈ।
ਬੜੇ ਜ਼ਬਰਦਸਤ ਟੈਂਕ ਸੀਗੇ, ਉਹਨਾਂ ਨਾਲ ਲੜਾਈ ਹੋਈ ਹੈ, ਉਹ ਅਮਰੀਕਾ ਦੇ ਸੀਗੇ। ਹੁਣ ਉਦੋਂ ਬਾਅਦ ਅਫਗਾਨਿਸਤਾਨ 'ਚ ਕੀ ਕੀਤਾ ਉਹਨਾਂ ਨੇ, ਇੰਨੀ ਆਰਮੀ ਡਿਪਲਾਈ ਕੀਤੀ ਹੈ, ਕਿੰਨੇ ਲੋਕ ਮਰਵਾਏ, ਕਿੰਨਾ ਕੁਛ ਹੋਇਆ, ਫਿਰ ਵੀ ਉੱਥੋਂ ਦੇ ਜਿਹੜੇ ਵਸਨੀਕ ਨੇ ਉਹਨਾਂ ਨੇ ਕੁਛ ਇੱਦਾਂ ਦੀ ਗੱਲ ਨਹੀਂ ਕੀਤੀ। ਪਰ ਇਹ ਆਪਣਾ ਸੈਨਿਕ ਨਹੀਂ ਮਰਨ ਦਿੰਦੇ, ਇਹ ਜਦੋਂ ਹਵਾਈ ਫਾਇਰ ਕਰਦੇ ਆ, ਉੱਧਰੋਂ ਜਿਹੜੀਆਂ ਮਿਜ਼ਾਈਲਾਂ ਦਾਗ ਦਿੰਦੇ ਆ, ਇੱਦਾਂ ਦੀਆਂ ਚੀਜ਼ਾਂ ਕਰਦੇ ਆ। ਔਰ ਉਹਨਾਂ ਨੂੰ ਇੰਨੀ ਉਹਨਾਂ ਦੀ ਸ਼ਾਂਤੀ ਭੰਗ ਕੀਤੀ ਸੀ, ਉਹ ਆਪ ਲੜਾਕੂ ਹੈਗੇ ਆ, ਔਰ ਉਹਨਾਂ ਦੇ ਵਿੱਚ ਕਿੰਨੀ ਵਾਰੀ ਲੜਾਈ, ਸਾਰਾ ਪੈਟਰੋਲ ਦਾ ਮਸਲਾ ਸੀ, ਸਾਰਾ ਸਾਰਾ ਕੁਝ ਕਰਕੇ ਤੇਲ ਦਾ ਮਸਲਾ ਸੀ। ਹੁਣ ਆਹ ਦੇਖ ਲਓ ਤਾਈਵਾਨ ਨਾਲ ਕੀ ਹੋ ਰਿਹਾ। ਤਾਈਵਾਨ ਨਾਲ ਤਾਈਵਾਨ ਨੇ ਆਪਣੇ ਮੈਨੂਫੈਕਚਰਿੰਗ ਯੂਨਿਟ ਸਾਰੇ ਅਮਰੀਕਾ ਦੇ ਸ਼ਿਫਟ ਕੀਤੇ, ਕਿਉਂਕਿ ਉਹਨੂੰ ਚਾਈਨਾ ਤੋਂ ਖਤਰਾ ਹੈ। ਚਾਈਨਾ ਹਰ ਰੋਜ਼ ਐਕਸਰਸਾਈਜ਼ ਕਰਦਾ ਪਿਆ ਉੱਥੇ ਤਾਈਵਾਨ ਦੇ ਨਾਲ, ਕਿਉਂਕਿ ਉਹ ਇੱਕ ਧਮਕੀ ਹੈ। ਤੇ ਇਧਰੋਂ ਅਮਰੀਕਾ ਦੇ ਨਾਲ ਵੀ ਪੇਚਾ ਪੈਂਦਾ ਪਿਆ, ਕਿਉਂਕਿ ਉਹਨਾਂ ਦਾ ਫਿਰ ਵਫਦ ਗਿਆ ਹੋਇਆ, ਹੁਣ ਫਿਰ ਗਿਆ ਹੋਇਆ। ਪਹਿਲਾਂ ਨੈਂਸੀ ਮੈਡਮ ਹੋ ਕੇ ਆਏ ਨੇ, ਹੁਣ ਫਿਰ ਦੂਸਰਾ ਵਫਦ ਗਿਆ ਹੋਇਆ, ਫਿਰ ਜਾ ਕੇ ਉਹੀ ਡੈਲੀਗੇਸ਼ਨ ਜਦੋਂ ਪਹੁੰਚਿਆ ਉਹ ਫਿਰ ਗਰਮਾ ਗਰਮੀ। ਇਧਰੋਂ ਟੈਸਲਾ ਕਾਰ ਜਿਹੜੀ ਹੈ ਅਮਰੀਕਾ ਬਣਾਉਂਦਾ ਹੈ, ਉਹ ਚਾਈਨਾ ਦੀ ਮਦਦ ਨਾਲ ਬਣਾਉਂਦਾ ਪਿਆ। ਉਹ ਵੀ ਮਾਰਕੀਟ 'ਚ 1 ਲੱਖ ਤੋਂ ਉੱਤੇ ਕਾਰ ਬਣ ਚੁੱਕੀ ਹੈ। ਉੱਥੇ ਚਾਈਨਾ ਦੀ ਮਦਦ ਲੈ ਕੇ ਪ੍ਰੋਡਕਸ਼ਨ ਹੋ ਰਹੀ ਹੈ। ਇੱਧਰ ਚਾਈਨਾ ਦੇ ਨਾਲ ਭਲਵਾਨੀ ਵੀ ਹੁੰਦੀ ਪਈ ਹੈ ਕਿ ਅਸੀਂ ਇੱਦਾਂ ਕਰ ਦਾਂਗੇ, ਅਸੀਂ ਤਾਈਵਾਨ ਦੇ ਨਾਲ ਖੜ੍ਹੇ ਹਾਂ। ਪਿੱਛੋਂ ਆਪਣੇ 2 ਜਹਾਜ਼ ਵੀ ਭੇਜੇ ਸੀਗੇ, ਉਹ ਚਾਈਨਾ ਦੇ ਕੋਲੋਂ ਚੱਕਰ ਵੀ ਲਾ ਕੇ ਆਏ, ਭਲਵਾਨੀ ਗੇੜਾ ਵੀ ਲਾ ਕੇ ਆਏ ਨੇ, ਉਹ ਵੀ ਸਭ ਹੋਇਆ। ਮਤਲਬ ਇੱਕ ਪਾਸੇ ਤੁਸੀਂ ਬਿਜ਼ਨਸ ਵਿੱਚੋਂ ਪੈਸਾ ਵੀ ਲੈਂਦੇ ਪਏ ਹੋ, ਦੂਜੇ ਪਾਸੇ ਤੁਸੀਂ ਲੜਾਈ ਦੀਆਂ ਧਮਕੀਆਂ ਵੀ ਦਿੰਦੇ ਪਏ ਹੋ, ਉਹ ਵੀ ਪ੍ਰੈਸ਼ਰ ਬਣਿਆ ਹੋਇਆ। ਇੱਕ ਥਾਂ ਦੇ ਉੱਤੇ ਤੁਸੀਂ ਇਹ ਮਦਦ ਵੀ ਦਿੰਦੇ ਪਏ ਹੋ ਤੇ ਆਪਣੇ ਹਥਿਆਰ ਵੀ ਸਪਲਾਈ ਕਰਦੇ ਪਏ ਹੋ। ਮਤਲਬ ਉਹੀ ਹੋਇਆ ਨਾ, ਪੰਜੇ ਉਂਗਲਾਂ ਘਿਓ 'ਚ, ਸਿਰ ਕੜਾਹੀ 'ਚ ਤੇ ਲੱਤਾਂ ਘਿਓ ਵਾਲੇ ਪੀਪੇ 'ਚ, ਸਾਰੇ ਪਾਸਿਓਂ ਫਾਇਦਾ ਲਓ। ਤਾਈਵਾਨ ਦੇ ਨਾਲ ਯੂਕਰੇਨ ਤੇ ਦੋਨਾਂ ਦੇਸ਼ਾਂ ਦੀ ਇਹ ਪਤਾ ਕਰਦੇ ਕੀ ਕਰਦੇ ਆ, ਹੱਥ ਟੋਕਾ ਇੱਕ ਦੇਸ਼ ਨੂੰ ਬਣਾਉਂਦੇ ਆ ਤੇ ਲੜਾਈ ਜਿਹੜੀ ਆ ਆਪਣੀ ਹੁੰਦੀ ਹੈ। ਇਹਨਾਂ ਦੀ ਹਥਿਆਰ ਇਹਨਾਂ ਨੇ ਵੇਚਣੇ ਹੁੰਦੇ। ਰਸ਼ੀਆ ਉਧਰ ਲੜ ਰਿਹਾ ਹੈਗਾ ਤੇ ਵਿੱਚ ਕੌਣ, ਅਮਰੀਕਾ ਵਿੱਚ ਕੌਣ ਹੈਗਾ, ਚਾਈਨਾ ਵਿੱਚ ਕੌਣ ਹੈਗਾ, ਇੰਡੀਆ ਚੁੱਪ ਹੈਗਾ, ਕਿਉਂਕਿ ਇੰਡੀਆ ਕੋਲ ਤਾਂ ਆਪਣੇ ਜੋਗੇ ਹਥਿਆਰ ਨਹੀਂ ਹੈਗੇ ਤੇ ਇਹਨੇ ਵੇਚਣੇ ਕੀ ਤੇ ਕਰਨਾ ਕੀ ਹੈਗਾ। ਉਹ ਦੇਸ਼ ਆਉਂਦੇ ਆ ਜਿਹਨਾਂ ਕੋਲ ਬੜੇ ਸਰਪਲਸ ਹਥਿਆਰ ਆ, ਵੈਪਨ ਆ, ਮਿਜ਼ਾਈਲਾਂ ਹੈਗੀਆਂ, ਉਹ ਵੇਚਦੇ ਆ। ਪਰ ਇਹ ਜਦੋਂ ਦੇਖੋ ਇੱਕ ਮਹੱਲੇ 'ਚ ਲੜਾਈ ਹੁੰਦੀ ਹੈ ਨਾ, ਲੜਾਈ ਹੋਣ ਨਾਲ ਛੋਟਾ ਘਰ 'ਚ ਲੜਾਈ ਹੈ ਤੇ 2 ਵੱਡੇ ਘਰ ਆ ਜਾਂਦੇ। 2 ਕਹਿੰਦੇ ਯਾਰ ਇਹਦੇ ਵਿੱਚ ਕੀ ਲੜਾਈ ਜਾਂਦੇ ਜੀ, ਇਹਨਾਂ ਦੀ ਜ਼ਮੀਨ ਹੈ, ਇੱਥੇ 5 ਮਰਲੇ ਜ਼ਮੀਨ ਦਾ, ਆਂਦਾ ਇਹ 'ਚ ਕਿਹੜੀ ਹੈਗੀ ਹੈ, ਤੇ ਹੁਣੇ ਵੰਡ ਦਿੰਦੇ ਕਰ ਦਿੰਦੇ, ਕਿਹਦੀ ਹੈਗਾ, ਕਾਗਜ਼ ਕੱਢੋ। ਕਾਗਜ਼ ਕੱਢਣ ਤੋਂ ਬਾਅਦ ਆਂਦੇ ਤੁਹਾਡੇ ਨਾਂ ਤਾਂ ਹੈ ਹੀ ਨਹੀਂ, ਇਹ ਜ਼ਮੀਨ ਹੀ ਤੁਸੀਂ ਉੱਦਾਂ ਕੀਤੀ ਹੈ, ਜਾਲੀ ਕਾਗਜ਼ ਹੈਗੇ ਆ, ਤੁਸੀਂ ਇਹਨੂੰ ਪਰੇ ਹੋ ਜਾਓ, ਇਹ ਜ਼ਮੀਨ ਵੰਡਾਂਗੇ, ਇਹਨੂੰ ਅਸੀਂ ਕਿਸੇ ਥਾਂ 'ਤੇ ਲਾ ਦਿੰਦੇ ਹਾਂ, ਕਾਮਨ ਕਾਜਰੀ ਲਾ ਦਿੰਦੇ ਹਾਂ, ਜਾਂ ਹੀ ਅੱਧੀ ਕਰ ਲੈਂਦੇ ਹਾਂ। ਜਦੋਂ ਬਾਂਦਰ ਵੰਡਦਾ ਨਾ ਆਪਣੀ ਰੋਟੀਆਂ ਨੂੰ, ਹੈ ਨਾ, ਬਿੱਲੀਆਂ ਨੂੰ, ਹੈ ਨਾ, ਬਿੱਲੀਆਂ ਨੂੰ, ਤਾਂ ਉਹਦੇ ਨਾਲ ਉਹ ਸਾਰਾ ਕੁਝ ਉਹੀ ਕਰਦਾ, ਉਹ ਉਹਨਾਂ ਦੇ ਹੱਥ ਪੱਲੇ ਕੁਝ ਨਹੀਂ ਪੈਣ ਦਿੰਦਾ। ਇਹ ਉਹੀ ਕਰ ਰਹੇ। ਇਹ ਤੁਸੀਂ ਗੱਲ ਦਰੁਸਤ ਕੀਤੀ ਆ, ਇਹ ਬਿੱਲੀਆਂ ਵਾਲਾ ਕੰਮ ਹੀ ਆ। ਔਰ ਇਹ ਸਾਰੇ ਦੇਸ਼ ਜਿਹੜੇ ਵੱਡੇ ਆ, ਇਹ ਸਾਰੇ ਉਹ ਕਹਾਣੀ ਦੱਸ ਦੇਣੀ ਸੀ ਨਾ ਕਿ 2 ਬਿੱਲੀਆਂ ਆਈਆਂ ਬਾਂਦਰ ਕੋਲ, ਕਹਿੰਦੀ ਸਾਡੇ ਕੋਲ 1 ਰੋਟੀ ਆ, ਸਾਨੂੰ ਆਪਸ 'ਚ ਵੰਡ ਦੇ। ਬਾਂਦਰ ਨੇ ਕੀ ਕੀਤਾ, ਅੱਧੀ ਕੱਢਤੀ, ਪਰ ਇੱਕ ਪਾਸੋਂ ਥੋੜੀ ਵੱਡੀ ਰੱਖੀ, ਇੱਕ ਛੋਟੀ, ਕਹਿੰਦਾ ਵੱਡੀ ਹੈਗੀ ਉਹ ਮੈਂ ਖਾ ਲੈਂਦਾ। ਫਿਰ ਦੂਸਰੇ ਪਾਸੇ ਵੱਡੀ ਹੋ ਗਈ, ਉਹ ਮੈਂ ਖਾ ਲੈਂਦਾ। ਫਿਰ ਇੱਧਰੋਂ ਵੱਡੀ ਹੋ ਗਈ, ਉਹ ਮੈਂ ਖਾ ਲੈਂਦਾ। ਉਹ ਸਾਰੀ ਰੋਟੀ ਖਾ ਗਿਆ, ਬਿੱਲੀਆਂ ਮੂੰਹ ਦੇਖਦੀਆਂ ਰਹਿ ਗਈਆਂ। ਸੋ ਇਹ ਗੱਲ ਤਾਂ ਬਿਲਕੁਲ ਠੀਕ ਆ। ਹੁਣ ਤੁਸੀਂ ਭਾਰਤ ਦੇ ਹਥਿਆਰਾਂ ਦੀ ਗੱਲ ਕੀਤੀ, ਭਾਰਤ ਤੇ ਰਸ਼ੀਆ ਤੋਂ ਲੈਂਦਾ, ਸਾਰਾ ਕੁਝ, ਸਭ ਕੁਝ ਰਸ਼ੀਆ ਤੋਂ ਹਥਿਆਰ ਲੈਂਦਾ, ਔਰ ਉਹਦੀ ਮਦਦ ਨਾਲ ਭਾਰਤ ਦੇ ਵਿੱਚ ਅਸੀਂ ਪ੍ਰੋਡਿਊਸ ਵੀ ਕਰਦੇ ਪਏ। ਯੂਕਰੇਨ ਦੀ ਕਿੱਦਾਂ ਸਹਾਇਤਾ ਲਈ ਚੱਲ ਜੂਗਾ? ਯੂਕਰੇਨ ਦੇ ਬਾਰੇ ਕਹਿੰਦੇ ਨੇ ਕਿ ਮੋਦੀ ਜੀ ਸਾਇਲੈਂਟ ਨੇ, ਜਾਂ ਆਪਣੇ ਰਾਸ਼ਟਰਪਤੀ ਨਹੀਂ ਬੋਲਦੇ, ਨਹੀਂ ਬੋਲ ਸਕਦੇ। ਬੋਲਦਾ ਉਹੀ ਹੁੰਦਾ ਜਿਹਦੇ ਕੋਲ ਬੜਾ ਕੁਛ ਹੋਗਾ, ਜਿਸ ਕੋਲ ਬਲਬੂਤਾ ਹੈਗਾ, ਜਿਹਦਾ ਕਿੱਲਾ ਕਾਇਮ ਹੈਗਾ। ਅਸੀਂ ਆਪਣਾ ਕੰਮ ਬਿਲਕੁਲ ਸਹੀ ਗੱਲ ਹੈ। ਔਰ ਜਦੋਂ ਨਹੀਂ ਬੋਲੇ ਤਾਂ ਸਾਡੇ ਵਿਦਿਆਰਥੀਆਂ ਨੂੰ ਜਿਹੜੇ ਯੂਕਰੇਨ 'ਚ ਪੜ੍ਹਦੇ ਸੀ, ਕਿੰਨੀ ਮੁਸ਼ਕਿਲ ਸਾਹਮਣਾ ਕਰਨਾ ਪਿਆ, ਕਿਉਂਕਿ ਉੱਥੋਂ ਦੇ ਲੋਕਲਸ ਨੇ ਉਹਨਾਂ ਦੀ ਮਦਦ ਨਹੀਂ ਕੀਤੀ ਕਿ ਤੁਹਾਡੇ ਦੇਸ਼ ਦੇ ਵੱਲੋਂ ਕੋਈ ਸਟੇਟਮੈਂਟ ਨਹੀਂ ਆਈ ਜੋ ਸਾਡੇ ਦੇਸ਼ ਯੂਕਰੇਨ ਦੇ ਸਪੋਰਟ ਵਿੱਚ ਹੋਵੇ। ਬੜਾ ਵੱਡਾ ਨੁਕਸਾਨ ਹੋਇਆ ਬੱਚਿਆਂ ਦਾ। ਇਹ ਬਹੁਤ ਵੱਡਾ ਪੋਲਿਟਿਕਸ ਆ, ਬਹੁਤ ਵੱਡੀ ਇਕਨੋਮਿਕਸ ਆ, ਜੋ ਹਾਈ ਲੈਵਲ ਦੀਆਂ ਗੱਲਾਂ ਜਿਹਨੂੰ ਆਪਾਂ ਕਹਿੰਦੇ ਆ ਵੱਡੇ ਲੋਕ ਵੱਡੀਆਂ ਗੱਲਾਂ, ਪਰ ਭੁਗਤਦੇ ਕੌਣ ਨੇ? ਆਮ ਲੋਕ। ਉਹਨੇ ਲੜਾਈ ਦਾ ਆਮ ਲੋਕ ਹੀ ਭੁਗਤਦੇ ਪਏ ਨੇ। 45,000 ਕਰੋੜ ਰੁਪਇਆ, ਤੁਸੀਂ ਇੰਨਾ 45,000 ਕਰੋੜ ਡਾਲਰ, ਇਹ ਸਿਰਫ ਜਹਾਜ਼ਾਂ ਦੇ ਦੇਖਭਾਲ ਵਾਸਤੇ ਹੈ। ਤੇ ਜਿਹੜੇ ਮਰਦੇ ਪਏ ਨੇ ਲੋਕ ਹੜ੍ਹਾਂ ਦੇ ਵਿੱਚ, ਬੇਘਰ ਹੋ ਗਏ, ਰੋਟੀ ਨਹੀਂ ਹੈਗੀ, ਉਹਨਾਂ ਵਾਸਤੇ ਕੀ ਹੈਗਾ? ਇਹ ਸਾਰੇ ਦਰਸ਼ਕ ਆਪ ਸਮਝ ਸਕਦੇ ਨੇ ਕਿ ਦੇਸ਼ ਦਾ, ਦੁਨੀਆ ਦਾ ਅਸੀਂ ਕੀ ਹਾਲ ਬਣਾਇਆ ਹੋਇਆ ਹੈ। 17,000 ਤੋਂ ਵੱਧ ਐਟਮ ਬੰਬਸ ਮੌਜੂਦ ਨੇ ਪੂਰੀ ਦੁਨੀਆ ਦੇ ਵਿੱਚ, ਜੋ ਚੱਲ ਜਾਣ ਤੇ ਕੀ ਹੋਏਗਾ। ਸੈਕੰਡ ਵਰਲਡ ਵਾਰ ਦੇ ਬੰਬ ਚੱਲੇ ਹੋਏ ਹੀਰੋਸ਼ੀਮਾ ਨਾਗਾਸਾਕੀ, ਹਜੇ ਤੱਕ ਭੁਗਤਦੇ ਪਏ ਨੇ ਉਹ ਦੋਵੇਂ ਥਾਵਾਂ ਦੇ ਲੋਕ। ਤੇ ਜੇ ਅੱਜ ਦੇ 10,000 ਗੁਣਾ ਜ਼ਿਆਦਾ ਪਾਵਰਫੁਲ ਬੰਬਸ ਨੇ, ਉਹ ਚੱਲ ਜਾਣ ਤੇ ਕੀ ਹਾਲ ਹੋਏਗਾ। ਮਤਲਬ ਜੋ ਚੱਲ ਗਿਆ ਉਸ ਤੋਂ ਬਾਅਦ ਫਿਰ ਸ਼ਾਂਤੀ ਰਹੀ ਹੈ। ਨਹੀਂ ਤਾਂ ਹੁਣ ਯੂਕਰੇਨ ਤੇ ਰਸ਼ੀਆ ਵਾਲਾ ਵੀ ਰੌਲਾ ਪੈ ਗਿਆ ਸੀਗਾ। ਸਾਰੇ ਜਿਹੜੇ ਯੂਰਪੀਅਨ ਕੰਟਰੀ ਆ, ਜਿਹੜੀ ਏਸ਼ੀਅਨ ਕੰਟਰੀ ਆ, ਇਹ ਸਾਰਿਆਂ ਨੇ ਆਪਣੇ ਤਰੀਕੇ ਨਾਲ ਬੈਠੇ ਰਹੇ, ਹਥਿਆਰ ਵੇਚਦੇ ਰਹੇ, ਪਰ ਦੋਵਾਂ ਦੇਸ਼ਾਂ ਦੀ ਲੜਾਈ ਹੈ। ਬਾਕੀ ਦੇਸ਼ ਇਨਵੋਲਵ ਨਹੀਂ ਹੋਏ ਇਹਦੇ 'ਚ, ਤੇ ਬਚਾਅ ਹੋ ਗਿਆ।
ਹੁਣ ਆਪਾਂ ਲੜਾਈ ਤੋਂ ਹੁਣ ਨਾ ਕਿਤੇ ਥੋੜ੍ਹਾ ਜਿਹਾ ਸ਼ਾਂਤੀ ਵਾਲੇ ਨਾਲ ਪਾਸੇ ਆਓ। ਆਰਾਮ ਨਾਲ ਤੁਰਦੇ ਹਾਂ, ਹਾਂ ਹਾਂ ਮੇਲੇ ਵੱਲ ਤੁਰਦੇ ਹਾਂ। ਵਾਹ ਵਾਹ ਮੇਲਾ ਲੱਗਾ ਹੋਇਆ ਹੈ ਅੱਜ ਪੁੰਨਿਆ ਤੇ ਸ੍ਰੀ ਗੁਰੂ ਅਮਰਦਾਸ ਜੀ ਦੀ ਯਾਦ ਵਿੱਚ ਮੇਲਾ ਲੱਗਾ ਹੈ। ਸ਼ਰਧਾਲੂ ਆਏ ਹੋਏ ਨੇ, ਗੋਇੰਦਵਾਲ ਸਾਹਿਬ ਵਿਦੇਸ਼ਾਂ ਤੋਂ ਵੀ ਆਏ ਨੇ ਲੋਕ, ਨਤਮਸਤਕ ਵੀ ਹੁੰਦੇ ਪਏ ਨੇ। ਤਾਂ ਖੂਬ ਉੱਥੇ ਰੌਣਕਾਂ ਲੱਗੀਆਂ ਹੋਈਆਂ ਨੇ। ਗੁਰੂ ਸਾਹਿਬ ਦੀ ਬਾਣੀ ਹੈ, ਜਾ ਕੇ ਨਤਮਸਤਕ ਹੋਵੋ, ਨਾਲ ਲੰਗਰ ਛਕੋ, ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣੇ ਹੋਏ ਨੇ, ਉਹਨਾਂ ਦਾ ਵੀ ਆਨੰਦ ਲਵੋ। ਤੇ ਮੇਲਿਆਂ ਵਿੱਚ ਤੇ ਬਹੁਤ ਕੁਝ ਲੱਗਾ ਹੁੰਦਾ, ਦੁਕਾਨਾਂ ਸਜੀਆਂ ਹੁੰਦੀਆਂ ਨੇ, ਲੱਡੂ ਜਲੇਬੀਆਂ ਪਕੌੜੇ, ਖਿਡੌਣੇ ਬੱਚਿਆਂ ਵਾਸਤੇ, ਰੰਗ ਬਰੰਗੀਆਂ ਟੋਪੀਆਂ ਪੰਬੀਰੀਆਂ, ਸਾਰੇ ਆਪਾਂ ਇੰਜੋਏ ਕਰਦੇ ਰਹੇ ਇਹਨਾਂ ਚੀਜ਼ਾਂ ਨੂੰ। ਇਹ ਬੜਾ ਇਤਿਹਾਸਕ ਮੇਲਾ ਹੈ। ਇਤਿਹਾਸਕ ਮੇਲਾ ਗੋਇੰਦਵਾਲ ਸਾਹਿਬ ਨੂੰ ਜਿਹੜਾ ਨਾ ਸਿੱਖੀ ਦਾ ਧੁਰਾ ਕਹਿੰਦੇ ਨੇ, ਹਾਂਜੀ, ਕਿਉਂਕਿ ਤੀਸਰੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਨੇ ਇੱਥੇ ਇਸ ਨਗਰ ਦੀ ਸਥਾਪਨਾ ਕੀਤੀ। ਇਹ ਬਿਲਕੁਲ ਬਿਆਸ ਦਰਿਆ ਦੇ ਕੰਢੇ ਤੇ ਵਸ ਰਿਹਾ, ਔਰ ਉਹਦੇ 'ਚ ਜਿੰਨੇ ਉਹਦੇ 'ਚ ਉਸ ਟਾਈਮ ਤੇ ਇਹਨਾਂ ਡਿਵੈਲਪ ਨਹੀਂ ਸੀਗਾ, ਪਾਣੀ ਦੀ ਘਾਟ ਸੀਗੇ, ਔਰ ਪਾਣੀ ਦਰਿਆ ਦਾ ਸੀਗਾ। ਪਰ ਗੁਰੂ ਸਾਹਿਬ ਨੇ ਕਿਹਾ ਸੀਗਾ ਇੱਥੇ ਕਿ ਇੱਥੇ ਕੋਈ ਹੜ੍ਹ ਜਾਂ ਇੱਥੇ ਦਾ ਕੋਈ ਨੁਕਸਾਨ ਨਹੀਂ ਹੋਊਗਾ, ਔਰ ਅਜੇ ਤੱਕ ਉਸ ਨਗਰ ਨੂੰ ਕੁਛ ਇੱਦਾਂ ਦਾ ਨੁਕਸਾਨ ਨਹੀਂ ਹੋਇਆ। ਔਰ ਉਹਦੇ ਵਿੱਚ ਉੱਥੇ ਇਹਨਾਂ ਨੇ ਵੇਈ ਇੱਕ ਬਣਾਈ, ਵੇਈ ਦੇ ਨਾਲ ਨਹੀਂ, ਵੇਈ ਤਾਂ ਸੁਲਤਾਨਪੁਰ ਲੋਧੀ ਹੈਗੀ ਆ, ਉੱਥੇ ਬੌਲੀ ਸਾਹਿਬ ਦੀ ਉਹਨਾਂ ਨੇ ਸਥਾਪਨਾ ਕੀਤੀ। ਬੌਲੀ ਸਾਹਿਬ ਇੱਕ ਇਸ ਤਰ੍ਹਾਂ ਦਾ ਇਸ਼ਨਾਨ ਕਰਨ ਵਾਲਾ ਪਵਿੱਤਰ ਜਲ ਦੇ ਲਈ ਉਹ ਬਣਾਈ ਆ, ਔਰ ਉਹਦੇ ਵਿੱਚ ਅੱਜ ਮੇਲੇ ਤੇ ਲੋਕ ਬੌਲੀ ਸਾਹਿਬ ਇੰਨਾ ਇਸ਼ਨਾਨ ਕਰਨ ਲਈ ਲੱਗੇ ਪਏ ਨੇ, ਉੱਥੇ ਬੈਠੇ ਆ। ਉਹਦੀ 84 ਪੌੜੀਆਂ, 84 ਪੌੜੀਆਂ ਦਾ ਮਤਲਬ ਕਿ ਜਿਹੜੀ ਤੁਹਾਡੀ ਆਮ ਤੌਰ ਤੇ ਤੁਹਾਡੀ 84 ਜੂਨ ਦੇ ਵਿੱਚ ਅਸੀਂ ਪੈ ਕੇ ਫਿਰ ਅਸੀਂ ਮਨੁੱਖ ਦੀ ਜੂਨ ਚਾਹੁੰਦੇ ਹਾਂ, ਉਹਨੂੰ ਤਿਆਗਣ ਲਈ ਸਾਰਾ ਕੁਝ ਕਰਨ ਲਈ ਉੱਥੇ ਪਾਠ ਹੋ ਰਿਹਾ, ਉੱਥੇ ਜਪਜੀ ਸਾਹਿਬ ਦਾ ਪਾਠ ਕਰ ਕਰਕੇ ਇਸ਼ਨਾਨ ਹੋ ਰਿਹਾ। ਔਰ ਉਹਦੇ ਵਿੱਚ ਆਲੇ ਦੁਆਲੇ ਜਿੰਨੇ ਵੀ ਲੋਕ ਸੰਗਤ ਆ ਰਹੀ ਆ, ਉਹਦੇ ਵਿੱਚ ਕਾਨਫਰੰਸ ਵੀ ਲੱਗੀਆਂ, ਧਾਰਮਿਕ ਵੀ ਹੈਗੀਆਂ, ਸਿਆਸੀ ਕਾਨਫਰੰਸ ਵੀ ਹੈਗੀਆਂ। ਔਰ ਇਹ 2 ਦਿਨ ਦਾ ਮੇਲਾ ਹੈਗਾ, 2 ਦਿਨ ਦਾ, ਅੱਜ ਤੇ ਕੱਲ੍ਹ। ਔਰ ਲੋਕ ਬੜੀ ਦੂਰੋਂ ਦੂਰੋਂ ਆ ਰਹੇ ਨੇ, ਔਰ ਧਾਰਮਿਕ ਅਕੀਦੇ ਨਾਲ ਲੋਕ ਉੱਥੇ ਪਹੁੰਚਦੇ ਆ। ਔਰ ਇਹ ਪੁੰਨਿਆਂ ਤੇ ਮੇਲਾ ਲੱਗਦਾ, ਪੁੰਨਿਆਂ ਤੇ ਮੇਲਾ ਲੱਗ ਕੇ ਤੇ ਦੁਨੀਆ ਆਉਂਦੀ ਆ। ਔਰ ਇੱਥੇ ਦੀ ਜੋ ਖਾਣ ਪੀਣ ਉੱਥੇ ਹੈਗੇ, ਉੱਥੇ ਜਲੇਬਾਂ ਦੀਆਂ ਦੁਕਾਨਾਂ, ਬੂੰਦੀ ਦੀਆਂ ਦੁਕਾਨਾਂ, ਉੱਥੇ ਪਕੌੜਿਆਂ ਦੀਆਂ, ਬੜਾ ਕੁਛ ਹੈਗਾ। ਤਦ ਇਹ ਲੋਕ ਕਹਿੰਦੇ ਸੀ ਕੁੱਜਾਂ 'ਚ ਬੂੰਦੀ ਮਿਲਦੀ ਹੁੰਦੀ ਸੀ, ਗੋਂਦਵਾਲ ਦੀ ਬੂੰਦੀ ਤੇ ਮੂੰਹ ਨਹੀਂ ਕੁੰਦੀ, ਇਸ ਤਰ੍ਹਾਂ ਦੇ ਜਿਹੜੇ ਮੁਹਾਵਰੇ ਬਣੇ ਆ। ਔਰ ਇੱਥੇ ਜਿੰਨਾ ਵੀ ਲੋਕ ਪਹੁੰਚਦੇ ਨੇ ਇੰਨੀ ਸ਼ਰਧਾ ਨਾਲ, ਬੜਾ ਕੁਛ ਲੋਕ ਗੁਰਦੁਆਰਾ ਸਾਹਿਬ ਲਈ ਲੈ ਕੇ ਵੀ ਆਉਂਦੇ, ਕਰਦੇ ਵੀ ਹੈਗੇ ਆ। ਔਰ ਉਸ ਤੋਂ ਬਾਅਦ ਖਡੂਰ ਸਾਹਿਬ ਵੀ ਨਾਲ ਹੀ ਹੈਗਾ, ਗੁਰੂ ਅੰਗਦ ਦੇਵ ਜੀ ਦੇ ਜਿੱਥੇ ਗੁਰਗੱਦੀ ਸਥਾਨ ਹੈਗੇ ਆ, ਉੱਥੇ ਵੀ ਮੇਲਾ ਇਸ ਤੋਂ ਬਾਅਦ ਹੈਗਾ। ਪਰ ਇਹ ਮੇਲੇ ਲਗਾਤਾਰ ਆਉਂਦੇ, ਮੇਲੇ ਲਗਾਤਾਰ ਆਉਣ ਨਾਲ ਲੋਕਾਂ ਸ਼ਰਧਾਲੂ ਇੱਥੇ ਇਕੱਠੇ ਹੋ ਜਾਂਦੇ ਆ। ਇਕੱਠੇ ਹੋ ਕੇ ਲੋਕ ਜਿਹੜੇ ਆ ਇਸ ਦਿਨ ਨੂੰ ਮਨਾਉਂਦੇ ਆ। ਇਸ ਕਰਕੇ ਮਨਾਉਂਦੇ ਨੇ ਕਿ ਤੀਜੀ ਪਾਤਸ਼ਾਹੀ ਨੇ ਇੱਥੇ ਇੰਨਾ ਕੁਛ ਕੀਤਾ ਹੈ। ਔਰ ਇਹਦੇ ਵਿੱਚ ਜਿਹੜਾ ਆਨੰਦ ਸਾਹਿਬ ਆ, ਗੁਰਬਾਣੀ ਦਾ ਆਨੰਦ ਸਾਹਿਬ, ਗੁਰੂ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਪਾਤਸ਼ਾਹੀ ਨੇ ਲਿਖਿਆ। ਔਰ ਜਦੋਂ ਵੀ ਤੁਸੀਂ ਕੋਈ ਤਿਉਹਾਰ ਮਨਾਉਂਦੇ ਜੇ, ਗੁਰਬਾਣੀ ਪੜ੍ਹਦੇ ਜੇ, ਤਾਂ ਆਨੰਦ ਸਾਹਿਬ ਨਾਲ ਫਿਰ ਭੋਗ ਪੈਂਦਾ, ਸਮਾਪਤ ਹੁੰਦਾ। ਔਰ ਦੇਖੋ ਬਾਕੀ ਸਾਰੇ ਸ਼ਬਦਾਂ ਦੇ ਆਪੋਜਿਟ ਵਰਡ ਹੋਣਗੇ, ਹੈ ਨਾ, ਇਹਦੇ 'ਚ ਆਨੰਦ ਦਾ ਕੋਈ ਆਪੋਜਿਟ ਵਰਡ ਨਹੀਂ। ਔਰ ਇਹਦੇ ਵਿੱਚ ਜੇ ਬਾਣੀ ਹੈਗੀ ਆ, ਇਹ ਰਾਮਕਲੀ ਰਾਗ ਵਿੱਚ ਹੈਗਾ। ਔਰ ਇਹਦੇ ਵਿੱਚ ਰਾਮਕਲੀ ਮਹੱਲਾ ਤੀਜਾ, ਹਾਂ, ਇਹਦੇ ਵਿੱਚ ਸਾਰੇ ਜਿਹੜੇ ਰਾਗੀ ਨੇ, ਔਰ ਜਦੋਂ ਇਹਨੂੰ ਪੜ੍ਹਦੇ ਜਾਂ ਗਾਉਂਦੇ ਨੇ ਉਦੋਂ ਵਾਕਈ ਆਨੰਦ ਆਉਂਦਾ। ਵਾਕਈ ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਬੜਾ ਆਨੰਦ ਆ ਰਿਹਾ, ਔਰ ਸਾਡੇ ਦਰਸ਼ਕ ਕਿਵੇਂ ਮੁਸਕਰਾ ਰਹੇ ਨੇ ਮੈਂ ਮਹਿਸੂਸ ਕਰ ਸਕਦਾ। ਜ਼ਰੂਰ ਚੰਗੀ ਗੱਲ ਹੈ। ਤੁਸੀਂ ਬਹੁਤ ਇਹਦਾ ਪ੍ਰੋਗਰਾਮ ਦਾ ਜਿਹੜਾ ਇਸ ਵੇਲੇ ਸਮਾਪਤ ਕਰਨ ਲੱਗੇ ਜੇ, ਬੜੇ ਅੱਛੇ ਪੈਗਾਮ ਨਾਲ, ਬੜੇ ਅੱਛੇ ਉਪਦੇਸ਼ ਨਾਲ ਗੁਰੂ ਸਾਹਿਬਾਨ ਦੀ ਜਿਹੜੀ ਗੱਲ ਹੋਈ ਆ, ਔਰ ਉੱਥੇ ਜਿਹੜੇ ਮੇਲੇ ਦੀ ਗੱਲ ਹੋਈ ਆ, ਔਰ ਦਰਸ਼ਕ ਵੀ ਸਾਡੇ ਬੜੇ ਖੁਸ਼ ਹੋਏ ਹੋਣਗੇ, ਆਨੰਦ ਹੋਏ ਹੋਣਗੇ। ਸਭ ਨੂੰ ਗੋਇੰਦਵਾਲ ਸਾਹਿਬ ਦੀ ਬੂੰਦੀ ਦਾ ਸਵਾਦ ਵੀ ਪਹੁੰਚ ਗਿਆ ਹੁਣ ਤੁਹਾਡੀਆਂ ਗੱਲਾਂ ਸੁਣ ਕੇ। ਸਹੀ ਗੱਲ ਆ। ਸੋ ਫਿਰ ਚੱਲਿਆ ਜਾਏ। ਜ਼ਰੂਰ ਤੇ ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਆਪਣੇ ਵਿਚਾਰ ਸਾਨੂੰ ਜ਼ਰੂਰ ਇਨਬਾਕਸ ਕਰੋ ਤੇ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।